KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:08 ਹੋਏ ਨੇ, ਵੀਰਵਾਰ ਦਾ ਦਿਨ ਹੈ ਤੇ 8 ਅਕਤੂਬਰ ਹੈ 24 ਅਸੂ ਨਾਨਕ ਸ਼ੇ ਸੰਮਤ 552 ਨਿਗਾਹ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਕੱਲ ਦੀ ਖਬਰ ਜਿਹੜੀ ਕੰਸਲਟੈਂਟ ਵਾਲੀ ਆ, ਉਹਦੇ ਤੇ ਕੁਝ ਹੋਰ ਐਡ ਆਨ ਕਰਨਾ ਚਾਹੁੰਦਾ ਹੈ ਕਿ ਭਾਈਚਾਰੇ ਦੇ ਵਿੱਚ ਕੀ ਗੱਲ ਚੱਲ ਰਹੀ ਹੈ, ਭਾਈਚਾਰਾ ਇਸ ਨੂੰ ਕਿਸ ਤਰ੍ਹਾਂ ਸੋਚ ਰਿਹਾ ਹੈ। ਦੂਸਰੇ ਹਿੱਸੇ ਦੇ ਵਿੱਚ ਰਾਜਨੀਤੀ ਦੇ ਬਾਰੇ ਗੱਲਬਾਤ ਚੱਲੇਗੀ। ਰਾਜਨੀਤੀ ਸੂਬੇ ਦੀ ਗਰਮ ਹੋਈ ਪਈ ਹੈ। 24 ਨੂੰ ਇਲੈਕਸ਼ਨ ਹੈ, 8 ਦਿਨ ਅੱਜ ਰਹਿ ਗਏ, ਐਡਵਾਂਸ ਵੋਟਿੰਗ ਸ਼ੁਰੂ ਹੋ ਜਾਣੀ ਹੈ ਤੇ ਹੁਣ ਵੀ ਵੋਟਾਂ ਪੈ ਸਕਦੀਆਂ ਨੇ। ਹਰ ਇੱਕ ਜਿਹੜਾ ਇਲੈਕਸ਼ਨ BC ਦੇ ਦਫ਼ਤਰ ਦਾ ਪਤਾ ਕਰਕੇ ਤੁਸੀਂ ਵੋਟ ਹੁਣ ਵੀ ਪਾ ਸਕਦੇ ਹੋ ਤੇ ਮੇਲ ਇਨ ਬੈਲਟ ਹੈ ਜਿਹੜੇ, ਉਹਨੂੰ ਮੰਗਾਉਣ ਦੀ ਤਰੀਕ ਨੇੜੇ ਆ ਰਹੀ ਹੈ, ਉਦੋਂ ਬਾਅਦ ਨਹੀਂ ਆਉਣੇ। ਲੋਕਾਂ ਨੇ ਪਾ ਵੀ ਦਿੱਤੇ, ਵੋਟਾਂ ਬਹੁਤ ਪਾ ਦਿੱਤੀਆਂ। ਧੜਾ ਧੜ ਜਿਹੜੇ ਨੇ ਐਲਾਨ ਹੋ ਰਹੇ ਨੇ, ਦੋਨੇ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਨੇ, ਉਸ ਤੇ ਗੱਲਬਾਤ ਹੋਏਗੀ। ਤੇ ਬਾਕੀ ਪੰਜਾਬ ਦੀ ਵੀ ਗੱਲ ਕਿ ਕਿਸਾਨ ਯੂਨੀਅਨ ਲੱਖੋਵਾਲ ਨੂੰ ਮੱਖਣੀ ਦੇ ਵਿੱਚੋਂ ਬੇਬਾਲ ਵਾਂਗੂ ਕੱਢ ਕੇ ਅਗਲੇ ਨੇ ਬਾਹਰ ਰੱਖਤਾ ਗਿਆ ਕੰਮ। ਇਹ ਤਾਂ ਕਹਾਣੀ ਇਹਦੇ ਵਿੱਚ ਇੱਕ ਹੀ ਹੁੰਦੀ ਹੈ ਕਿ ਜਿਹੜਾ ਜਾਂ ਤੁਹਾਡਾ ਨਿੱਜੀ ਫਾਇਦਾ ਹੁੰਦਾ ਜਾਂ ਇਕੱਠ ਹੁੰਦਾ, ਦੋਨੇ ਚੀਜ਼ਾਂ ਨਹੀਂ ਹੋ ਸਕਦੀਆਂ। ਤੋ ਇਹ ਗੱਲਬਾਤ ਤੁਹਾਡੇ ਨਾਲ ਚੱਲੇਗੀ ਲੋਕ ਸੱਤ ਦੇ ਵਿੱਚ। 1844 247 1550 184424715550 ਔਨ 에ਅਰ ਨੰਬਰ ਰਹੇਗਾ। KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ। 6047291224 6047291224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ। ਹਰਜੀਤ ਸਿੰਘ ਗਿੱਲ ਫੈਨ ਪੇਜ, ਇਹ Facebook ਦਾ ਪੇਜ ਹੈ ਜਿੱਥੇ ਤੁਸੀਂ ਪਲੀਜ਼ ਸਾਰੇ ਉਹਨੂੰ ਜੁਆਇਨ ਕਰ ਲਿਓ, ਲਾਈਕ ਕਰ ਲਿਓ, ਅੱਗੇ ਵੀ ਭੇਜ ਦਿਓ ਤੇ ਸਾਰੇ ਆਪਾਂ ਇਕੱਠੇ ਹੋ ਜਾਈਏ ਤੇ ਉੱਥੇ ਤੁਹਾਨੂੰ ਸੁਨੇਹਾ ਪਹੁੰਚਦਾ ਹੋ ਜਾਵੇ। ਦਫ਼ਤਰ ਦਾ ਨੰਬਰ 6044406462 ਹੈ 6044406462। ਕਿਸੇ ਦਾ ਪਿਆਰ ਪਾਵੜ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ, ਉਹ ਰੀਝਾਂ ਹੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵੜ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ, ਉਹ ਰੀਝਾਂ ਹੀ ਨਹੀਂ ਕਰਦਾ। ਲਪੇਟਾ ਰੇਸ਼ਮਾਂ ਅੰਦਰ ਵੇ ਤੇਰੇ ਐਬ ਵੀ ਸੋਹਣੇ, ਲਪੇਟਾ ਰੇਸ਼ਮਾਂ ਅੰਦਰ ਵੇ ਤੇਰੇ ਐਬ ਵੀ ਸੋਹਣੇ, ਜੋ ਚੰਨ ਦੇ ਦਾਗ ਧੋਮਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਜੋ ਲਿਖਦਾ ਕਾਸ਼ਨੀ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ, ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ। ਇਸ਼ਕ ਅਸਮਾਨ ਵਰਗਾ ਹੈ, ਜੋ ਨੀਲਾ ਕੇਸ ਨਹੀਂ ਹੁੰਦਾ, ਤਵੀ ਤੇ ਬੈਠ ਜਾਂਦਾ ਹੈ, ਜੋ ਉੱਪਰੋਂ ਸੀ ਨਹੀਂ ਕਰਦਾ। ਹੈ ਰੇਤਾ ਵੀ ਤਾਂ ਕੱਕਾ ਹੀ, ਮਗਰ ਕੋਈ ਪੈੜ ਨਹੀਂ ਦਿਸਦੀ। ਅਨੋਖਾ ਸੱਪ ਹੈ, ਤੁਰਦਾ ਤਾਂ ਹੈ ਪਰ ਲੀਹ ਨਹੀਂ ਕਰਦਾ। ਕਿ ਬੰਬਲ ਚਾਨਣੀ ਦੇ ਹੁਣ ਕੋਈ ਵੱਟਦਾ ਨਹੀਂ ਤੱਕਿਆ, ਕੋਈ ਬੰਬਲ ਚਾਨਣੀ ਦੇ ਹੁਣ ਕੋਈ ਵੱਟਦਾ ਨਹੀਂ ਤੱਕਿਆ, ਤੇ ਨਿੱਤਰੇ ਪਾਣੀਆਂ ਨੂੰ ਚੌਰ ਕੋਈ ਮਸ਼ਕੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ ਤੇ ਰੀਝਾਂ ਵੀ ਨਹੀਂ ਕਰਦਾ। ਹਰਮਨਜੀਤ ਰਾਣੀ ਤੱਤ 12:18 ਹੋਏ ਨੇ। ਕੱਲ ਦੀ ਜਦ ਦੀ ਨਿਊਜ਼ ਬ੍ਰੇਕ ਹੋਈ ਆ, ਕਹਿੰਦੇ ਏਸ਼ੀਆ ਦੇ ਤਾਂ ਪਹਿਲਾਂ 54 ਚਾਰਜਸ ਲੱਗੇ ਹੋਏ ਨੇ, ਉਹ ਮੁੜ ਕੇ ਜਿਹੜੇ ਵਪਾਰੀ ਹੋਰ ਫੜੇ ਨਹੀਂ ਗਏ ਜਿਨ੍ਹਾਂ ਦੇ ਚਾਰਜ ਲੱਗੇ ਨੇ, ਹਾਲੇ ਉਹ ਇਨੋਸੈਂਟ ਨੇ ਤੇ ਜਦ ਤੱਕ ਉਹ ਗਿਲਟੀ ਕਰਾਰ ਨਹੀਂ ਦਿੱਤੇ ਜਾਂਦੇ ਅਦਾਲਤ 'ਚ। ਉਸ ਦੇ ਬਾਰੇ ਸਾਡੇ ਭਾਈਚਾਰੇ ਦੇ ਜਿਹੜੇ ਬੁੱਧੀਜੀਵੀਆਂ ਦੇ ਵਿੱਚੋਂ ਡਾਕਟਰ ਗੁਰਬਖਸ਼ ਸਿੰਘ ਸੰਘੇੜਾ, ਉਹ ਵੀ ਇਸ ਤੇ ਗੱਲਬਾਤ ਕਰਨੀ ਚਾਹੁੰਦੇ ਨੇ। ਡਾਕਟਰ ਗੁਰਬਖਸ਼ ਸਿੰਘ ਸੰਘੇੜਾ ਭਾਈਚਾਰੇ ਦੇ ਮੁੱਦਿਆਂ ਤੇ ਬੜੀ ਬੇਬਾਕੀ ਦੇ ਨਾਲ ਪਿਛਲੇ 30 ਸਾਲਾਂ ਤੋਂ 40 ਸਾਲਾਂ ਤੋਂ ਰਾਏ ਰੱਖਦੇ ਆਏ ਨੇ, ਲਿਖਦੇ ਵੀ ਰਹਿੰਦੇ ਨੇ। ਪਿਛਲੇ ਦਿਨੀ ਮੈਕਡੋਨਲ ਤੇ ਲਾਰੀਏ ਇੰਸਟੀਚਿਊਟ ਵੱਲੋਂ ਜਿਹੜਾ ਖਾਲਿਸਤਾਨ ਤੇ ਪਾਕਿਸਤਾਨ ਦੀ ਇੱਕ ਗੱਲ ਜਿਹੜੀ ਕੀਤੀ ਗਈ, ਟੈਰੀ ਮਲਸਕੀ, ਉਸ ਦੇ ਖਿਲਾਫ ਲਿਖਣ ਵਾਲਿਆਂ 'ਚ ਵੀ ਡਾਕਟਰ ਗੁਰਬਖਸ਼ ਸਿੰਘ ਸੰਘੇੜਾ ਸਨ। ਉਸ ਵਿਸ਼ੇ ਤੇ ਵੀ ਮੈਂ ਕਿਸੇ ਦਿਨ ਇਹਨਾਂ ਨੂੰ ਲੈ ਕੇ ਆਵਾਂਗਾ ਤਾਂ ਪੂਰੀ ਰਿਪੋਰਟ ਮਲਸਕੀ ਦੀ ਕੀ ਹੈ, ਉਹਦਾ ਤੋੜ ਕੀ ਹੈ।
ਡਾਕਟਰ ਗੁਰਬਖਸ਼ ਸਿੰਘ ਸੰਘੇੜਾ ਉੱਤੇ ਗੱਲਬਾਤ ਕਰਨਗੇ। ਸੰਘੇੜਾ ਸਾਹਿਬ ਸਵਾਗਤ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਗਿੱਲ ਸਾਹਿਬ ਮੇਰਾ ਗੁਰਨਾਮ ਸਿੰਘ ਸੰਘੇੜਾ। ਗੁਰਨਾਮ ਸਿੰਘ ਸੰਘੇੜਾ, ਸੌਰੀ ਜੀ, ਸੌਰੀ ਗੁਰਨਾਮ ਸਿੰਘ ਸੰਘੇੜਾ। ਹਾਂਜੀ ਹਾਂਜੀ। ਅੱਛਾ ਸੰਘੇੜਾ ਸਾਹਿਬ, ਇਹ LMI ਹੈ ਤੇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ, ਤੁਹਾਡੇ ਕੋਲ ਕੁਝ ਜਿਹੜਾ ਕੁਝ ਰਾਏ ਹੈ ਇਸ ਦੇ ਬਾਰੇ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? LMI ਗਿੱਲ ਸਾਹਿਬ ਇਹ ਜਿਹੜੀ ਹੈਗੀ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਇਹਨੂੰ ਅਸਲ ਚ ਫੁੱਲ ਕਹਿੰਦੇ ਆ LMIA। ਇਹ ਅਸਲ ਚ ਇੱਕ ਜੌਬ ਲੈਟਰ ਹੈ ਕਿ ਜੌਬ ਤੁਹਾਨੂੰ ਮਿਲਣੀ ਆ, ਕਨਫਰਮੇਸ਼ਨ ਲਈ ਆ, ਪਰ ਉਹ EMPLOYER ਨੂੰ ਮਿਲਦੀ ਆ। ਉਹ ਜਿਹਨੇ ਅਪਲਾਈ ਕਰਨਾ ਉਹਨੂੰ ਨਹੀਂ। EMPLOYER ਇੱਕ ਵਿਸ਼ੇਸ਼ ਉਹਨੂੰ ਲੋੜ ਹੈ ਵੀ ਸਾਨੂੰ ਬੰਦਾ ਚਾਹੀਦਾ, ਉਹ ਵੀ ਕਿਸ ਕੰਮ ਲਈ ਚਾਹੀਦਾ, ਉਹ ਸਾਰਾ ਕੁਝ ਉਹਦੇ ਵਿੱਚ ਦੱਸਣਾ ਪੈਂਦਾ। ਉਹਨੂੰ LMI ਕਹਿੰਦੇ। ਇਹ ਅਸਲ ਵਿੱਚ ਅਸੈਸਮੈਂਟ ਕਰਦੇ ਆ ਵੀ ਗਾਂ ਨੂੰ ਕਿਹੋ ਜਿਹੇ ਟ੍ਰੈਂਡਸ ਹੋਣਗੇ, ਹੁਣ ਕਿਹੋ ਜਿਹਾ ਟ੍ਰੈਂਡ ਹੈ, ਕਿਹੋ ਜਿਹੀ ਜੌਬ ਦੀ ਲੋੜ ਹੈ, ਹੋਰ ਸਾਰਾ ਹੀ। ਤੇ ਇਹ ਜਿਹੜੇ ਖਾਸ ਕਰ ਆਪਣੇ ਜਿਹੜੇ ਹੁਣ ਵਿਦਿਆਰਥੀ ਤੇ ਹੋਰ ਲੋਕ ਅਪਲਾਈ ਕਰ ਰਹੇ ਆ, ਇੰਡੀਆ ਚੋਂ ਵੀ ਅਪਲਾਈ ਕਰਦੇ ਮੇਨਲੀ LMIA। ਇਹ ਜਿਹੜਾ ਹੈ ਪ੍ਰੋਗਰਾਮ, ਇਹ ਜਿਹੜੇ ਵਿਦੇਸ਼ਾਂ ਤੋਂ ਲੋਕ ਨੇ ਉਹਨਾਂ ਦੀ ਐਪਲੀਕੇਸ਼ਨ ਲਈ ਹੈ। ਤੋਂ ਵਿਦੇਸ਼ਾਂ ਤੋਂ ਤੁਸੀਂ ਉਹਨਾਂ ਦਾ ਲੈ ਸਕਦੇ ਹੋ ਜੇ ਉਹੋ ਜਿਹਾ ਕੰਮ ਇੱਥੇ ਹੈਗਾ, ਪਰ ਉਹ ਵਿਸ਼ੇਸ਼ ਕੰਮ ਲਈ ਇੱਥੇ ਲੇਬਰ ਨਹੀਂ ਮਿਲਦੀ ਲੋਕਲ ਜਾਂ ਕੈਨੇਡੀਅਨ। ਸੋ ਇਹ ਵਿਦੇਸ਼ੀਆਂ ਲਈ ਹੈਗਾ। ਇਹ ਇੰਡੀਆ ਚੋਂ ਵੀ ਅਪਲਾਈ ਕਰ ਸਕਦੇ ਆ ਤੇ ਇੰਡੀਆ ਚੋਂ ਹੁਣ ਕਰ ਵੀ ਰਹੇ ਆ। ਹੁਣ ਇਹ ਜਿਹੜਾ ਪ੍ਰੋਗਰਾਮ ਹੈ ਅਸਲ ਚ ਤਾਂ ਸੀਗਾ ਵੀ ਸਾਰਾ ਕੁਝ ਟ੍ਰੈਂਡਸ ਜਾਣਨ ਲਈ। ਇਹ ਫਿਰ ਇਹਨਾਂ ਲਈ ਜ਼ਰੂਰੀ ਆ ਜਦੋਂ LMIA ਲਈ ਅਪਲਾਈ ਕਰਦੇ ਆ ਤਾਂ ਉਹ 3 ਥਾਵਾਂ ਤੇ ਇਹਨਾਂ ਨੂੰ, ਮਤਲਬ ਜਿਹੜਾ ਮੰਨ ਲਓ ਮੈਂ EMPLOYER ਹਾਂ, ਮੈਨੂੰ ਇੱਕ ਵਿਸ਼ੇਸ਼ ਲੋੜ ਹੈ ਬੰਦੇ ਦੀ ਤੇ ਮੈਂ ਵਿਦੇਸ਼ ਵਾਲੇ ਨੂੰ ਰੱਖਣਾ ਚਾਹੁੰਦਾ, ਜੇ ਚਲੋ ਮੰਤਵ ਉਹਦੇ ਪਿੱਛੇ ਹੋਈ ਆ, ਪਰ ਫਿਰ ਵੀ ਉਹਦੇ ਲਈ ਇਹ ਕੰਡੀਸ਼ਨ ਹੈ ਕਿ ਉਹ ਲਗਾਤਾਰ 4 ਹਫ਼ਤੇ 3 ਜੌਬ ਸਾਈਟਸ ਤੇ ਉਹ ਆਪਣੀ ਐਡ ਪਾਵੇ। ਇੱਕ ਹੈਗੀ ਆ ਉਹਨੂੰ ਜੌਬ ਬੈਂਕ ਕਹਿੰਦੇ ਆ, ਦੂਜਾ ਇੰਡੀਜਨਸ ਵੈਬਸਾਈਟ ਹੈ ਜਿਹੜੇ ਇੱਥੇ ਦੇ ਮੂਲ ਵਾਸੀ ਆ, ਤੀਜਾ ਜਿਹੜਾ ਇਮੀਗ੍ਰੈਂਟ ਸਟੇਟਸ ਲਈ ਜੁਦਾ ਨਿਊ ਇਮੀਗ੍ਰੈਂਟਸ ਲਈ ਉਹਦੀ ਵੈਬਸਾਈਟ। ਤਿੰਨੀ ਥਾਂ ਹੀ ਪਾਵੇ 4 ਹਫ਼ਤੇ ਲਈ ਲਗਾਤਾਰ। ਤੇ ਉਹਦੀ ਫੀਸ ਜਨਰਲੀ EMPLOYER ਜਿਹੜਾ $1000 ਹੈ ਉਹ ਕੋਲੋਂ ਦਿੰਦਾ। ਪਰ ਕਿਉਂਕਿ ਅੱਜ ਜੋ ਕੁਝ ਸਾਡੇ ਹੁਣ ਧੰਦਾ ਚੱਲ ਰਿਹਾ, ਹੁਣ ਉਹ ਠੀਕ ਹੈ ਵੀ ਮੇਰੇ ਰਾਹੀਂ ਤਾਂ ਕਿਨੇ ਪੈਸੇ ਨਹੀਂ ਦਿੱਤੇ, ਪਰ ਜੋ ਅੱਜ ਤੁਸੀਂ ਹੁਣ ਜਿਵੇਂ ਮੈਂਸ਼ਨ ਕੀਤਾ ਬਈ ਜਿੰਨਾ ਚਿਰ ਚਾਰਜ ਨਹੀਂ ਹੁੰਦੇ ਬੰਦੇ ਤਾਂ ਆਪਾਂ ਉਹਨਾਂ ਨੂੰ ਇੰਡੋਸੈਂਟ ਹੀ ਕਹਾਂਗੇ, ਪਰ ਜੇ ਉਹਨਾਂ ਤੇ ਚਾਰਜਿਸ ਲੱਗੇ ਆ ਇਹਦਾ ਮਤਲਬ ਕੋਈ ਗੱਲ ਤਾਂ ਹੈ ਨਾ ਫਿਰ। ਹਾਂਜੀ, ਕਰਾਉਣ ਨੇ ਨਹੀਂ ਕਰਾਉਣ ਕਰਦਾ ਨਹੀਂ, ਬਿਲਕੁਲ। ਹਾਂਜੀ, ਇਸੇ ਜਨਰਲੀ ਇੱਥੇ ਨਹੀਂ ਕਰਦੇ। ਤੇ ਚਲੋ ਬਾਕੀ ਆਪਣੇ ਵਰਗੇ ਦੇਸ਼ਾਂ 'ਚ ਤੁਹਾਨੂੰ ਪਤਾ ਹੀ ਆ ਵੀ ਹੁਣ ਤਾਂ ਜਾਨੀ ਮੈਂ ਵਿੱਚੇ ਜੇ ਟੋਣਾ ਜਾਂ ਗੱਲ ਕਹਿ ਰਿਹਾ, ਮੈਨੂੰ ਤਾਂ ਕਈ ਵਾਰ ਏਦਾਂ ਲੱਗਦਾ ਇੱਥੇ ਨਾ ਹੋਣਾ ਵੀ ਜਿਸ ਢੰਗ ਨਾਲ ਅਸੀਂ ਚੱਲ ਰਹੇ ਆ, ਸਾਡੇ ਆਪਣੇ ਹੋਰ ਵੀ ਹੈਗੇ ਨੇ, ਪਰ ਮੈਂ ਆਪਣਿਆਂ ਦੀ ਆਪਾਂ ਗੱਲ ਕਰਦੇ ਵੀ ਅਸੀਂ ਤਾਂ ਟੈਕਸ ਦੇਣ ਤੋਂ ਵੀ ਗੁਰੇਜ਼ ਕਰਦੇ ਆ ਵੀ ਕਿਸੇ ਤਰ੍ਹਾਂ ਨਕਦੀ ਕੰਮ ਚੱਲ ਜੇ। ਕੰਸਟਰਕਸ਼ਨ 'ਚ ਕੀ ਹੋਰਾਂ 'ਚ ਕਈਆਂ ਦਾ ਹੈਗਾ, ਇਹ ਉਹ ਲੈਂਦੇ ਨੇ, ਯਾਨੀ ਜੇ ਟੈਕਸ ਹੀ ਨਹੀਂ ਦੇਣਾ ਤਾਂ ਫਿਰ ਇਤਰਾਜ਼ ਕਰਦੇ ਹੋ ਸਰਕਾਰਾਂ ਸਾਡਾ ਕੰਮ ਨਹੀਂ ਕਰਦੀਆਂ। ਹੁਣ ਇਹਦੇ ਵਿੱਚ ਆਹ ਜਿਹੜੀ LMIA ਆ, ਮੈਂ ਸਮਝਦਾ ਕਿ ਇਹਦੇ ਵਿੱਚ ਫੈਡਰਲ ਗਵਰਨਮੈਂਟ ਨੇ ਬੜਾ ਨਿਕੰਮਾ ਕੰਮ ਇਹਨਾਂ ਨੇ ਕੀਤਾ। ਕਾਫੀ ਦੇਰ ਵਿੱਚ ਉਧਰ ਚੱਲਦਾ LMIA ਚਾਹੀਦੀ ਆ, ਪਰ ਉਹ ਇੱਕ ਡਿਪਾਰਟਮੈਂਟ ਹੈ ਜਿਹੜਾ ਸਰਵਿਸ ਕੈਨੇਡਾ, ਉਹ ਅਸਲ ਚ ਲੈਂਦਾ ਸਾਰੀਆਂ ਐਪਲੀਕੇਸ਼ਨ ਤੇ ਉਹ ਮਗਰੋਂ ਇੰਟਰਵਿਊਜ਼ ਕਰਦਾ। ਹੁਣ ਇੱਥੇ ਆਪਾਂ ਬੇਸਿਕ ਤੇ ਮੈਂ ਆਵਾਂ ਵੀ ਜਦੋਂ ਫੋਰਨ ਵਰਕਰ ਕਰਨਾ ਲੈਣਾ ਹਾਇਰ ਕਰਨਾ, ਉਹਦੇ ਲਈ ਐਪਲੀਕੇਸ਼ਨ ਦੇਤੀ, ਉਹ 4 ਹਫ਼ਤੇ ਹੋ ਗਈ। ਉਹ ਫਿਰ ਜਿਹੜਾ ਸਰਵਿਸ ਕੈਨੇਡਾ ਵਾਲਾ ਆ, ਉਹ ਜਿਹੜਾ EMPLOYEE ਆ ਜਿਹਨੂੰ ਰੱਖਣਾ, ਉਹ ਤੇ EMPLOYER ਉਹ ਜਾਂਦੇ, ਉਹਨਾਂ ਦੀ ਇੰਟਰਵਿਊ ਵੀ ਉਹ ਕਰ ਸਕਦੇ ਆ, ਫਿਰ ਉਹ ਪੁੱਛਦੇ ਆ। ਅੱਛਾ ਜੀ। ਜਨਰਲੀ ਜਿਹੜਾ EMPLOYER ਹੈ, ਜੇ ਉਹਦੇ ਕੋਲ 5 ਫੁੱਲ ਅਰਬਨ ਏਰੀਏ 'ਚ ਜੇ 5 EMPLOYEE ਆ ਫੁੱਲ ਟਾਈਮ, ਪਾਰਟ ਟਾਈਮ ਨਹੀਂ, ਫੁੱਲ ਟਾਈਮ ਪਲੱਸ ਉਹਦਾ 1 ਮਿਲੀਅਨ ਐਸੈਟ ਉਹਦੇ ਕੋਲ ਪੈਸਾ ਹੈਗਾ, ਉਹ ਇੱਕ ਜੌਬ ਲਈ ਅਪਲਾਈ ਕਰ ਸਕਦਾ, ਇੱਕ ਜੌਬ ਲਈ। ਉਹ ਇਸੇ ਤਰ੍ਹਾਂ ਜੇ ਰੂਰਲ 'ਚ ਹੈ, ਉਹਦੇ ਕੋਲ 5 ਲੱਖ ਹੋਵੇ ਤੇ 3 ਫੁੱਲ ਟਾਈਮ ਵਰਕਰ ਹੋਣ, ਉਹ ਇੱਕ ਜੌਬ ਲਈ ਅਪਲਾਈ ਕਰ ਸਕਦਾ। ਹੁਣ ਆ ਜਿਹੜਾ ਧੰਦਾ ਹੁਣ ਆਪਣੀ ਕਮਿਊਨਿਟੀ ਚੱਲ ਰਿਹਾ, ਉਹਦੇ ਬਾਰੇ ਹੁਣ ਜਿੱਦਾਂ ਤੁਸੀਂ ਦੱਸਿਆ, ਤੇ ਚਲੋ ਮੈਂ ਵੀ ਲੋਕਾਂ 'ਚ ਹੀ ਰਹਿਣਾ, ਲੋਕ ਕਹਿੰਦੇ ਯਾਰ, ਕਈਆਂ ਨੇ ਮੈਨੂੰ ਕਈ ਵਾਰ ਫੋਰਸ ਵੀ ਕੀਤਾ ਤੁਸੀਂ ਲਿਖੋ,
ਚਲੋ ਹੁਣ ਮੈਂ ਸਮਝਦਾ ਚਲੋ ਤੁਹਾਡੇ ਨਾਲ ਤੁਹਾਡਾ ਪ੍ਰੋਗਰਾਮ ਵਧੀਆ ਆ, ਇਹ ਚ ਮੈਂ ਕਿਹਾ ਵੀ ਚਲੋ ਆਪਣਾ ਮੈਂ ਮਾੜਾ ਮੋਟਾ ਦੱਸ ਦਿੰਦਾ। ਇਹਦੇ ਲਈ ਸਾਡੀ ਕਮਿਊਨਿਟੀ ਖੁਦ ਵੀ ਜ਼ਿੰਮੇਵਾਰ ਹੈ। ਤੇ ਜਿਹੜੇ ਬੰਦੇ ਇੰਡੀਆ ਚ ਆਉਂਦੇ, ਚਲੋ ਆਪਾਂ ਇੰਡੀਅਨ ਦੀ ਗੱਲ ਕਰ ਲੈਂਦੇ, ਜਿਹੜੇ ਪੰਜਾਬ ਚ ਆਉਂਦੇ ਆ ਉਹ ਇੰਨਾ ਪੈਸਾ ਲਾ ਕੇ ਆਉਂਦੇ ਆ, ਉੱਥੋਂ ਜੋ ਕੁਝ ਹਾਲਾਤ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਅਸੀਂ ਉਦੋਂ ਭੱਜ ਕੇ, ਹੁਣ ਤਾਂ ਹਾਲਾਤ ਹੀ ਬੜੇ ਸਭ ਨੂੰ ਪਤਾ ਵੀ ਕਿਉਂ ਲੋਕ ਭੱਜਦੇ ਆ। ਹੁਣ ਉਹ ਬੰਦੇ 30,000 ਅੱਗੇ ਮੈਂ ਸੁਣਦਾ ਸੀ ਰੇਟ ਹੈ, ਹੁਣ 70,000 ਰੇਟ ਹੈ, ਉਹ ਕਿੱਥੋਂ ਪੈਸੇ ਲਿਆਉਣਗੇ? ਹੁਣ ਉਹ ਜਿਹੜਾ ਬਜਾਏ ਕਿ ਅਸੀਂ ਉਹਨਾਂ ਦਾ ਜਿਹੜੇ ਸਟੂਡੈਂਟ ਆਏ ਆ ਗਰੀਬ ਹੈ, ਚਲੋ ਮੈਂ ਤਾਂ ਇੱਕ ਪ੍ਰੋਫੈਸ਼ਨਲ ਤੌਰ ਤੇ ਇੰਗਲੈਂਡ ਗਿਆ, ਇੰਗਲੈਂਡ ਚੋਂ ਇੱਥੇ ਆ ਗਿਆ, ਪਰ ਜਿਹੜੇ ਬੰਦੇ ਅੱਗੇ ਆਏ ਸੀਗੇ ਟੂਟੋ ਜਿਹੜਾ ਹੋਣ ਵਾਲਾ, ਇਹਦੇ ਪਿਓ ਦੇ ਸਮੇਂ ਪੀ ਰਿਲੇਟਡ ਉਹ ਬੰਦਾ ਜੀਨੀਅਸ ਸੀ। ਉਹ ਜਦੋਂ ਆਉਂਦੇ ਸੀ ਬੰਦੇ ਲੋਕ ਰਿਫਿਊਜੀ ਜਾਂ ਜੋ ਵੀ, ਉਹ ਜਾਨੀ ਪਰਮਿਟ ਦੇ ਦਿੰਦੇ ਸੀ, ਕੰਮ ਲੱਭੋ ਜੀ, ਤੋਂ ਕੰਮ ਲੱਭ ਕੇ ਉਹਨੂੰ ਪਿੱਛੋਂ ਕਰ ਲੈਂਦੇ ਸੀ ਪਤਾ ਉਹਦੇ ਬਾਰੇ, ਤੇ ਜੌਬ ਦਾ ਪਤਾ ਕਰਕੇ ਪੱਕਾ ਕਰ ਦਿੰਦੀ ਸੀ। ਹੁਣ ਇਹ ਕੰਮ ਇਹਨਾਂ ਨੇ ਕਿਉਂ ਪ੍ਰਾਈਵੇਟ ਇਹ ਕਰ ਦਿੱਤਾ, ਇਹ ਵੀ ਬੜੀ ਗਲਤ ਹੈ। ਇਹ ਡਿਪਾਰਟਮੈਂਟ ਖੁਦ ਇਹਨਾਂ ਨੂੰ ਕਰਨਾ ਚਾਹੀਦਾ, ਆਪਣੀ ਜ਼ਿੰਮੇਵਾਰੀ ਲੈ ਕੇ ਅੱਗੇ ਵਾਂਗਰ ਕਰਨਾ ਚਾਹੀਦਾ। ਇੰਗਲੈਂਡ ਵਾਲਿਆਂ ਨੇ ਇਹ ਧੰਦਾ ਸਾਰਾ ਬੰਦ ਕਰ ਦਿੱਤਾ, ਹੁਣ ਪਿੱਛੇ ਜੇ ਉੱਥੇ ਵੀ ਇਹ ਚੱਲਦਾ ਸੀ, ਇਹ ਕਿਉਂ ਨਹੀਂ ਕਰ ਸਕਦੇ? ਇਹ ਹੋ ਸਕਦਾ। ਹੁਣ ਸਾਡੇ ਬੰਦੇ ਜੇ ਮਦਦ ਕਰਨੇ ਆ ਕਿ ਗਰੀਬਾਂ ਦੀ ਉਦਾਂ ਹੀ ਦੇ ਦੇਣ। ਗੱਲ ਅਸੀਂ ਸਾਨੂੰ ਰੱਜ ਨਹੀਂ ਆ ਰਿਹਾ, ਅਸੀਂ ਚਲੋ ਬਹੁਤੇ ਆਪਾਂ ਪੰਜਾਬੀ ਕਰਕੇ ਮੈਂ ਸਿੱਖੀ ਦੇ ਐਂਗਲ ਤੋਂ ਕਹਿ ਦਿੰਦਾ, ਬਾਬੇ ਨਾਨਕ ਦੀ ਤਾਂ ਗੱਲ ਕਰਦੇ ਆ, ਜਿਹੜੇ 21 ਸਾਲ ਤੁਰੇ ਫਿਰਦੇ ਰਹੇ, ਕਹਿੰਦੇ ਕਿਵੇਂ ਔਖਾ ਹੋਇਆ ਹੋ, ਉਹਦੇ ਨਾਂ ਤੇ ਅਸੀਂ ਮੈਂ ਸਮਝਦਾ ਵੀ ਸਿੱਖੀ ਨੂੰ ਕਲੰਕਿਤ ਕਰਨ ਵਾਲੀ ਵੀ ਗੱਲ ਹੋ ਰਹੀ ਆ। ਕਿਉਂਕਿ ਮੈਂ ਪਿੱਛੇ ਜੇ ਇੱਕ ਉਹ ਬੰਦੇ ਦੀ ਵੀਡੀਓ ਸੁਣੀ ਆ, ਉਹਨੇ ਵੀ ਗੁਰਦੁਆਰੇ ਦਾ ਨਾਂ ਲਿਆ। ਹੁਣ ਵੀ ਕਈ ਭਾਈ ਆਉਂਦੇ ਆ ਉੱਥੋਂ, ਉਹ ਭੱਜ ਜਾਂਦੇ ਆ, ਕਿਵੇਂ ਅਪਲਾਈ ਕਰਦੇ ਆ, ਖਰੇ ਏਦਾਂ ਦੀਆਂ ਗੱਲਾਂ ਚੱਲ ਰਹੀਆਂ ਸਾਡੀ ਕਮਿਊਨਿਟੀ 'ਚ। ਮੈਂ ਸਮਝਦਾ ਵੀ ਉਹ ਚਲੋ ਮੇਰੇ ਵਰਗੇ ਲਿਖਣ ਵਾਲੇ ਦਾ ਵੀ ਰੋਲ ਚੱਲਦਾ, ਪਰ ਤੁਹਾਡਾ ਵੀ ਬਹੁਤ ਹੈ, ਕਿਉਂਕਿ ਹੁਣ ਰੇਡੀਓ ਦਾ ਬਹੁਤ ਜ਼ਿਆਦਾ ਆ, ਤੁਸੀਂ ਕਰ ਵੀ ਰਹੇ ਹੋ ਇਹ ਕਮਿਊਨਿਟੀ ਨੂੰ ਸੁਧਾਰਨ ਲਈ। ਪਰ ਮੈਨੂੰ ਲੱਗਦਾ ਨਹੀਂ ਵੀ ਸੁਧਰਨ ਵਾਲੀ ਆ। ਹੁਣ ਇਹਦੇ ਨਾਲ ਹੀ ਜਦੋਂ LMI ਉਹ ਬੰਦਾ ਇਹਨੇ ਤਾਂ ਅਪਲਾਈ ਕਰ ਲਿਆ, ਉਹ ਚਿੱਠੀ ਮਿਲ ਗਈ, ਉਹ ਚਿੱਠੀ ਉਸ ਕੰਮ ਲਈ ਇੰਪਲੋਇਰ ਨੂੰ ਮਿਲੀ ਯਾਰ, ਨਾ ਕਿ ਉਸ ਬੰਦੇ ਨੂੰ। ਉਹ ਕਨਫਰਮੇਸ਼ਨ ਲੈਟਰ ਹੈ, ਉਹਨੂੰ 2 ਤੋਂ 3 ਮਹੀਨੇ ਲੱਗਦੇ ਆ, ਉਹ ਇੰਪਲੋਇਰ ਨੂੰ ਲੈਟਰ ਮਿਲਦਾ, ਨਾ ਕਿ ਜਿਹੜਾ ਇੰਪਲਾਈ ਆ। ਹੁਣ ਤੀਸਰੀ ਗੱਲ ਨਾਲ ਹੀ ਇਹਦੇ ਇੱਥੇ ਜੋ ਮੈਂ ਸੁਣਦਾ ਵੀ ਜੀ ਦੇ ਦਿੰਦੇ ਆ ਉਹਨੂੰ, ਉਹ 30,000 50,000 70,000 ਲੈ ਲੈਂਦੇ ਆ, ਮਗਰ ਉਹ ਕਹਿੰਦੇ ਜਿੱਥੇ ਮਰਜ਼ੀ ਤੁਰਿਆ ਫਿਰ ਲੱਭ ਕੰਮ ਆਪੇ। ਇੱਕ ਦੂਜੇ ਜਿਹੜੇ ਉਹਨੂੰ ਫਿਰ ਰੱਖ ਲੈਂਦੇ ਆ, ਉਹਦੇ ਨਾਲ ਇਹ ਵੀ ਸਾਨੂੰ ਸਮਝ ਲੋੜ ਹੈ, ਜੋ ਤਨਖਾਹ ਜਿਹੜੀ ਦਿੰਦੇ ਆ, ਮੰਨ ਲਓ ਲੈਟਰ ਦੇ ਉੱਪਰ ਲਿਖਿਆ ਆ $25 ਘੰਟੇ ਦੇ, ਕਿਉਂਕਿ ਲਿਖਣਾ ਪੈਂਦਾ ਨਾ ਸਟੈਂਡਰਡ। ਉਹ ਜਿਹੜਾ ਫਾਰਮ ਹੈ LMI ਉਹ ਬਕਾਇਦਾ ਡਿਸਕਸ਼ਨ ਹੁੰਦੀ ਹੈ ਸਰਵਿਸ ਕੈਨੇਡਾ ਨਾਲ। ਉਹ ਜੇ 25 ਤੁਹਾਨੂੰ ਮੈਂ ਤੁਹਾਨੂੰ ਰੱਖ ਲਿਆ, ਤੁਹਾਡੇ ਮੈਂ ਲੈਟਰ ਤੇ $25 ਘੰਟੇ ਦੇ ਲਿਖ ਦਿੱਤਾ, ਤੁਹਾਨੂੰ ਮੈਂ 25 ਦਾ ਹੀ ਚੈੱਕ ਦੇਣਾ, ਪਰ ਨਾਲ ਮੈਂ ਕਹਿਣਾ ਜੀ ਤੁਸੀਂ 13 ਮੈਨੂੰ ਮੁੜ ਕੇ ਦੇਣੇ, ਤੁਸੀਂ ਤਾਂ 12 ਹੀ ਰੱਖਣੇ ਆ। ਜੇ ਤੁਸੀਂ ਮੈਨੂੰ 13 ਨਹੀਂ ਮੁੜ ਕੇ ਦੇਣੇ ਤਾਂ ਇੱਥੋਂ ਤੁਰਦਾ ਹੋ। ਉਹਦਾ 20 30 50 60 70,000 ਵੀ ਗਿਆ ਤੇ ਤਨਖਾਹ ਵੀ ਗਈ। ਹੁਣ ਉਹ ਬੰਦੇ ਨੂੰ ਲਾਲਚ ਹੈ ਮੇਰੇ ਵਰਗੇ ਨੂੰ ਵੀ ਮੈਂ ਮਾਂ ਪਿਓ ਦਾ ਇੰਨਾ ਖਰਚ ਕਰਕੇ ਆਇਆ। ਹੁਣ ਇੱਥੇ ਸੁਸਾਈਡ ਵੀ ਇੱਕ ਬੰਦੇ ਨੇ ਆਪਣੇ ਨੌਜਵਾਨ ਨੇ ਕਰ ਲਿਆ ਵੀ ਉਹ ਇੰਪਲੋਇਡ ਆਪਣਾ ਹੈ, ਉਹਨੇ ਉਹਦੇ ਪੈਸੇ ਨਹੀਂ ਦਿੱਤੇ। ਹੁਣ ਸਟੂਡੈਂਟ ਨੂੰ ਪਤਾ, ਉਹ ਦੱਸਦੇ ਨਹੀਂ ਕਿਉਂਕਿ ਉਹ ਡਰਦੇ ਸਾਡੇ ਗਾਂ ਦੂਜੇ ਇੰਪਲਾਇਰ ਨੇ ਸਾਨੂੰ ਨਾ ਕਰ ਦੇਵੇ। ਮੇਰਾ ਮਤਲਬ ਸਾਡੇ ਇਸ ਗੱਲ 'ਚ ਇੰਨਾ ਗੰਦ ਪੈ ਗਿਆ, ਅਸੀਂ ਇੰਨੇ ਬੇਈਮਾਨ ਹੋ ਗਏ, ਸਾਡੀ ਜ਼ਮੀਰ ਹੀ ਮਰ ਗਈ। ਤੇ ਮੈਂ ਸਮਝਦਾ ਵੀ ਜਿਹੜੇ ਨਹੀਂ ਬੋਲਦੇ, ਮੇਰਾ ਇੱਕ ਜਨਰਲੀ ਮੈਂ ਕਹਿੰਦਾ ਹੁੰਦਾ ਆਪਣੇ ਦੋਸਤਾਂ ਨੂੰ ਵੀ ਇੱਕ ਕਿਤੇ ਅੱਗ ਲੱਗੀ ਹੋਈ ਸੀ, ਮਾਸ਼ਕੀ ਲੱਗੀ ਹੋਈ ਸੀ, ਜਹਾਜ਼ ਲੱਗੇ ਹੋਏ ਸੀ, ਪਾਣੀ ਸੀ ਟੰਡਾ ਕਿ ਚਿੜੀ ਵਿੱਚੋਂ ਚ ਭਰਦੀ ਸੀ। ਉਹਨੂੰ ਦੂਜਾ ਕਹਿੰਦਾ ਵੀ ਤੇਰੀ ਚੁੰਝ ਨਾਲ ਕੀ ਬਣਨਾ? ਉਹ ਕਹਿੰਦੀ ਜਦੋਂ ਇਤਿਹਾਸ ਲਿਖਿਆ ਜਾਊ ਘੱਟੋ ਘੱਟ ਮੈਂ ਕਹਿ ਤਾਂ ਸਕੂੰ ਮੈਂ ਵੀ ਆਪਣਾ ਰੋਲ ਅਦਾ ਕੀਤਾ। ਸੋ ਮੈਂ ਸਮਝਦਾ ਵੀ ਸਾਡਾ ਇਹ ਰੋਲ ਹੈ ਥੋੜਾ ਬਹੁਤਾ ਇਹ ਕਰਨ ਦਾ, ਵੀ ਕਰਨਾ ਚਾਹੀਦਾ। ਜਿਹੜੀ ਬੁਰਾਈ ਆ ਉਹਦੇ ਖਿਲਾਫ ਡਜ਼ਨਟ ਮੈਟਰ ਕਿਹੜੀ ਆ, ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਮੈਂ ਹੁਣ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ, 10 ਸਾਲ ਤੋਂ ਮੈਂ ਐਕੈਡੈਮਿਕ ਹੀ ਆ, ਪਰ ਕਿਉਂਕਿ ਐਕੈਡੈਮਿਕ ਦਾ ਕੰਮ ਇਹ ਤਾਂ ਨਹੀਂ ਆ ਵੀ ਕਿਸੇ ਬੁਰਜ ਤੇ ਜਾ ਕੇ ਇਕਾਂਤ 'ਚ ਬਹਿ ਜਾਣਾ, ਲੋਕਾਂ ਦਾ ਕੰਮ ਕਰਨਾ ਹੁੰਦਾ। ਹੁਣ ਇਹਦੇ ਨਾਲ ਮੈਂ ਇੱਕ ਜਿਹੜੀ ਹੋਰ ਗੱਲ ਕਹਿਣੀ ਚਾਹੁੰਦਾ ਵੀ ਇੱਕ PNP ਪ੍ਰੋਗਰਾਮ ਵੀ ਹੈਗਾ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ। ਉਹਦੇ 86 ਡਿਫਰੈਂਟ ਪ੍ਰੋਗਰਾਮਸ ਨੇ। ਹੁਣ ਬਹੁਤ ਸਾਰੇ ਆਪਣੇ ਬੱਚੇ
ਕਈਆਂ ਨੇ ਨਿਊ ਬ੍ਰੰਸਬਿਕ ਵਗੈਰਾ ਜਾ ਕੇ ਨੋਵਾ ਸਕੋਸ਼ੀਆ ਚ ਅਪਲਾਈ ਕੀਤਾ, ਉੱਥੇ ਈਜ਼ੀਅਰ ਹੈ। ਉਹ PNP ਦੇ 600 ਪੁਆਇੰਟਸ ਹੈ। ਇੱਕ ਫੈਡਰਲ ਗਵਰਨਮੈਂਟ ਦਾ ਐਕਸਪ੍ਰੈਸ ਜਿਹੜਾ ਪ੍ਰੋਗਰਾਮ ਹੈ ਇਹਨਾਂ ਵਿੱਚ ਹੀ LMI ਦੇ ਵਿੱਚ ਹੀ ਵਿਦੇਸ਼ੀਆਂ ਲਈ, ਉਹ ਐਕਸਪ੍ਰੈਸ ਜੇ ਤੁਹਾਨੂੰ 300 400 ਨੰਬਰ ਹੀ ਮਿਲਦਾ, ਤੁਹਾਨੂੰ ਮੰਨ ਲਓ 500 ਚਾਹੀਦਾ, ਇਹ PNP ਨਾਲ 600 ਪੁਆਇੰਟ ਮਿਲ ਜਾਂਦੇ ਆ। ਉਹ ਫਿਰ ਅਪਲਾਈ ਕਰਕੇ ਜਦੋਂ ਮਿਲ ਜਾਂਦਾ ਤੇ ਉਹ ਫਿਰ 900 ਹੋ ਜਾਂਦਾ, ਤੁਹਾਨੂੰ ਐਕਸਪ੍ਰੈਸ ਹੋ ਜਾਂਦਾ ਕੁਇਕ। ਪਰ PNP ਇੱਥੇ ਵੀ ਸੀਗਾ ਆਪਣੇ ਪ੍ਰੋਵਿੰਸ ਵੀ। ਇੱਕ ਗੱਲ ਇਸ ਆ ਜਿਹੜੀ ਹੁਣ ਹਾਕਮ ਆਏ ਨੇ, ਮੈਂ ਇਹਨਾਂ ਦੇ ਪਾਰਟੀ ਨਾਲ ਕਈਆਂ ਗੱਲਾਂ ਤੇ ਸਹਿਮਤ ਨਹੀਂ, ਪਰ ਇਹਨਾਂ ਨੇ ਇੱਕ ਵਧੀਆ ਕੰਮ ਕੀਤਾ ਵੀ PNP ਚ ਵੀ ਕਈ ਆਪਣੇ ਬੰਦਿਆਂ ਨੇ ਅੰਦਰ ਆਪਣੇ ਸੈੱਲ ਪੈਦਾ ਕਰ ਲਏ ਸੀ। PNP ਵੀ ਜਿਵੇਂ ਮਿਲਦੀ ਸੀ, ਹੁਣ ਇਹਨਾਂ ਨੇ ਹੈਰੀ ਬੈਂਸ ਨੇ ਆਣ ਕੇ ਮੈਂ ਸਮਝਦਾ ਵੀ ਉਹਨੂੰ ਡੱਕ ਲਾਤਾ। ਤਨਖਾਹਾਂ ਆਪਣੀਆਂ ਕਈ ਮਾਰਦੇ ਸੀ, ਉਹਦੇ ਲਈ ਉਹਨੇ ਚਲੋ 2 ਕਾਨੂੰਨ ਕੁਛ ਬਣਾਤੇ ਵੀ 2 ਸਾਲ ਦੇ ਅੰਦਰ ਅੰਦਰ ਅਪਲਾਈ ਕਰੋ। ਮੇਰਾ ਮਤਲਬ ਗਿੱਲ ਸਾਹਿਬ, ਇਹ ਇੱਕ ਪੱਖ ਨਹੀਂ LMI ਦਾ। LMI ਲੈਣੀ, ਉਹਦੇ ਲਈ ਫਿਰ ਪੈਸੇ ਦੇਣੇ, ਫਿਰ ਕੰਮ ਕਰਨਾ, ਉਹਦੀ ਤਨਖਾਹ ਵੀ ਪੂਰੀ ਨਹੀਂ ਮਿਲਣੀ, ਫਿਰ ਉਹਨੂੰ ਡਰਾਵਾ ਦੇਣਾ। ਜੋ ਆਪਣੀਆਂ ਕੁੜੀਆਂ, ਇੱਕ ਦਿਨ ਮੈਂ ਤੁਹਾਨੂੰ ਪਿੱਛੇ ਮਿਸਾਲ ਦੇਣਾ, ਲੰਬਾ ਹੋ ਜਾਣਾ, ਸੌਰੀ ਇਹਦੇ ਲਈ। ਮੈਂ ਇੱਕ ਦਿਨ ਮੈਂ ਪੈਂਡੈਮਿਕ ਤੋਂ ਪਹਿਲਾਂ ਮੈਂ ਕਿਤੇ ਗੁਰਦੁਆਰੇ ਗਿਆ ਸੀ, ਉੱਥੇ ਲਾਗੇ ਜਿਹਨੂੰ ਮੈਂ ਮਿਲਣਾ ਸੀ ਲੇਟ ਹੋ, ਉੱਥੇ ਅਸੀਂ ਗਏ ਨਹੀਂ ਸੀ ਤੇ ਮੈਂ ਉਹਦੇ ਇੱਕ ਰੈਸਟੋਰੈਂਟ 'ਚ ਬਹਿ ਗਿਆ। ਉੱਥੇ ਚਲੋ ਮੈਂ ਮੈਕਡੋਨਲਡ ਸੀ, ਉੱਥੇ ਬੈਠਾ ਮੈਂ ਆਪਣਾ ਪੜ੍ਹਦਾ ਤੇ ਲਿਖਣ ਲੱਗ ਗਿਆ। ਮੈਂ ਕਿਹਾ ਮੇਰੇ ਕੋਲ ਪੌਣਾ ਘੰਟਾ ਹੈਗਾ, ਮੈਂ ਅਰਲੀ ਚਲਾ ਗਿਆ। ਉਹ ਕੁੜੀ ਇੱਕ ਦੇਖਦੀ ਰਹੀ, 15 ਮਿੰਟ ਹੀ ਉਹ ਆਪਣੀ ਕੁੜੀ ਮੇਰੇ ਕੋਲ ਆ ਗਈ, ਕਹਿੰਦੀ ਅੰਕਲ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਵੀ ਮੈਂ ਤਾਂ ਰਿਟਾਇਰਡ ਬੰਦਾ, ਬਿੱਲ ਆਇਆ। ਚਲੋ ਗੱਲ ਕਹਿੰਦੀ ਵੀ ਮੈਂ UBC ਪੜ੍ਹਨ ਜਾਣਾ, ਹੋ ਰਿਹਾ। ਗੱਲਾਂ ਕਰਦੀ ਤੇ ਉਹਨੂੰ ਦੱਸਿਆ ਵੀ ਇੱਕ ਮੇਰੀ ਸਹੇਲੀ ਆ, ਉਹਦੇ ਨਾਲ ਕੀ ਵਾਪਰ ਰਿਹਾ ਆ। ਮਤਲਬ ਜਿਹੜੇ ਸਾਡੇ ਸਟੂਡੈਂਟਸ ਹੈ ਕੰਮਾਂ ਤੋਂ, ਉਹਨਾਂ ਤਨਖਾਹ ਹੀ ਨਹੀਂ, ਬਾਕੀ ਵੀ ਤੁਸੀਂ ਗੱਲਾਂ ਸਮਝਦੇ ਹੋ ਵੀ ਕਿਵੇਂ ਉਹ ਕਹਿੰਦੀ ਵੀ ਕਿਵੇਂ ਹਰਾਸਮੈਂਟ ਹੁੰਦੀ ਆ। ਰੀਅਲੀ ਮੇਰੇ ਅੱਖਾਂ 'ਚ ਅੱਥਰੂ ਆ ਗਏ। ਉਹ ਮੈਨੂੰ ਕੁੜੀ ਕਹਿੰਦੀ ਅੰਕਲ ਤੁਹਾਡੇ ਕਾਹਤੇ? ਮੈਂ ਕਿਹਾ ਮੇਰੀ ਪੋਤੀ ਯੂਨੀਵਰਸਿਟੀ 'ਚ ਪੜ੍ਹਦੀ ਆ। ਮੈਂ ਕਿਹਾ ਜੇ ਮੇਰੀ ਪੋਤੀ ਨਾ ਏਦਾਂ ਹੋਵੇ, ਤੇ ਮੈਂ ਕਿਹਾ ਫਿਰ ਮੇਰੀ ਪੋਤੀ ਵਰਗੀ ਆ ਨਾ। ਬਿਲਕੁਲ ਉਹ ਕੁੜੀ, ਹਾਂ, ਉਹ ਮੈਨੂੰ ਹੱਕ ਕਰਨਾ ਚਾਹੇ, ਮੈਂ ਕੋਈ ਨੀ ਬੇਟਾ ਕਰ ਲਾ। ਮਤਲਬ ਉਹ ਬੱਚੇ ਤਾਂ ਹਮਦਰਦੀ ਚਾਹੁੰਦੇ ਆ, ਅਸੀਂ ਉਹਨਾਂ ਦਾ ਜੀ ਇਹ ਨਹੀਂ ਕਰ ਸਕਦੇ। ਜੇ ਮੈਨੂੰ ਇਹ ਨਹੀਂ ਲੱਗਦਾ ਵੀ ਉਹ ਜਿਹੜੀ ਕੁੜੀ ਆ ਉਹ ਮੇਰੀ ਧੀ ਆ ਜਾਂ ਮੇਰੀ ਪੋਤੀ ਆ, ਅਸੀਂ ਇੰਨੇ ਵੀ ਹੁਣ ਨਿਕਲ ਗਏ। ਉਹ ਜਿਹੜਾ ਸ਼ੋਸ਼ਣ ਹੋ ਰਿਹਾ ਸਾਡੇ ਸਟੂਡੈਂਟਸ ਦਾ, ਖਾਸ ਕਰ ਫੀਮੇਲਸ ਦਾ, ਔਰ ਜਿਹੜੀਆਂ ਕੁੜੀਆਂ ਇੱਥੇ ਆਉਂਦੀਆਂ ਉਹਨਾਂ ਨਾਲ ਜੋ ਹਸ਼ਰ ਹੁੰਦਾ, ਸੋ ਇਹ LMI ਦਾ ਸਾਰੀ ਦਾ ਹੀ ਹਿੱਸਾ ਆ ਇੱਕ। ਤੇ ਮੈਂ ਤਦ ਬਦਲ ਲਿਆ ਜ਼ਿਆਦਾ ਵੀ ਤਾਂ ਕਿ ਲੋਕਾਂ ਨੂੰ ਪਤਾ ਚਾਹੀਦਾ ਵੀ ਹੋ ਕੀ ਰਿਹਾ, ਔਰ ਉਹਦੇ ਲਈ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ, ਔਰ ਸਾਨੂੰ ਉਹਨੂੰ ਕੰਡੈਮਨੇਸ਼ਨ ਚਾਹੀਦੀ ਆ। ਸੋ ਉਹਦੇ ਲਈ ਜਿਹੜਾ ਤੁਸੀਂ ਵਿੱਚ ਕੀਤਾ ਮੈਕਡੋਨਲਡ ਲੌਰੀਏ ਇੰਸਟੀਚਿਊਟ, ਉਹ ਬਿਲਕੁਲ ਕਰੋਗੇ। ਉਹ ਰਾਈਟ ਵਿੰਗ ਇੰਸਟੀਚਿਊਟ ਹੈ, ਔਰ ਜੋ ਕਰਦਾ ਉਹਦੇ ਡੋਨਰਸ ਕਿਹੜੇ ਨੇ, ਮੇਰੇ ਕੋਲ ਲਿਸਟ ਹੈਗੀ, ਮੈਂ ਤੁਹਾਨੂੰ ਪਹਿਲਾਂ ਦਊਂਗਾ। ਉਹ ਸਾਰਾ ਹੀ ਉਹ ਜੋ ਰਿਪੋਰਟ ਆਈ ਆ ਉਹਦੇ ਬਾਰੇ ਉਦਣ ਮੈਂ ਡਿਟੇਲਡ ਆਪਾਂ ਘੰਟਾ ਜਿੱਦਾਂ ਵੀ ਤੁਸੀਂ ਚਾਹੋਗੇ ਆਪਾਂ ਕਰ ਲਾਂਗੇ। ਸੋ ਮੈਂ ਦੁਬਾਰਾ ਫਿਰ LMI ਦੀ ਲੋਕੋ, ਮੈਂ ਤਾਂ ਕਹਿੰਦਾ ਵੀ ਚਾਹੇ ਉਹ ਹਿੰਦੂ ਆ, ਸਿੱਖ ਹੈ, ਉਹਨਾਂ ਦਾ ਕੋਈ ਨਾ ਕੋਈ ਧਰਮ ਤਾਂ ਹੈਗਾ ਨਾ, ਕੋਈ ਅਮੀਰ ਉਹਨਾਂ ਦੀ ਜ਼ਮੀਰ ਤਾਂ ਹੈਗੀ ਆ। ਇਸ ਲਈ ਜਾਗੋ। ਸਾਡਾ ਬਾਬਾ ਨਾਨਕ ਏਦਾਂ ਹੀ ਹੋਰ ਚੰਗੇ ਚੰਗੇ ਬੰਦੇ ਜਿਹੜੇ ਤੁਰੇ ਫਿਰਦੇ ਰਹੇ, ਉਹਨਾਂ ਨੇ ਇੰਨਾ ਸਾਡੇ ਲਈ ਕੀਤਾ। ਅਸੀਂ ਇੰਨਾ ਵੀ ਗਿਰ ਗਏ ਵੀ ਸਾਤੋਂ ਆਪਣੇ ਬੰਦਿਆਂ ਦੀ ਸਹਾਇਤਾ ਨਹੀਂ ਹੁੰਦੀ, ਔਰ ਜੇ ਕੋਈ ਮਾੜਾ ਕਰਦਾ ਅਸੀਂ ਉਹਦੇ ਖਿਲਾਫ ਤੁਰ ਨਹੀਂ ਸਕਦੇ। ਲਾਸਟ 'ਚ ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ ਸਾਡੇ MPs ਨੇ, ਕਿਉਂਕਿ ਪ੍ਰੋਵਿੰਸ ਵਾਲੇ ਕਰ ਨਹੀਂ ਸਕਦੇ, ਉਹਨਾਂ ਨੇ ਤਾਂ ਜਿੰਨਾ ਕਿ NDP ਨੇ ਕਰਨਾ ਕਰਤਾ। ਮੈਂ ਉਹਦਾ ਸ਼ਲਾਘਾ ਕਰਦਾ ਉਹਨਾਂ ਦਾ ਵੀ ਬਹੁਤ ਵਧੀਆ NDP ਨੇ ਜਾਂ ਹੈਰੀ ਬੈਂਸ ਨੇ ਕੀਤਾ। ਪਰ ਸਾਡੇ ਜਿਹੜੇ MPs ਹੈ ਗਿੱਲ ਸਾਹਿਬ, ਉਹਨਾਂ ਦਾ ਵੀ ਫਰਜ਼ ਬਣਦਾ ਵੀ ਉਹ ਵੀ ਜਦੋਂ ਜਿੱਥੇ ਧੂਆਂ ਨਿਕਲਦਾ ਉੱਥੇ ਅੱਗ ਜ਼ਰੂਰ ਹੁੰਦੀ ਆ। ਮੈਂ ਇਹ ਨਹੀਂ ਮੰਨ ਸਕਦਾ ਵੀ ਸਾਡੇ MPs ਨੂੰ, ਖਾਸ ਕਰ ਚਾਹੇ ਉਹ ਟੋਰਾਂਟੋ ਰਹਿੰਦਾ ਤੇ ਚਾਹੇ ਇੱਥੇ ਰਹਿੰਦੇ, ਵੀ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਬਿਲਕੁਲ ਪਤਾ ਨਾ ਹੋਵੇ। ਫਿਰ ਬਿਲਕੁਲ ਪਤਾ। ਮੈਂ ਕਹਿੰਦਾ ਵੀ ਗੋਰੇ MPs ਨੂੰ ਮੈਂ ਆਪ ਦੱਸਿਆ, ਉਹ ਕਹਿੰਦੇ ਜੀ ਤੁਸੀਂ ਹੁਣ ਫਿਰ ਉਹਨਾਂ ਨੂੰ ਲੈਟਰ ਲਿਖੋ। ਮੈਂ ਉਹਨੂੰ ਕਿਹਾ ਜੀ ਵੀ ਤੁਸੀਂ, ਮੈਂ ਕਿਹਾ ਤੂੰ ਗੋਰਾ ਆ, ਮੈਂ ਕਿਹਾ ਤੂੰ ਮੇਰਾ MP ਆ, ਤੈਨੂੰ ਇਸ ਲਈ ਚੁਣਿਆ
ਵੀ ਤੂੰ ਸਾਡੇ ਜਿਹੜੇ ਮਸਲੇ ਤੂੰ ਗਾਂ ਲੈ ਜਾਣੇ, ਜੇ ਤੈਨੂੰ ਵੀ ਮੈਂ ਲਿਖ ਕੇ ਦੇਣਾ ਤੇ ਫਿਰ ਤੇਰੀ ਲੋੜ ਕੀ ਆ? ਤੂੰ ਤਨਖਾਹ ਕੁੱਟਣ ਡਿਆ। ਮੈਂ ਕਿਹਾ ਹੁਣ ਮੈਂ ਅਖਬਾਰ ਚ ਲਿਖੂੰਗਾ, ਫਿਰ ਕੋਲ ਨਾ ਲਿਖਣਾ, ਹੁਣ ਮੈਂ ਉਹਨੂੰ ਮੰਡੇ ਨੂੰ ਫਿਰ ਮਿਲਣਾ। ਮੇਰਾ ਮਤਲਬ ਕਹਿਣ ਦਾ ਵੀ ਇਹ ਆਪ ਕਿਉਂ ਨਹੀਂ ਉਠਾ ਸਕਦੇ, ਕੀ ਰੀਜ਼ਨ ਹੈ? ਤੇ ਇਹ ਜਿਹੜੇ ਕੈਸ਼ ਲੈਂਦੇ, ਉਹ ਜਿਹੜੇ ਕੈਸ਼ ਲਾਸਟ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ CRA ਆ, ਸਾਡਾ ਰੈਵਨਿਊ ਪਲੈਨਟ ਆਇਆ, ਇਹਨਾਂ ਨੂੰ ਪਤਾ ਨਹੀਂ ਜੇ ਮੈਂ ਗੁਰਨਾਮ ਸਿੰਘ ਦਾ ਇੰਨਾ ਕੁ ਕੰਮ ਹੈ, ਇਹਨੂੰ ਜੀ ਸਾਲ ਚ 5 ਲੱਖ ਬਣ ਸਕਦਾ। ਆ ਜਿਹੜਾ ਬਾਕੀ ਦਾ ਫਿਰ ਉਹ ਮੈਨੂੰ ਕੋਈ ਕਹਿੰਦਾ ਗੱਲਾਂ ਕਰਦਾ ਤੇ ਕਹਿੰਦਾ ਜੀ ਆਪਣੀ ਵਾਈਫ ਨਾਲ, ਆਪਣੇ ਸਾਲੇ ਨਾਲ, ਧੀ ਨਾਲ, ਨੂੰਹ ਦੇ ਨਾਲ ਨਾਮਾਂ ਤੇ ਕਰ ਦਿੰਦੇ। ਮੈਂ ਕਿਹਾ ਵੀ ਉਹਨਾਂ ਦਾ CRA, ਉਹਨਾਂ ਦਾ ਵੀ ਅਕਾਊਂਟ ਲੱਭ ਲਵੇ, ਲੱਭ ਕੇ ਉਹਨਾਂ ਨੂੰ ਪੁੱਛੇ ਇਹਨਾਂ ਦੀਆਂ ਤਨਖਾਹਾਂ ਕਿੰਨੀਆਂ, ਇਹ ਪੈਸੇ ਕਿੱਥੋਂ ਆ ਗਏ, ਇਹ ਕੱਢਣਾ ਹੋਵੇ ਕੋਈ ਔਖਾ ਨਹੀਂ। ਮੈਂ ਇਹ ਵੀ ਨਹੀਂ ਕਹਿ ਰਿਹਾ ਵੀ ਲਿਬਰਲ ਸਰਕਾਰ ਨਿਕੰਮੀ ਆ, ਪਰ ਇਸ ਮਸਲੇ ਤੇ ਮੈਂ ਸਮਝਦਾ ਵੀ ਬਿਲਕੁਲ ਨਿਕੰਮੀ ਆ। ਉਹਨਾਂ ਨੇ ਗਲਤ ਕੀਤਾ, ਬੜੀ ਦੇਰ ਲਾਈ ਆ। ਅਜੇ ਵੀ ਜੇ ਉਹਨੇ ਸਾਰਿਆਂ ਨੂੰ ਨਾ ਫੜਿਆ, ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਹੈ, ਲੋਕ ਦੱਸਣ ਨੂੰ ਤਿਆਰ ਹੈ, ਪਰ ਪ੍ਰੂਫ ਉਹਨਾਂ ਨੇ ਲੱਭਣਾ। ਮੇਰੇ ਕੋਲ ਪ੍ਰੂਫ ਨਹੀਂ ਹੈ, ਉਹ ਬੜਾ ਮੁਸ਼ਕਲ, ਤੁਹਾਡੇ ਲਈ ਵੀ ਮੁਸ਼ਕਲ ਹੈ, ਤੁਸੀਂ ਵੀ ਨਹੀਂ ਕਰ ਸਕਦੇ। ਤੁਸੀਂ ਵੀ ਉਹਨਾਂ ਹੀ ਦੱਸ ਸਕਦੇ ਹੋ ਜਿੰਨਾ ਵਿਦਿਨ ਲਿਮਿਟਸ ਆ ਲਾਅ ਦੇ। ਬਿਲਕੁਲ। ਸੋ ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਮੈਂ ਸਮਝਦਾ ਵੀ ਸਾਨੂੰ ਇਹਦੇ ਲਈ ਤੁਸੀਂ ਜਿਹੜਾ ਹੰਭਲਾ ਮਾਰਿਆ ਬਹੁਤ ਵਧੀਆ, ਸ਼ਲਾਘਾਯੋਗ ਹੈ। ਇਹ ਕਮਿਊਨਿਟੀ ਦਾ ਇਦਾਂ ਦੇ ਕੰਮ ਜਿਹੜੇ ਜਿੱਥੇ ਮਾੜੇ ਹੁੰਦੇ ਆ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ, ਚਾਹੇ ਉਹ ਵਰਕਰ ਹੈ ਤੇ ਚਾਹੇ ਕੋਈ ਵੀ ਹੈ। ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਖਾਲਸਾ ਵਾਹਿਗੁਰੂ ਜੀ ਫਤਿਹ। ਡਾਕਟਰ ਗੁਰਨਾਮ ਸਿੰਘ ਸੰਘੇੜਾ ਜੀ ਕਰ ਰਹੇ ਸਨ। ਹੁਣ ਉਹ ਅਕੈਡੈਮਿਕ ਪ੍ਰੋਫੈਸਰ ਦੇ ਤੌਰ ਤੇ ਸਰਵ ਕਰਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਖੋਜ ਆਧਾਰਿਤ। ਤੇ ਪਿਛਲੇ ਦਿਨੀ ਉਹਨਾਂ ਦਾ ਨਾਂ ਛਪਿਆ ਕਿ ਮੈਕਡੋਨਲਡ ਲੌਰੀਏ ਇੰਸਟੀਚਿਊਟ ਦੇ ਵਿੱਚ ਟੈਰੀ ਮਲਸਕੀ ਦੇ ਖਿਲਾਫ ਉਹਨਾਂ ਨੇ ਲਿਖਿਆ। ਬੜਾ ਚੰਗਾ ਲੱਗਿਆ ਵੀ ਬੁੱਧੀਜੀਵੀਆਂ ਨੂੰ ਦਾ ਸਟੈਂਡ ਇਹਦੇ ਤੇ ਜ਼ਰੂਰ ਚਾਹੀਦਾ। ਤੇ ਹੁਣ ਉਹਨਾਂ ਨੇ ਦੱਸਿਆ ਵੀ ਗੱਲ ਬੜੀ ਵਧੀਆ ਸੀ ਕਿ ਠੀਕ ਹੈ, ਇੱਕ ਬੰਦਾ ਕਹਿੰਦੇ ਉਹ ਟੱਬਰ ਦੇ ਨਾਂ ਕਰਾਉਂਦਾ, ਟੱਬਰ ਦਾ ਕਿਤੇ ਸਿਮ ਨੰਬਰ ਜਾਂ CRA ਕੋਲ ਹੈ ਨਹੀਂ, ਟੱਬਰ ਨੂੰ ਪੁੱਛ ਨਹੀਂ ਸਕਦੇ ਵੀ ਤੂੰ ਬੰਦੇ ਨੂੰ ਪਿਓ ਨੂੰ, ਮਾਂ ਨੂੰ, ਘਰ ਵਾਲੇ ਵੀ ਤੁਸੀਂ ਕਰਦੇ ਕੁਛ ਹੈ ਨਹੀਂ ਆ, ਤੁਹਾਡੇ ਕੋਲ 2-2 ਮਿਲੀਅਨ 3-3 ਮਿਲੀਅਨ ਦੇ ਘਰ ਕਿੱਥੋਂ ਆ ਗਏ? ਵਪਾਰਕ ਸਮੇਸ਼ਾਂ ਤੋਂ ਬਾਅਦ ਡੇਵ ਹਾਂਸ ਉਹਨਾਂ ਨਾਲ ਗੱਲਬਾਤ ਕਰਦੇ ਆ। ਕੱਲ ਅਦਿੱਤਿਆ ਸੂਦ ਹੋਰਾਂ ਨੇ ਪ੍ਰੋਗਰਾਮ ਦੇ ਵਿੱਚ ਆ ਕੇ, ਜਿਵੇਂ ਮੀਡੀਆ ਦੇ ਬਾਕੀ ਹਿੱਸਿਆਂ ਚੋਂ ਆ ਕੇ ਆਪਣੀ ਦੱਸਦੇ ਰਹੇ ਨੇ, ਜਿਹੜਾ ਇਹਨਾਂ ਨਾਲ ਡਿਸਪਿਊਟ ਆ ਦੇਵ ਹਾਂਸ ਉਹਨਾਂ ਨਾਲ, ਉਹ ਆਪਣੀ ਸਾਈਡ ਉਹਦੇ ਤੇ ਦੱਸਣੀ ਚਾਹੁੰਦੇ ਨੇ ਵੀ ਅਸਲ ਸਿਚੁਏਸ਼ਨ ਕੀ ਹੈ। ਸਰੀ ਗਿਲਫਰਡ ਦੇ ਵਿੱਚ ਉਹ ਲਿਬਰਲ ਦੇ ਇਸ ਇਲੈਕਸ਼ਨ ਦੇ ਵਿੱਚ ਉਮੀਦਵਾਰ ਨੇ ਦੇਵ ਹਾਂਸ। ਹੁਣੇ ਆਉਣਾ ਵਾਪਸ 12:40 ਹੋ ਗਏ ਜੀ। ਦੇਵ ਹਾਂਸ ਹੋਣੀ ਮੇਰੇ ਨਾਲ ਨੇ। ਕੱਲ ਦੀ ਜਿਹੜੀ ਗੱਲਬਾਤ ਅਦਿੱਤਿਆ ਸੂਦ ਹੋਰਾਂ ਨੇ ਕੀਤੀ, ਅੱਗੇ ਵੀ ਤੁਸੀਂ ਮੀਡੀਆ ਆਊਟਲੈਟ ਤੇ ਸੁਣੀ ਹੈ, ਉਹਦੇ ਬਾਰੇ ਉਹ ਸਪਸ਼ਟੀਕਰਨ ਦੇਣਾ ਚਾਹੁੰਦੇ ਨੇ ਵੀ ਉਹ ਪ੍ਰਾਪਰਟੀ ਕਿਹੜੀ ਸੀ, ਉਹਦੇ ਤੇ ਉਹਨਾਂ ਨੇ ਲੀਨ ਜਿਹੜੀ ਪਾਈ, ਉਹ ਲੀਨ ਦਾ ਕੀ ਇਸ਼ੂ ਸੀ, ਲੀਨ ਲੈ ਗਈ ਜਾਂ ਨਹੀਂ ਲੈ ਗਈ, ਤੇ ਉਹ ਜਿਹੜਾ ਐਗਰੀਮੈਂਟ ਕਹਿ ਰਿਹਾ ਕਿ ਉਸਦੇ ਬ੍ਰਦਰ ਇਨ ਲਾ ਦੇ ਦਸਤਖਤ ਜਾਲੀ ਨੇ, ਜਾਲੀ ਉਹ ਕੰਟਰੈਕਟ ਹੈ, ਉਹ ਉਸ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਨੇ। ਦੇਵ ਜੀ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ। ਕੱਲ ਸਮਾਂ ਮੇਰੇ ਕੋਲ ਘਟ ਗਿਆ ਸੀ, ਮੈਂ ਕੱਲ ਹੀ ਤੁਹਾਨੂੰ ਲੈਣਾ ਸੀ 에ਅਰ ਤੇ, ਤੁਸੀਂ ਆਪਣੀ ਸਾਈਡ ਕਲੀਅਰ ਕਰਨੀ ਚਾਹੀਦੀ ਹੈ ਤੁਹਾਨੂੰ ਵੀ। ਉਹਨਾਂ ਨੇ ਦਿੱਤਿਆ ਸੂਦ ਹੋਰਾਂ ਨੇ ਜਿਹੜੀ ਗੱਲ ਕਹੀ ਹੈ, ਉਹ ਕਹਿੰਦੇ ਵੀ ਅਸੀਂ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਕੁ ਦੋਸਤ ਸੀ, ਉਹ ਕਹਿੰਦੇ ਅਸੀਂ 13-14 ਸਾਲ ਅਸੀਂ ਇਕੱਠੇ ਰਹੇ ਆ, ਪਰ ਮੈਂ ਦੋਸਤ ਉਹਨਾਂ ਨੂੰ ਨਹੀਂ ਕਹਿ ਸਕਦਾ ਵੀ ਉਹ ਮੇਰੇ ਇੰਨੇ ਦੋਸਤ ਤਾਂ ਹੈ ਨਹੀਂ। ਪਰ ਫਿਰ ਉਹ ਕਹਿੰਦੇ ਵੀ ਪ੍ਰਾਪਰਟੀ ਅਸੀਂ ਕੋਈ ਰਵੀਨ ਵਾਲੀ ਪ੍ਰਾਪਰਟੀ 132 ਤੇ 108 ਤੇ ਉਹ ਕਹਿ ਰਹੇ ਸੀ ਉਹ ਲਈ, ਲੈਣ ਤੋਂ ਬਾਅਦ ਉਹ ਕਹਿੰਦੇ ਮੈਂ ਉਹਦਾ ਸਬਜੈਕਟ ਰਿਮੂਵ ਕੀਤਾ। ਸਬਜੈਕਟ ਰਿਮੂਵ ਹੋਣ ਤੋਂ ਬਾਅਦ ਜਦ ਮੈਂ ਬਈ ਉਸ ਨੂੰ ਮੈਂ ਕਿਹਾ ਵੀ ਕੰਪਲੀਟ ਕਰਨੀ ਸੀ, ਨਹੀਂ ਕਹਿੰਦੇ ਕੰਪਲੀਟ ਨਹੀਂ ਸੀ, ਅੱਗੇ ਅਸੀਂ ਮਤਲਬ ਅਸਾਈਨ ਕਰ ਰਹੇ ਸੀ, ਤਾਂ ਤੁਸੀਂ ਉਹਨਾਂ ਨੂੰ ਜਿਹੜਾ ਉਹਦੇ ਤੇ CPL ਪਾਈ। ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਤੁਸੀਂ ਫਿਰ ਡਿਸਕਸ ਕਿਉਂ ਕੀਤੀ WhatsApp ਦੇ ਵਿੱਚ ਜੇ ਉਹ ਹਿੱਸੇਦਾਰ ਨਹੀਂ ਸੀ? ਉਹ ਕਹਿੰਦੇ ਦੋਸਤਾਂ ਦੇ ਤੌਰ ਤੇ ਕਰ ਲਈ, 1 ਸਾਲ ਕੋਈ ਕੰਟੈਕਟ ਨਹੀਂ ਉਹਨਾਂ ਨੇ ਕੀਤਾ ਮੇਰੇ ਇਸ ਪ੍ਰਾਪਰਟੀ ਬਾਰੇ, ਫਿਰ ਲੀਨ ਪਾ ਦਿੱਤੀ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ ਬਾਈ ਜੀ, ਮੈਂ ਵੀ ਸੁਣ ਰਿਹਾ ਜੀ ਮੀਡੀਆ ਦੇ ਵਿੱਚ ਥਾਂ ਤੇ ਜਾ ਕੇ ਇਹ ਸੱਜਣ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬਿਕਾਜ਼ ਆਈ ਡੋਂਟ ਵਾਂਟ ਟੂ ਡੀਫੇਮ ਐਨੀਬਡੀ, ਦੂਸਰੀ ਪਾਰਟੀ ਹੈ ਜਿਹੜੀ ਉਹ ਇਹ ਕਲੇਮ ਕਰ ਰਹੀ ਹੈ ਕਿ ਮੈਂ ਕੋਈ ਫਰਾਡ ਕੀਤਾ ਜਾਂ ਇਦਾਂ ਕੀਤਾ। ਜੇ ਮੈਂ ਬੈਕਗਰਾਉਂਡ ਦੇ ਵਿੱਚ ਜਾਵਾਂ
ਅਸੀਂ ਐਜ਼ ਐਨ ਇੰਜੀਨੀਅਰ ਮੈਂ UBC ਦਾ ਗ੍ਰੈਜੂਏਟ ਹਾਂ 2005 ਤੋਂ ਐਜ਼ ਅ ਪ੍ਰੋਫੈਸ਼ਨਲ ਇੰਜੀਨੀਅਰ ਮੈਂ ਇਹੀ ਕੰਮ ਕਰਦਾ ਵਰਕ ਔਨ ਬਿਲਡਿੰਗ ਸਾਡੀ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਿੰਗ ਦੀ ਫਰਮ ਹੈ ਐਂਡ ਦਿਸ ਇਜ਼ ਵਾਟ ਆਈ ਡੂ ਫॉर ਲਿਵਿੰਗ। ਅਸੀਂ ਮੈਂ ਇੱਕ ਪ੍ਰਾਪਰਟੀ ਦੇ ਕੰਮ ਕਰ ਰਿਹਾ ਸੀ ਦਿੱਤੇ ਸੂਦ ਨੂੰ ਪਿਛਲੇ 15 ਸਾਲਾਂ ਤੋਂ ਜਾਣਦਾ ਐਂਡ ਅਸੀਂ ਇਹ ਡਿਸਾਈਡ ਕੀਤਾ ਕਿ ਚਲੋ ਇੱਕ ਜੁਆਇੰਟ ਵੈਂਚਰ ਕਰਦੇ ਹਾਂ, ਕੋਈ ਪ੍ਰੋਜੈਕਟ ਕਰਦੇ ਹਾਂ। ਪਹਿਲੀ ਗੱਲ ਤਾਂ ਮੈਂ ਕਹਿ ਦਿਆਂ ਕਿ ਮੈਂ ਅੱਜ ਤੱਕ ਕੋਈ ਪ੍ਰਾਪਰਟੀ ਕਿਸੇ ਨੂੰ ਸਾਈਨ ਨਹੀਂ ਕੀਤੀ, ਫਲਿਪ ਨਹੀਂ ਕੀਤੀ। ਜੇ ਮੈਂ ਆਪਣੇ ਤੌਰ ਤੇ ਵੀ ਪ੍ਰੋਜੈਕਟ ਕਰਦਾ ਹਾਂ ਵੀ ਆਲਵੇਜ਼ ਬਿਲਡ, ਸਾਨੂੰ ਤਾਂ ਕੰਮ ਹੀ ਇਹ ਆਉਂਦਾ, ਸਾਡਾ ਤਾਂ ਕੰਮ ਹੀ ਇਹ ਹੈ। ਸੋ ਹੋਇਆ ਕਿ ਜਦੋਂ ਅਸੀਂ ਪ੍ਰਾਪਰਟੀ ਫਾਈਨਲਾਈਜ਼ ਕਰ ਲਈ, ਸਭ ਕੁਝ ਲੱਭ ਲਿਆ, ਮੈਂ ਉਹਦੀ ਕਾਸਟਿੰਗ ਵਗੈਰਾ ਕੀਤੀ, ਸਿਟੀ ਦੇ ਵਿੱਚ ਕੰਮ ਕੀਤਾ, ਆਰਕੀਟੈਕਟਸ ਨਾਲ ਮਿਲ ਕੇ ਕੰਮ ਕੀਤਾ, ਸਾਡੀ ਵਰਬਲ ਆਫਰ ਚੱਲਦੀ ਰਹੀ ਪਾਰਟੀ ਦੇ ਨਾਲ। ਪਹਿਲੀ ਗੱਲ ਤਾਂ ਇਹ ਕਿ ਮੈਂ ਡਿਟੇਲ ਦੇ ਡਿਸਕਸ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਮੈਟਰ ਕੋਰਟ ਵਿੱਚ ਹੈ, ਬਟ ਜਦੋਂ ਦੂਜੀ ਪਾਰਟੀ ਨੇ ਇਹੋ ਜਿਹੇ ਐਲੀਗੇਸ਼ਨ ਲਾਏ ਆ, ਆਈ ਹੈਵ ਟੂ ਕਲੀਅਰ ਮਾਈਸੈਲਫ। ਦੋਜ਼ ਗਾਇਜ਼ ਡਿਡਨਟ ਲੀਵ ਮੀ ਐਨੀ ਚੋਇਸ। ਸੋ ਜਦੋਂ ਇਹ WhatsApp ਗਰੁੱਪ ਦੇ ਮੈਸੇजेस ਦੀ ਇਕੱਲੀ ਗੱਲ ਨਹੀਂ ਹੈ, ਇਹ ਰਿਟਨ ਪ੍ਰੂਫ ਈਮੇਲਸ ਦੇ ਵਿੱਚ ਵੀ ਐਂਡ WhatsApp ਦੇ ਵਿੱਚ ਵੀ। ਅਸੀਂ ਕਿਹਾ ਚਲੋ ਕਿ ਇੱਕ ਨੰਬਰ ਕੰਪਨੀ ਫਾਰਮ ਕਰਦੇ ਹਾਂ, ਉਹਦੇ ਵਿੱਚ ਆਪਾਂ ਇਹ ਪ੍ਰਾਪਰਟੀ ਚੁੱਕਦੇ ਹਾਂ ਐਂਡ ਆਫਟਰ ਦੈਟ ਵਿਲ ਸੀ ਕੀ ਕਰਨਾ ਕੀ ਨਹੀਂ ਕਰਨਾ। ਐਂਡ WhatsApp ਗਰੁੱਪ ਦੇ ਵਿੱਚ ਇਹਦਾ ਸੈਕੰਡ ਮੈਸੇਜ ਆਉਂਦਾ, ਨੋ 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 ਆਈ ਆਲਰੇਡੀ ਹੈਵ ਅ ਨੰਬਰ ਕੰਪਨੀ ਆਈ ਫਾਊਂਡ ਐਂਡ ਲੈਟਸ ਪੁੱਟ ਐਨ ਆਫਰ ਔਨ ਦੈਟ। ਹੁਣ ਬਾਈ ਜੀ ਜਦੋਂ ਮੈਂ ਕਿਸੇ ਬੰਦੇ ਨੂੰ 15 ਸਾਲਾਂ ਤੋਂ ਜਾਣਦਾ ਆ, ਸਾਡਾ ਤਾਂ ਸ਼ੇਕ ਹੈਂਡ ਨਾਲ ਹੀ ਤੁਹਾਨੂੰ ਪਤਾ ਪੰਜਾਬੀਆਂ ਦਾ ਕੰਮ ਹੁੰਦਾ, ਜੋ ਆਪਾਂ ਵੀ ਕੰਮ ਕਰਦੇ ਹਾਂ ਇੱਕ ਦੂਜੇ ਦੇ ਯਕੀਨ ਨਾਲ ਹੀ ਚੱਲਦਾ ਪ੍ਰਾਪਰਟੀਆਂ ਦਾ ਮਸਲਾ। ਹਾਂ ਅਸੀਂ ਕਿਹਾ ਠੀਕ ਹੈ ਤੂੰ ਉਸ ਨੰਬਰ ਕੰਪਨੀ ਅੰਡਰ ਪਾ ਲੈ। ਸੋ ਉਸ ਨੰਬਰ ਕੰਪਨੀ ਅੰਡਰ ਜਦੋਂ ਆਫਰ ਲਿਖੀ ਗਈ, ਆਫਰ ਐਕਸੈਪਟ ਹੋ ਗਈ ਬਿਕੋਜ਼ ਆਲਰੇਡੀ ਪਹਿਲਾਂ ਵਰਬਲੀ ਐਕਸੈਪਟਡ ਸੀਗੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਦੀ ਕਾਸਟਿੰਗ ਕੀਤੀ, ਜਦੋਂ ਬਾਹਰ ਮਾਰਕੀਟ ਵਿੱਚ ਇਹਨੂੰ ਪਤਾ ਲੱਗਿਆ ਕਿ ਪ੍ਰਾਪਰਟੀ ਜ਼ਿਆਦਾ ਦੀ ਹੈ, ਇਹ $2 ਮਿਲੀਅਨ ਚ ਫਲਿਪ ਹੋ ਸਕਦੀ ਹੈ। ਇਹਨੇ ਮੈਨੂੰ ਸਿੱਧਾ ਹੀ ਕਹਿ ਦਿੱਤਾ ਜੀ, ਕਹਿੰਦਾ ਵੀ ਯੂ ਆਰ ਨਾਟ ਪਾਰਟ ਆਫ ਦ ਪ੍ਰਾਪਰਟੀ, ਨੰਬਰ ਕੰਪਨੀ ਮੇਰੀ ਹੈ, ਤੂੰ ਆਪਣਾ ਡੰਡੀ ਪੈ। ਦਿਸ ਇਜ਼ ਵਾਟ ਹੈਜ਼ ਹੈਪਨਡ। ਇਹਨੇ ਮੈਨੂੰ ਫੋਨ ਤੋਂ ਬਲੌਕ ਕਰ ਦਿੱਤਾ, WhatsApp ਗਰੁੱਪ ਵਿੱਚੋਂ ਕੱਢ ਦਿੱਤਾ ਐਂਡ ਜੋ ਵੀ ਹੋਇਆ ਫਿਰ ਕਹਿੰਦਾ ਸੀ ਡਿਪੋਜ਼ਿਟ, ਮੈਂ ਇਹਨੂੰ ਇਹ ਵੀ ਕਹਿ ਚੁੱਕਿਆ ਡਿਪੋਜ਼ਿਟ ਸਾਰੇ ਦਾ ਸਾਰਾ ਮੈਂ ਦੇਵਾਂਗਾ, 5 ਲੱਖ ਇਜ਼ ਨਾਟ ਅ ਬਿਗ ਡੀਲ, ਅਸੀਂ ਇਹ ਜਿਹੜੇ ਪ੍ਰੋਜੈਕਟ ਕਰਦੇ ਹਾਂ 5 ਲੱਖ ਅਸੀਂ ਕਰ ਲਾਂਗੇ, ਇਜ਼ ਨਾਟ ਅ ਬਿਗ ਡੀਲ। ਇਹਨੇ ਕੀ ਕੀਤਾ ਜੀ, ਮੈਨੂੰ ਉਲਾਂਭੇ ਕਰਕੇ ਤੇ ਹੁਣ ਨੰਬਰ ਕੰਪਨੀ ਇਹਦੇ ਨਾਮ ਸੀਗੀ ਤੇ ਫਿਰ ਅਸੀਂ ਜਿਹੜੇ ਉਦੋਂ ਪਹਿਲਾਂ ਜਿਹੜਾ ਪੇਪਰ ਵਰਕ ਹੋਇਆ ਸੀ ਉਹ ਸਾਰਾ ਸਾਡੇ ਕੋਲ ਪਿਆ। ਆਈਡੀਆ ਇਹ ਸੀਗਾ ਅਸੀਂ ਕੈਨ ਬ੍ਰਦਰ ਨੂੰ ਸਾਈਨ ਕਰਨੀ ਹੈ ਡਾਲਰ ਦੇ ਵਿੱਚ, ਦੈਨ ਵੀ ਗੋਣਾ ਵਰਕ ਇਟ ਟੁਗੇਦਰ। ਸੋ ਹੀ ਪੁਲਡ ਮੀ ਅਸਾਈਡ, ਇਹਨੇ ਮੈਨੂੰ ਬਾਹਰ ਕੱਢ ਦਿੱਤਾ। ਇਹਨੇ ਬਾਹਰ ਕੱਢ ਕੇ ਕੀ ਕੀਤਾ, ਇੱਕ ਹੋਰ ਪਾਰਟੀ ਲੈ ਆਇਆ ਵਿੱਚ, ਜਿਹਦਾ ਕਿ ਹੁਣ ਪਤਾ ਚੱਲਿਆ ਬਾਅਦ ਵਿੱਚ ਜਦੋਂ ਮੈਂ ਇਹਨੂੰ ਸ਼ੁਰੂ ਕੀਤਾ, ਉਹਨਾਂ ਦਾ 5 ਲੱਖ ਫੜ ਲਿਆ, ਉਹਨਾਂ ਦੇ ਪੈਸੇ ਫੜ ਕੇ ਡਿਪੋਜ਼ਿਟ ਦੇ ਦਿੱਤਾ। ਅੱਛਾ ਇਨ ਦਾ ਮੀਨ ਟਾਈਮ ਉਹ ਪ੍ਰਾਪਰਟੀ ਫਲਿਪ ਕਰ ਗਿਆ, ਇਹਨਾਂ ਦੀ ਵਰਬਲੀ ਫਲਿਪ ਹੋ ਗਈ, ਉਹ ਡੀਲ ਬੈਕ ਐਂਡ ਫੋਰਥ ਚੱਲਦੀ ਸੀਗੀ। ਮੈਨੂੰ ਲਾਂਭੇ ਕਰਕੇ ਇਹਨੇ ਉਹਨਾਂ ਨੂੰ ਵੀ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਕਿ ਜੀ ਇਹ ਪ੍ਰਾਪਰਟੀ ਦਾ ਫਲਿਪ ਨਹੀਂ ਹੋਣੀ, ਤੁਹਾਡਾ ਪੈਸਾ ਮਰ ਜਾਣਾ, ਇਸ ਤਰ੍ਹਾਂ ਹੋ ਜਾਣਾ, ਉਸ ਤਰ੍ਹਾਂ ਹੋ ਜਾਣਾ। ਉਹ ਬੰਦੇ ਡਰ ਗਏ, ਉਹਨਾਂ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਸੀ। ਉਹਨਾਂ ਨੇ ਉਹ ਕਹਿੰਦੇ ਚੱਲ ਤੂੰ ਸਾਡੇ ਪੈਸੇ ਹੀ ਵਾਪਸ ਕਰ, ਜੇ ਤੂੰ ਇਦਾਂ ਨਹੀਂ ਕੁਝ ਕਰਨਾ ਤਾਂ ਪੈਸੇ ਹੀ ਵਾਪਸ ਕਰ ਦੇ। ਇਹਨੇ ਕੀ ਕੀਤਾ, ਉਹਨਾਂ ਦੇ ਅੱਧੇ ਪੈਸੇ ਵਾਪਸ ਕਰਦੇ, ਅੱਧੇ ਹਜੇ ਵੀ ਰੱਖੀ ਬੈਠਾ ਜੀ। ਹੁਣ ਜਦੋਂ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਪ੍ਰਾਪਰਟੀ ਦਾ ਫਲਿਪ ਕਰ ਗਿਆ $1.6 ਮਿਲੀਅਨ ਦੇ ਵਿੱਚ, ਐਂਡ ਨਾ ਇਹਨੇ ਉਹਨਾਂ ਨੂੰ ਕੁਝ ਦਿੱਤਾ ਨਾ ਮੈਨੂੰ ਕੁਝ ਦਿੱਤਾ। ਹੁਣ ਮੈਂ ਤੁਹਾਨੂੰ ਦੱਸਦਾ, ਇਹ ਇੱਕ ਨਹੀਂ ਇਹ 3 ਲਾਸੂਟ ਚੱਲ ਰਹੇ ਆ ਇਕੱਠੇ। ਮੈਂ ਇਹਨੂੰ CPL ਤਾਂ ਮੈਂ ਪਾਈ ਮੈਂ ਤੁਹਾਨੂੰ WhatsApp ਦੇ ਉੱਤੇ ਨੋਟਿਸ ਆਫ ਸਿਵਲ ਕਲੇਮ ਦੀਆਂ 2 ਕਾਪੀਆਂ ਭੇਜੀਆਂ। ਦਸੰਬਰ 14 ਨੂੰ ਨੋਟਿਸ ਆਫ ਸਿਵਲ ਕਲੇਮ ਮੈਂ ਫਾਈਲ ਕੀਤਾ ਵਿਦ ਸਾਰੇ ਪ੍ਰੂਫ ਦੇ ਨਾਲ ਕਿ ਮੈਂ ਇਸ ਪ੍ਰਾਪਰਟੀ ਤੇ ਕੰਮ ਕੀਤਾ ਸੀ, ਇਕੱਠਿਆਂ ਨੇ ਪ੍ਰਾਪਰਟੀ ਬਾਈ ਕੀਤੀ ਸੀਗੀ ਤੇ ਇਕੱਠਿਆਂ ਨੇ ਅਸੀਂ ਇਟ ਵਾਸ ਸਪੋਜ਼ਡ ਟੂ ਗੋ ਅੰਡਰ ਕੈਨ ਬ੍ਰਦਰਸ, ਜਿਹੜੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਬਲੌਕ ਕਰਕੇ ਸਾਰੇ ਪਾਸੇ ਦੌੜ ਗਿਆ। ਅੱਛਾ ਮੈਂ ਉਹ ਫਾਈਲ ਕਰ ਦਿੱਤਾ ਐਂਡ ਜਦੋਂ ਜਿਹੜੀ ਦੂਸਰੀ ਪਾਰਟੀ ਸੀ ਜਿਨ੍ਹਾਂ ਨੇ ਆਪਣੇ ਪੈਸੇ ਲਗਾਏ ਸੀ ਡਿਪੋਜ਼ਿਟ ਦੇ ਵਿੱਚ, ਉਹਨਾਂ ਨੇ ਵੀ ਇਹਨੂੰ ਸੂ ਕੀਤਾ ਹੋਇਆ ਸੀ। ਉਹ ਬੰਦੇ ਵੀ ਉਹ ਬੰਦਿਆਂ ਦੇ ਉਹਨਾਂ ਨੂੰ ਇਹਨਾਂ ਨੇ ਜਿਹੜਾ ਪ੍ਰੋਫਿਟ ਹੋਇਆ ਉਹ ਤਾਂ ਦੇਣਾ ਕੀ ਸੀਗਾ, ਉਹਨਾਂ ਦਾ ਮੂਲ ਵੀ ਨਹੀਂ ਮੋੜਿਆ ਇਹਨੇ। ਸੋ ਅਸੀਂ ਦੋਨਾਂ ਬੰਦਿਆਂ ਨੇ ਜਿੰਨੀਆਂ ਪਾਰਟੀਆਂ ਇਸ ਵਿੱਚ ਇਨਵੋਲਵਡ ਆ ਸਾਰਿਆਂ ਨੇ ਇਸ ਨੂੰ ਸੂ ਕੀਤਾ ਹੋਇਆ। ਅਦਰ ਦੱਸਿਆ ਉਹਨੂੰ ਇਹ 1.6 ਮਿਲੀਅਨ ਕੱਲਾ ਹੀ ਖਾਣਾ ਚਾਹੁੰਦਾ। ਜਦੋਂ ਮੈਂ ਕੋਰਟ ਦੇ ਵਿੱਚ ਗਿਆ, ਕੋਰਟ ਨੂੰ ਮੈਂ ਪੇਪਰ ਵਰਕ ਦਿਖਾਏ, ਉਹ ਪੂਰਾ ਦਿਨ ਕਾਰਵਾਈ ਚੱਲੀ ਕੋਰਟ ਦੇ ਵਿੱਚ। ਐਟ ਦ ਐਂਡ ਆਫ ਦ ਡੇ ਜੱਜ ਨੇ ਇਹ ਫੈਸਲਾ ਦਿੱਤਾ, ਦੇਵ ਹਾਊ ਮਚ ਡੂ ਯੂ ਕਲੇਮ। ਮੈਂ ਕਿਹਾ ਜੀ ਜੁਆਇੰਟ ਵੈਂਚਰ ਹੈ, ਮੈਂ ਤਾਂ ਅੱਧੇ ਕਲੇਮ ਕਰਦਾ। ਉਹ ਕਹਿੰਦੇ ਯੂਰ ਪੇਪਰ ਵਰਕ ਇਜ਼ ਸੋਲਿਡ, ਸੋ ਦਿਸ ਇਜ਼ ਨਾਟ ਦ ਟਾਈਮ ਟੂ ਮੇਕ ਡਿਸੀਜਨ। ਤੁਹਾਡੇ ਪੈਸੇ ਅਸੀਂ ਸਾਈਡ ਤੇ ਰੱਖ ਰਹੇ ਹਾਂ, ਜਿਹੜਾ ਤੁਹਾਡਾ ਹਿੱਸਾ ਹੈ, ਤੇ ਐਂਡ ਲੈਟ ਦ ਕੋਰਟ ਪ੍ਰੋਸੀਡਿੰਗਸ ਮੇਕ ਦ ਡਿਟਰਮੀਨੇਸ਼ਨ। ਓਕੇ ਅੱਛਾ ਫਿਰ ਇਹਨੇ ਕੀ ਕੀਤਾ, ਫਿਰ ਇਹਨੇ ਉਹ
ਵੀ ਮੇਰਾ 8 ਲੱਖ ਡਾਲਰ ਉਹਨੇ ਕੋਰਟ ਨੇ ਰੱਖ ਦਿੱਤਾ ਸਾਈਡ ਤੇ ਟਰਸਟ ਦੇ ਵਿੱਚ, ਹਲੇ ਵੀ ਪਿਆ। ਇਹਨੇ ਕੀ ਕੀਤਾ, ਨੈਗੋਸ਼ੀਏਸ਼ਨ ਟੈਕਟਿਕਸ ਦੇ ਵਿੱਚ ਫਾਲਸ ਐਲੀਗੇਸ਼ਨ ਦੇ ਨਾਲ ਮੈਨੂੰ ਸੂ ਕਰ ਦਿੱਤਾ। ਉਹਦੇ ਵਿੱਚੋਂ ਇੱਕ ਕੰਟਰੈਕਟ ਦਿਖਾਤਾ ਜੀ, ਦੇਵ ਹਾਂਸ ਮੇਰੇ ਤੋਂ 15 ਮਿਲੀਅਨ ਦੀ ਲੈਣਾ ਚਾਹੁੰਦਾ ਸੀ, ਇਹ ਇਦਾਂ ਸੀ, ਇਹਦੇ ਵਿੱਚ ਉਦਾਂ ਸੀ। ਉਹ ਆਲਰੇਡੀ ਉਹਦੀ ਰਿਪੋਰਟ ਵੀ ਆ ਗਈ ਹੈ ਕਿ ਉੱਥੇ ਮੇਰੇ ਸਾਈਨ ਵੀ ਇਹਨੇ ਖੁਦ ਹੀ ਕੀਤੇ ਹੋਏ, ਨਕਲੀ ਸਾਈਨ ਹੈ, ਉਹਦੀ ਰਿਪੋਰਟ ਵੀ ਆ ਚੁੱਕੀ ਹੈ। ਹੁਣ ਮੈਂ ਇਹਨੂੰ ਸੂ ਕੀਤਾ ਹੋਇਆ, ਇਹਨੇ ਕਾਊਂਟਰ ਸੂ ਕੀਤਾ ਮੈਨੂੰ ਇਹਦੇ ਨਾਲ ਨੈਗੋਸ਼ੀਏਸ਼ਨ ਟੈਕਟਿਕਸ ਦੇ ਦੀ ਕਿ ਮੈਂ ਇਹਨੂੰ ਡਰਾ ਦਾਂਗਾ, ਇਹ ਭੱਜ ਜਾਏਗਾ। ਔਰ ਸਾਨੂੰ ਤਾਂ ਜੀ ਸਾਡੇ ਗੁਰੂ ਸਾਹਿਬਾਂ ਨੇ ਇਹੀ ਸਿਖਾਇਆ, ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਕਹਿਣਾ ਵੀ ਪਾਪ ਹੈ। ਹਾਂ ਸਾਹਿਬ, ਉਹ ਕਹਿ ਰਿਹਾ ਵੀ ਮੇਰੇ ਸਾਲੇ ਦੇ ਪ੍ਰਾਪਰਟੀ ਹੈ। ਇੱਕ ਮਿੰਟ ਮੈਨੂੰ ਪੁੱਛ ਲੈਣ ਦਿਓ, ਗੁਰੂ ਸਾਹਿਬ ਤੱਕ ਚੱਲਦੇ ਆਪਾਂ। ਇੱਕ ਮਿੰਟ ਚੱਲਦੇ ਆ ਗੁਰੂ ਸਾਹਿਬ ਤੱਕ। ਜਦੋਂ ਮੈਂ ਹੁਣੇ ਕੰਪਲੀਟ ਕਰ ਦਿੰਦੀ ਹਾਂ। ਜਦੋਂ ਮੇਰੀ ਕੈਂਡੀਡੇਸੀ ਅਨਾਉਂਸ ਹੁੰਦੀ ਹੈ ਜਿਸ ਦਿਨ, ਮੇਰੇ ਕੋਲ ਮੀਡੀਏਟਰਸ ਭੇਜਦਾ ਇਹ, ਕਹਿੰਦਾ ਦੇਵ ਨੂੰ ਕਹਿ ਕੇਸ ਵਾਪਸ ਲੈ ਲਵੇ, ਨਹੀਂ ਤਾਂ ਮੈਂ ਇਹਨੂੰ ਮੀਡੀਆ 'ਚ ਜਾ ਕੇ ਡੀਫੇਮ ਕਰਾਂਗਾ। ਤੇ ਉਹ ਬੰਦਾ ਵੀ 에ਅਰ ਤੇ ਆ ਕੇ ਤੁਹਾਨੂੰ ਇਹ ਗੱਲ ਦੱਸੇਗਾ, ਐਂਡ ਉਹ ਵੈਲ ਨੋਨ ਪਰਸਨੈਲਿਟੀ ਹੈ ਕਮਿਊਨਿਟੀ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਔਨ ਦ 에ਅਰ ਰੈਪੂਟੇਬਲ ਪਰਸਨੈਲਿਟੀ ਹੈ। ਉਹ ਮੀਡੀਏਟਰ ਨੂੰ ਵਿੱਚ ਪਾ ਕੇ ਇਹਨੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। ਬਾਈ ਜੀ ਜਦੋਂ ਮੈਂ ਕੁਝ ਗਲਤ ਹੀ ਨਹੀਂ ਕੀਤਾ ਤੇ ਮੈਂ ਕਿਹੜੀ ਗੱਲੋਂ ਡਰਾਂ? ਪ੍ਰੋਫੈਸ਼ਨਲ ਇੰਜੀਨੀਅਰ ਆ, ਮੇਰੇ ਡੈਜ਼ਿਗਨੇਸ਼ਨ ਦੇ ਨਾਲ ਇੰਜੀਨੀਅਰ ਦੇ ਨਾਲ ਪ੍ਰੋਫੈਸ਼ਨਲ ਵਰਡ ਲੱਗਦਾ ਹੈ। ਐਂਡ ਇਹ ਗੱਲਾਂ ਦੇ ਕੀ ਇਦਾਂ ਦੇ, ਜੇ ਇਦਾਂ ਸਾਡੇ ਨਾਲ ਠੱਗੀ ਵੱਜਣ ਲੱਗੀ ਫਿਰ ਤਾਂ ਹੀ ਸਰ ਗਿਆ। ਸੋ ਆਈ ਡਿਡ ਨਾਟ ਬਚ, ਆਈ ਡਿਡ ਨਾਟ ਗਿਵ ਇਨ। ਇਹਨੇ ਇਹ ਕੰਮ ਸ਼ੁਰੂ ਕਰ ਦਿੱਤਾ। ਹਾਂਜੀ, ਹੁਣ ਤੁਸੀਂ ਨੈਕਸਟ ਕੁਐਸਚਨ ਪੁੱਛ ਸਕਦੇ। ਓਕੇ, ਹੁਣ ਜਿਹੜਾ ਉਹ ਕਹਿ ਰਿਹਾ, ਉਹ ਕਹਿੰਦੇ ਮੇਰੇ ਤਾਂ ਨਾਂ ਪ੍ਰਾਪਰਟੀ ਨਹੀਂ ਸੀ, ਮੇਰੇ ਸਾਲੇ ਦੇ ਨਾਂ ਸੀ, ਮੇਰੇ ਸਾਲੇ ਦੇ ਦਸਤਖਤ ਤੁਹਾਡੇ ਚੋਂ ਕਿਸੇ ਨੇ ਕੀਤੇ ਨੇ, ਜਿਹੜਾ ਫੋਰਗ ਜਿਹੜੇ ਉਹ ਕਹਿੰਦਾ ਵੀ ਜਿਹਦੇ ਬਿਹਾਫ ਤੇ ਤੁਸੀਂ CPL ਪਾਈ, ਜਿਹੜੀ ਕੱਲ ਦੱਸੀ ਆ ਉਹਨਾਂ ਨੇ। ਮੈਂ ਤੁਹਾਨੂੰ ਦੱਸਾਂ ਉਹ ਜਿਹੜਾ ਹੈ ਇਹ ਕੀ ਕਰਦਾ ਰਿਹਾ, ਇਹਨੇ ਨਾ ਇੱਕ ਲੈਟਰ ਸਾਈਨ ਕਰਕੇ ਬਾਅਦ ਵਿੱਚ ਕੋਰਟ ਦੇ ਵਿੱਚ ਬੈਕ ਡੇਟਡ ਸਾਈਨ ਕਰਕੇ ਉਹਦੇ ਤੇ ਸਾਈਨ ਕਰ ਲਏ ਆਪ ਹੀ ਆਪਣੇ ਸਾਲੇ ਦੇ। ਉਹ ਜਿਹੜੀ ਨੰਬਰ ਕੰਪਨੀ ਸੀ ਉਹ ਇਹਦੇ ਸਾਲੇ ਦੇ ਅਧੀਨ ਸੀਗੀ, ਉਹਦੀ ਕੰਪਨੀ ਸੀ ਜਿਹੜੀ ਸਾਨੂੰ ਕਹਿ ਰਿਹਾ ਸੀ ਕਿ ਮੇਰੀ ਹੈ। ਉਹ ਤੋਂ ਇਹਨੇ ਸਾਈਨ ਕਰਵਾ ਕੇ ਕਿ ਮੈਂ ਇਹਦੇ ਬਿਹਾਫ ਤੇ ਕੁਝ ਵੀ ਕਰ ਸਕਦਾ। ਓਕੇ, ਹੁਣ ਹਾਂਜੀ, ਤੇ ਇਹ ਜਿਹੜਾ ਕਲੇਮ ਕਰ ਰਿਹਾ ਕਿ ਮੈਂ ਤੇ ਮੇਰੇ ਸਾਲੇ ਨੇ ਪ੍ਰਾਪਰਟੀ ਲੱਭੀ ਸੀ, ਉਹ ਬਿਲਕੁਲ ਝੂਠ ਹੈ। ਉਹ ਬੰਦੇ ਕੋਲ ਤਾਂ ਜੀ ਉਹਨੇ ਤਾਂ 15 ਮਿਲੀਅਨ ਦਾ ਪ੍ਰੋਜੈਕਟ ਕਿੱਥੇ ਕਰਨਾ। ਮੈਂ ਆਈ ਡੋਨਟ ਵਾਂਟ offend anybody, ਬਟ ਉਹ ਬੰਦਾ ਬੇਸਮੈਂਟ 'ਚ ਰਹਿੰਦਾ, $20 ਘੱਟ ਦੀ ਜੌਬ ਕਰਦਾ ਹੈ। ਇਟਸ ਨਾਟ ਹਿਸ ਕੱਪ ਆਫ ਟੀ। ਉਹ ਤਾਂ ਸਿਰਫ ਇੱਕ ਸ਼ੈਲ ਕੰਪਨੀ ਸੀ ਇਹਦੇ ਬ੍ਰਦਰ ਇਨ ਲਾ ਦੀ, ਜਿਹੜੀ ਇਹਨੇ ਯੂਜ਼ ਕਰਕੇ ਉਹ ਪ੍ਰਾਪਰਟੀ ਚੁੱਕੀ। ਜਿਹੜੇ ਸਾਈਨ ਦੀ ਗੱਲ ਕਰ ਰਿਹਾ, ਜਿਹੜਾ ਇਹਨੇ ਇੰਟਰੋਡਿਊਸ ਕੀਤਾ ਇੱਕ ਫੋਰਜ ਡਾਕੂਮੈਂਟ ਕੋਰਟ ਦੇ ਵਿੱਚ, ਜਿਵੇਂ ਕਹਿੰਦੇ ਨਾ ਮਸ਼ੀਨ ਨੂੰ ਫਿਕਸ ਕਰਨ ਦੇ ਲਈ ਉਹਦੇ 'ਚ ਰੈਂਚ ਸੁੱਟ ਦਈਦਾ। ਵਾਟ ਹੀ ਡਿਡ, ਇਹਨੇ ਇੱਕ ਡਾਕੂਮੈਂਟ ਤਿਆਰ ਕੀਤਾ ਜਿਹਦੇ ਦਿਖਾਇਆ ਗਿਆ ਕਿ ਦੇਵ ਮੇਰੀ ਪ੍ਰਾਪਰਟੀ 15 ਮਿਲੀਅਨ ਦੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਡਾਕੂਮੈਂਟ ਤੇ ਮੇਰੇ ਝੂਠੇ ਸਾਈਨ ਆ, ਔਰ ਇਹ ਕੋਰਟ 'ਚ ਮੰਨ ਚੁੱਕਿਆ ਕਿ ਦੇਵ ਨੇ ਸਾਈਨ ਨਹੀਂ ਕੀਤੇ। ਇਹ ਔਨ ਰੈਕਡ ਹੈ। ਜੇ ਤੁਸੀਂ ਕੋਰਟ ਦੀ ਪ੍ਰੋਸੀਡਿੰਗ ਦੇਖੋਗੇ, ਇਹਨੇ ਕਿਹਾ ਕਿ ਦੇਵ ਦੇ ਸਾਈਨ ਮੈਨੂੰ ਨਹੀਂ ਪਤਾ ਕਿਹਨੇ ਕੀਤੇ ਆ, ਕਿਸੇ ਨੇ ਕੀਤੇ ਹੋਣਗੇ। ਦਿਸ ਇਜ਼ ਐਗਜ਼ੈਕਟ ਉਹ ਕਹਿ ਰਿਹਾ ਜੀ, ਉਹ ਕਹਿ ਰਿਹਾ ਵੀ ਤੁਸੀਂ ਉਹਦੇ ਸਾਲੇ ਦੇ ਸਾਈਨ ਕੀਤੇ ਨੇ, ਮੇਰੇ ਕੋਲ ਫੋਰੈਂਸਿਕ ਰਿਪੋਰਟ ਆ, ਤੁਸੀਂ ਉਹਨੂੰ ਕਹਿ ਰਹੇ ਹੋ। ਇੱਕ ਆਖਰੀ ਸਵਾਲ ਤੁਹਾਨੂੰ ਮੈਂ, ਕਿਉਂਕਿ ਹੁਣ ਕੋਰਟ 'ਚ ਹੈ, ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕਰਤੀ। ਇੱਕ ਮੈਨੂੰ ਇਹ ਦੱਸਿਓ ਕਿ ਡਿਸਕਵਰੀ ਦੇ ਵਿੱਚ ਉਹ ਕਹਿੰਦਾ ਵੀ 25 ਪੇਜ ਤੋਂ 42 ਪੇਜ ਦੀ ਡਿਸਕਵਰੀ 'ਚ ਦੇਵ ਹਾਂਸ ਉਹਨਾਂ ਨੇ ਇਹ ਕਿਹਾ ਤੇ ਮੇਰੇ ਸਿਟੀ 'ਚ ਰਸੂਖ ਹੈ, ਮੇਰੇ ਕੋਲ ਇੰਨੇ ਪ੍ਰਾਪਰਟੀਆਂ ਨੇ, ਮੈਂ ਆਪਣੇ ਰਸੂਖ ਨਾਲੇ ਕੰਮ ਕਰਾਉਣਾ। ਇਜ਼ ਦੈਟ ਰਾਈਟ? ਨਾਟ ਐਟ ਆਲ ਜੀ। ਤੁਸੀਂ ਪ੍ਰੋਸੀਡਿੰਗ ਪੜ੍ਹੋਗੇ ਤਾਂ ਇਹ ਦੇਖੋ ਇਹੀ ਗੱਲ ਹੈ ਨਾ, ਜੋ ਕੋਈ ਬੰਦਾ 에ਅਰ ਤੇ ਆ ਕੇ ਬੋਲ ਜਾਂਦਾ, ਪਰਸੈਪਸ਼ਨ ਇਜ਼ ਐਵਰੀਥਿੰਗ। ਉਹ ਜਿਹੜੇ ਕੋਰਟ ਡਾਕੂਮੈਂਟ, ਪਬਲਿਕ ਡਾਕੂਮੈਂਟ ਆ, ਉਹਦੇ ਵਿੱਚ ਇਹ ਪੜ੍ਹੋ। ਇਹਨਾਂ ਨੇ ਮੈਨੂੰ ਪ੍ਰੋਸੀਡਿੰਗ ਦੇ ਵਿੱਚ ਪੁੱਛਿਆ, ਦੇਵ ਹਾਂਸ ਤੇਰੀਆਂ ਹੋਰ ਕਿਹੜੀਆਂ ਪ੍ਰਾਪਰਟੀਜ਼ ਆ ਸਾਨੂੰ ਦੱਸ। ਮੈਂ ਦੱਸਿਆ ਮੇਰੇ ਕੋਲ ਆਹ ਪ੍ਰਾਪਰਟੀ ਹੈ, ਮੇਰੇ ਕੋਲ ਆਹ ਪ੍ਰਾਪਰਟੀ ਹੈ, ਮੇਰੇ ਕੋਲ ਆਹ ਪ੍ਰਾਪਰਟੀ ਹੈ, ਮੇਰੇ ਕੋਲ ਆਹ ਪ੍ਰਾਪਰਟੀ ਹੈ। ਤੁਸੀਂ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਵੀ ਫੋਨ ਕਰਕੇ ਪੁੱਛ ਲਓ ਕਿ ਦੇਵ ਹਾਂਸ ਕੌਣ ਹੈ, ਕਿ ਉਹਦੀ ਪਰਸਨੈਲਿਟੀ ਕਿੱਦਾਂ ਦੀ ਹੈ। ਜੇ ਇੱਕ ਵੀ ਬੰਦਾ ਤੁਹਾਨੂੰ ਕਹਿ ਜਾਵੇ ਕਿ ਬੰਦੇ ਨੇ ਸਾਡੇ ਕਦੇ ਚੀਟ ਕੀਤਾ ਜਾਂ ਇਹਨੇ ਕੁਛ ਕੀਤਾ, ਤਾਂ ਮੈਂ ਦੇਣਦਾਰ ਹਾਂ। ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਹਰ ਪਾਰਟੀ ਨੇ ਇਸ ਪ੍ਰੋਜੈਕਟ ਦੇ ਵਿੱਚ ਇਹਨੂੰ ਸੂ ਕੀਤਾ ਹੋਇਆ, ਐਵਰੀ ਸਿੰਗਲ ਪਰਸਨ। ਐਂਡ ਉਹਨਾਂ ਦਾ ਵੀ ਮੈਨੂੰ ਹੁਣ ਫੋਨ ਆ ਰਿਹਾ ਸੀ ਦੂਸਰੀ ਪਾਰਟੀ ਦਾ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿ ਇਹ ਡੀਟੇਮ ਕਰ ਰਹੇ ਤੈਨੂੰ, ਐਂਡ ਦੇ ਮੇ ਬੀ ਕਾਲਿੰਗ ਯੂਰ ਨੰਬਰ ਰਾਈਟ ਨਾਓ ਇਨ ਫਿਊ ਮਿੰਟਸ ਐਜ਼ ਵੈਲ। ਉਹ ਵੀ ਇਸ ਚੀਜ਼ ਨੂੰ ਕਲੈਰੀਫਾਈ ਕਰਨਗੇ। ਉਹਨਾਂ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਧੂੜ। ਹੋ ਬੱਲੇ, ਇਹ ਤਾਂ ਵੱਡੇ ਬੰਦੇ ਹੋ ਸਰੀ। ਤੁਸੀਂ ਮਾਰਗੇਜ ਵਾਲੇ ਧੂੜ ਸਾਹਿਬ? ਨਹੀਂ, ਆਈ ਡੋਂਟ ਨੋ ਜੀ, ਆਈ ਡੋਂਟ ਨੋ। ਉਹ ਤੁਹਾਨੂੰ ਦੱਸ ਦੇਣਗੇ ਕਿਉਂਕਿ ਇਹ ਇਹਨਾਂ ਦੀ ਪੈਸੇ ਲੈ ਕੇ ਇਹਨਾਂ ਨੇ ਡਿਪੋਜ਼ਿਟ ਦਿੱਤਾ ਸੀ। ਬਾਅਦ ਵਿੱਚ ਇਹਨਾਂ ਨੇ ਗੇਮ ਖੇਡ ਗਿਆ, ਪ੍ਰਾਪਰਟੀ ਫਲਿਪ ਕਰਕੇ ਇਹਨਾਂ ਨੂੰ ਕਹਿੰਦਾ ਫਲਿਪ ਨਹੀਂ ਹੁੰਦੀ, ਐਂਡ ਦਿਸ ਇਜ਼ ਵਾਟ ਸ਼ੀ ਡਿਡ। ਸੋ
ਹੁਣ ਉਹ ਪ੍ਰਾਪਰਟੀ ਕਿਸੇ ਦੇ ਨਾਂ ਹਾਂ ਸਾਹਿਬ ਹੋ ਗਈ ਜਾਂ ਨਹੀਂ ਹੋਈ, ਉਹ ਕਿੱਥੇ ਖੜੀ ਹੈ ਗੱਲ? ਭਾਜੀ ਉਹੀ ਗੱਲ ਹੈ ਨਾ, ਮੈਂ ਜਦੋਂ ਦੇਖਦਾ ਹੁੰਦਾ ਕਿ ਕਈ ਵਾਰੀ ਪ੍ਰਾਪਰਟੀ ਦੇ ਜਿਵੇਂ ਆਪਣੇ ਮੇਰੇ ਕਈ ਵਾਰੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੋਈ ਚੀਜ਼ ਨੈਸ਼ ਹੁੰਦੀ ਹੈ, ਬਟ ਮੈਂ ਕਹਿਣਾ ਉਹ ਚੀਜ਼ ਮੈਂ ਬਲੀਵ ਨਹੀਂ ਕਰਦਾ। ਉਹ ਪ੍ਰਾਪਰਟੀ ਜਿਹੜੀ ਸੀਗੀ ਇਹਨੇ ਜਿਹੜੇ ਬੰਦੇ ਨੂੰ ਫਲਿੱਪ ਕੀਤੀ ਸੀਗੀ ਅੱਗੇ, ਜਦੋਂ ਪ੍ਰਾਪਰਟੀ ਜ਼ਿਆਦਾ ਦੀ ਸੀ 1.6 ਸਲਿਪ ਕਰ ਗਿਆ, ਉਹ ਪ੍ਰਾਪਰਟੀ ਤਾਂ ਘੱਟੋ ਘੱਟ $5 ਮਿਲੀਅਨ ਹੋਰ ਵਰਥ ਸੀਗੀ। ਇਹਨੂੰ ਨੰਬਰ ਦਾ ਪਤਾ ਨਹੀਂ ਸੀ, ਇਹ ਲਾਲਚ ਖਾ ਕੇ ਲੋਕ ਕੁਇਕਲੀ ਹੋ ਗਿਆ ਕਰ ਗਿਆ। ਉਹ ਪ੍ਰਾਪਰਟੀ ਜਿਹੜੇ ਬੰਦੇ ਨੇ ਲਈ ਸੀ ਉਹ ਬੰਦਾ ਵੀ ਬੈਂਕਰਪਸੀ ਫਾਈਲ ਕਰ ਗਿਆ। ਓਕੇ ਹਾਂਜੀ, ਸੋ ਦੈਟ ਪ੍ਰਾਪਰਟੀ ਇਜ਼ ਸਟਿਲ ਦੇਅਰ, ਇਟਸ ਅ ਕੋਰਟ ਆਰਡਰ ਸੇਲ ਉੱਥੇ ਲੱਗੀ ਹੈ, ਪਰ ਇਹਦੇ ਵਿੱਚ ਸਾਡਾ ਹੁਣ ਲੱਗਦਾ ਦੇਖਿਆ ਕੋਈ ਨਹੀਂ ਹੈ ਬਿਕੋਜ਼ ਇਹ ਫਲਿੱਪ ਕਰ ਗਿਆ। ਸਾਡਾ ਜਿਹੜਾ ਇਸ਼ੂ ਆ ਦਿੱਤੇ ਸੂਟ ਦੇ ਨਾਲ ਆ, ਇਹਨੂੰ ਇਹ ਮੈਂ ਫਿਰ ਆਈ ਰਿਪੀਟ ਮਾਈਸੈਲਫ ਕਿ ਇਹ ਮਸਲਾ ਮੈਂ ਕੋਰਟ ਦੇ ਧਿਆਨ ਵਿੱਚ ਲਿਆਂਦਾ ਹੈ। ਇਹਨੇ ਮੈਨੂੰ ਨੈਗੋਸ਼ੀਏਸ਼ਨ ਦੇ ਟੈਕਟਿਕਸ ਦੇ ਅਧੀਨ ਮੈਨੂੰ ਦੁਬਾਰਾ ਸੂ ਕੀਤਾ ਹੈ ਤੇ ਮੈਨੂੰ ਜਦੋਂ ਮੇਰੀ ਕੈਂਡੀਡੇਸੀ ਅਨਾਉਂਸ ਹੋਈ ਹੈ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੂੰ ਕੇਸ ਵਾਪਸ ਲੈ ਲੈ, ਨਹੀਂ ਮੈਂ ਤੈਨੂੰ ਮੀਡੀਆ 'ਚ ਡੀਫੇਮ ਕਰਾਂਗਾ, ਐਂਡ ਦੈਟਸ ਐਗਜ਼ੈਕਟਲੀ ਵਾਟ ਹੀ ਇਜ਼ ਡੂਇੰਗ। ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕੀਤੀ ਹੈ। ਹਾਂ, ਸ਼ੁਭ ਸ਼ਾਮ। ਥੈਂਕ ਯੂ ਸੋ ਮਚ। ਇਹ ਹਾਂ ਸੋਹਣੀ ਗੱਲ ਆਪਣੀ ਕਰਕੇ ਗਿਆ ਦਿੱਤਾ ਸੂਦ, ਉਹਨਾਂ ਨੇ ਕੱਲ ਆਪਣੀ ਗੱਲ ਕੀਤੀ ਹੈ। ਬਾਕੀ ਇਹ ਕੋਰਟ ਦੇ ਅਧੀਨ ਹੈ, ਜਿਵੇਂ ਦੱਸ ਕੇ ਗਏ ਨੇ। ਇਸ਼ੂ ਬਹੁਤ ਨੇ, ਇਹ ਇਕੱਲੀ ਇੱਕ ਪ੍ਰਾਪਰਟੀ ਦਾ ਝਗੜਾ ਨਹੀਂ, ਲੋਕਾਂ ਦੇ ਝਗੜੇ ਪ੍ਰਾਪਰਟੀਆਂ ਦੇ ਬਹੁਤ ਨੇ। ਉਹਦਾ ਕਾਰਨ ਇੱਕ ਹੈ ਵੀ ਜਾਂ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਹੈ ਨਹੀਂ, ਜਾਂ ਲੋਭ ਲਾਲਚ ਕੁਛ ਨਾ ਕੁਛ ਇਹਦੇ ਵਿੱਚ ਹੁੰਦਾ। ਪੇਪਰਾਂ ਦੀ ਬਹੁਤ ਵੱਡੀ ਕਮੀ ਹੈ, ਪੇਪਰ ਨਹੀਂ। ਹੁਣ ਉਹਨਾਂ ਨੇ ਇਹ ਕਿਹਾ ਸੀ ਵੀ ਦੇਵਾਂਸ਼ ਨੇ ਕੋਈ ਹਿੱਸਾ ਨਹੀਂ ਪਾਇਆ, ਮੈਂ ਆਪਣੇ ਵੱਲੋਂ ਡਿਪੋਜ਼ਿਟ ਦਿੱਤਾ 5 ਲੱਖ। ਦੇਵਾਂਸ਼ ਹੋਣੀ ਕਹਿੰਦੇ ਵੀ ਮੈਂ ਕਹਿ ਰਿਹਾ ਸੀ ਮੈਂ ਡਿਪੋਜ਼ਿਟ ਦਿੰਦਾ, ਕਹਿੰਦੇ ਮੈਨੂੰ ਇਹਨੇ ਪਰਾਂ ਕਰਤਾ ਤੇ ਕਿਸੇ ਤੋਂ ਹੋਰ 5 ਲੱਖ ਦਵਾਤਾ ਤੇ ਉਹ ਪ੍ਰਾਪਰਟੀ ਫਲਿੱਪ ਹੋ ਗਈ, ਪਰ ਉਹਨਾਂ ਨੇ ਪੈਸੇ ਹੋਲਡ ਕੀਤੇ ਹੋਏ ਨੇ। ਤੇ ਹੋ ਸਕਦਾ ਹੈ ਗੱਲ ਜਨਤਕ ਨਾ ਹੁੰਦੀ, ਇਹ ਤਾਂ ਗੱਲ ਠੀਕ ਹੈ, ਜੇ ਉਹ ਨਾ ਚੋਣ ਲੜਦੇ ਜਨਤਕ ਨਹੀਂ ਸੀ ਹੋਣ। ਚੋਣ ਲੜਨ ਤੋਂ ਬਾਅਦ ਇਹ ਜਨਤਕ ਗੱਲ ਹੋਈ ਹੈ, ਕਿਉਂਕਿ ਜਦ ਤੁਸੀਂ ਪਬਲਿਕ ਪਲੇਟਫਾਰਮ ਤੇ ਖੜਨਾ ਹੈ, ਇਹ ਕੱਲਾ ਅਦਿੱਤਿਆ ਸੂਦ ਦਾ ਨਹੀਂ, ਕੋਈ ABC ਵੀ ਖੜੇ ਉਸ ਸਮੇਂ ਫਿਰ ਉਹਦੀਆਂ ਅਲਮਾਰੀਆਂ ਅਗਲੇ ਨੇ ਫੋਲਣੀਆਂ ਨੇ। ਹਰ ਇੱਕ ਨਾਲ ਹੁੰਦਾ ਔਰ ਹਰ ਇੱਕ ਨਾਲ ਹੋ ਰਿਹਾ। ਇਹ ਤਾਂ ਗੱਲ ਠੀਕ ਹੈ, ਜਦ ਤੁਸੀਂ ਖੜਨਾ ਤਾਂ ਇਹ ਗੱਲ ਲੈ ਕੇ ਚੱਲਣੀ ਜਾਣੀ ਚਾਹੀਦੀ ਹੈ ਕਿ ਜੇ ਮੈਂ ਕੁਝ ਕੀਤਾ ਨਹੀਂ ਕੀਤਾ, ਚੰਗਾ ਕੀਤਾ ਮਾੜਾ ਕੀਤਾ, ਲੋਕਾਂ ਦੇ ਸਾਹਮਣੇ ਆਉਣਾ। ਅਗਲੀ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਹੋਣੀ ਤੂਰ ਵੀ ਨੇ ਮੇਰੇ ਨਾਲ, ਉਹ ਵੀ ਆਪਣੀ ਗੱਲਬਾਤ ਕਰਨ ਚਾਹੁੰਦੇ ਨੇ। ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣੇ ਬਾਰੇ ਪਹਿਲਾਂ ਦੱਸਿਓ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ ਤੂਰ ਹੈ ਜੀ। ਅੱਛਾ ਜੀ, ਤੁਸੀਂ ਕੀ ਕੰਮ ਕਰਦੇ ਹੋ? ਵੈਸੇ ਮੈਂ ਆਪਣੀ ਸਿਕਿਉਰਿਟੀ ਕੰਪਨੀ ਹੈ ਜੀ। ਅੱਛਾ, ਤੁਸੀਂ ਇੰਸ਼ੋਰੈਂਸ 'ਚ ਵੀ ਇਨਵੋਲਵ ਹੋ? ਉਹੀ ਗੁਰਪ੍ਰੀਤ ਸਿੰਘ ਤੂਰ ਹੋ? ਹਾਂਜੀ। ਓਕੇ ਹਾਂ, ਓਕੇ ਠੀਕ ਹੈ। ਗੁਰਪ੍ਰੀਤ ਸਿੰਘ ਤੂਰ, ਤੁਸੀਂ ਜਿਹੜਾ ਪਰਮਿੰਦਰ ਸਿੰਘ ਉਹਨਾਂ ਨਾਲ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਪਹਿਲਾਂ ਤੁਹਾਡੀ, ਉਹੀ ਹੋ? ਹਾਂਜੀ ਭਾਜੀ। ਓਕੇ, ਅੱਛਾ ਤੂਰ ਸਾਹਿਬ, ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਸ ਕੇਸ ਦੇ ਵਿੱਚ? ਤੁਸੀਂ ਤਾਂ ਅਦਿੱਤਿਆ ਸੂਦ ਦੇ ਕਲੋਜ਼ ਸੀ, ਮੈਨੂੰ ਪਤਾ ਨਿਊ ਈਅਰ ਦੀ ਈਵ ਤੇ ਤੁਸੀਂ ਨੱਠੇ ਉਹਨਾਂ ਨੇ, ਅਦਿੱਤਿਆ ਸੂਦ ਹੋਣੀ ਉੱਥੇ ਨੱਚਦੇ ਸੀ, ਭੰਗੜਾ ਪਾਉਂਦੇ ਸੀ, ਤੇ ਤੁਸੀਂ ਤਾਂ ਇਕੱਠੇ ਸੀ। ਇਹ ਕੀ ਇਸ਼ੂ ਕੀ ਹੈ? ਹਾਂ ਬਿਲਕੁਲ, ਇਕੱਠੇ ਹੋਣ ਕਰਕੇ ਹੀ ਟਰਸਟ ਦੇ ਵਿੱਚ ਹੋ ਕੇ ਅਸੀਂ ਇਹਨਾਂ ਨੇ ਇਨਵੈਸਟਮੈਂਟ ਕੀਤੀ ਸੀ ਤੇ ਉਹੀ ਟਰਸਟ ਦੇ ਬਿਹਾਈਂਡ ਦੇ ਉੱਤੇ ਅਸੀਂ ਸਾਰਾ ਇਨਵੈਸਟ ਕਰਕੇ, ਪਰ ਸਾਨੂੰ ਉਹਨਾਂ ਨੇ ਬਿਲਕੁਲ ਧੋਖੇ 'ਚ ਰੱਖ ਕੇ ਉਹ ਜੋ ਵੀ ਸੀ ਕਮਿਟਮੈਂਟ ਕੀਤੀਆਂ ਸੀਗੀਆਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਤੇ ਉਹਨਾਂ ਨੇ ਪ੍ਰਾਪਰਟੀ ਸਾਡੀ ਜੋ ਵੀ ਪ੍ਰੋਫਿਟ ਹੋਣਾ ਸੀਗਾ ਉਹ ਇਕੱਲਿਆਂ ਨੇ ਕੀਤਾ। ਸਾਨੂੰ ਪਹਿਲਾਂ ਇਨਵੋਲਵ ਕੀਤਾ ਉਸ ਪ੍ਰਾਪਰਟੀ ਦੇ ਵਿੱਚ, ਸਬਜੈਕਟ ਰਿਮੂਵ ਕਰਨ ਤੋਂ ਪਹਿਲਾਂ, ਤੇ ਕੰਪਲੀਸ਼ਨ ਵੇਲੇ ਨੂੰ ਸਾਨੂੰ ਵਿੱਚੋਂ ਕੱਢ ਦਿੱਤਾ ਜੀ। ਅੱਛਾ, ਤੁਸੀਂ 5 ਲੱਖ ਜਿਹੜਾ ਕਹਿ ਕੇ ਗਏ ਨੇ ਦੇਵਾਂ, ਤੁਸੀਂ ਡਿਪੋਜ਼ਿਟ ਦਿੱਤਾ ਸੀ ਉਹ ਪ੍ਰਾਪਰਟੀ ਦਾ? ਨਹੀਂ ਜੀ, ਅਸੀਂ ਅੱਧ 'ਚ ਆਏ ਸੀਗੇ ਜੀ। ਅਸੀਂ 2.5 ਲੱਖ ਦਿੱਤਾ ਸੀਗਾ, 2.5 ਲੱਖ ਉਹਨਾਂ ਨੇ ਦਿੱਤੇ, ਸੂਦ ਨੇ ਦਿੱਤਾ ਸੀਗਾ ਜੀ। ਤਾਂ 2.5 ਲੱਖ ਤੁਸੀਂ ਦਿੱਤਾ, ਉਹਦੇ ਵਿੱਚ ਤੁਹਾਡੇ ਕੋਲੋਂ ਚੈੱਕ ਗਿਆ, ਤੁਹਾਡੀ ਕੰਪਨੀ 'ਚ ਡਰਾਫਟ ਗਿਆ? ਸਾਡੇ ਕੋਲ ਉਹਦੇ ਡਰਾਫਟ ਹੈਗੇ ਜੀ, ਅਸੀਂ ਜੋ ਦਿੱਤਾ ਵਾ ਉਸ ਤੋਂ ਬਾਅਦ ਹਾਂਜੀ, ਉਹ ਸਾਨੂੰ ਸਾਡੇ ਨਾਲ ਹੋਈ ਸੀ ਗੱਲ ਸਿਰਫ 2 ਦਿਨ 3 ਦਿਨ ਸਬਜੈਕਟ ਰਿਮੂਵ ਕਰਨ ਤੋਂ ਪਹਿਲਾਂ, ਤੇ ਅਸੀਂ ਉਦੋਂ ਅਸੀਂ ਇਨਵੋਲਵ ਹੋਏ ਹਾਂ। ਸਾਡੇ ਕੋਲ ਪ੍ਰੂਫ ਪਿਆ। ਤੇ ਤੁਹਾਡਾ 2.5 ਲੱਖ ਮੋੜਤਾ? ਸਾਡਾ 2.5 ਲੱਖ ਮੋੜੇ ਆ ਕੇ ਮੇਰਾ ਪਾਰਟਨਰ ਸੀਗਾ ਅਮਰਿੰਦਰ ਨੱਡਾ, ਉਹਨਾਂ ਨੇ ਵਿੱਚ ਨਾਲ ਇਨਵੋਲਵ ਹੋ ਕੇ ਸਾਡਾ 2.5 ਲੱਖ ਮੋੜ ਗਿਆ।
ਪਰ ਸਾਡਾ PLA ਉਹਨਾਂ ਨੇ ਫਿਰ ਕਿਹਾ ਜੀ PLA ਦੇ ਅਪਲਾਈ ਕੀਤਾ ਵਾ ਉਹ $1 ਲੱਖ ਸਵਾ ਲੱਖ ਲੱਗੂਗਾ। ਪਹਿਲੀ ਇੰਸਟਾਲਮੈਂਟ ਹੈਗੀ 50,000 ਦੀ, ਉਹ ਅਸੀਂ ਪਹਿਲਾਂ 25,000 ਦਿੱਤਾ, ਉਹਨੇ 25,000 ਦਿੱਤਾ। ਉਹਨੇ ਦਿੱਤਾ ਨਹੀਂ ਦਿੱਤਾ ਸਾਨੂੰ ਪਤਾ ਨਹੀਂਗਾ, ਪਰ ਫਿਰ ਦੂਜੀ ਇੰਸਟਾਲਮੈਂਟ ਮੌਕੇ ਅਸੀਂ 25,000 ਫਿਰ ਦਿੱਤਾ। ਸਾਡਾ ਉਹ 25,000 ਪਲੱਸ GST ਪਾ ਕੇ ਪੇ ਕੀਤਾ ਵੀ ਇਹ PLA ਲਈ ਅਪਲਾਈ ਕੀਤਾ ਹੋਇਆ। ਜਿਹੜਾ ਆਰਕੀਟੈਕਟ ਜਾਂ ਇੰਜੀਨੀਅਰ ਜੋ ਹਾਇਰ ਕੀਤੇ ਸੀਗੇ ਸਾਨੂੰ ਉਹਨਾਂ ਨੂੰ ਮਿਲ ਨਹੀਂ ਸੀ ਦਿੰਦਾ ਤੇ ਮੈਂ ਉਹਨਾਂ ਆਪੇ ਗੱਲ ਕਰੂੰਗਾ, ਤੁਸੀਂ ਵੀ ਗੱਲ ਨਹੀਂ ਕਰ ਸਕਦੇ। ਉਹ ਸਾਡਾ ਹਲੇ ਪੈਸਾ ਇਨਵੋਲਵ ਹੈ ਜੀ, ਉਹ ਸਾਨੂੰ ਮਿਲਿਆ ਨਹੀਂ ਗਾ। ਤੇ ਚਲੋ ਤੁਮ ਸਾਹਿਬ ਤੁਸੀਂ ਬਿਜ਼ਨਸ ਕਰਦੇ ਹੋ, ਸੁਣੋ ਮੇਰੀ ਗੱਲ। ਹੁਣ ਇਹ ਤੁਸੀਂ ਅਨੋਬੜ ਨਹੀਂ, ਤੁਸੀਂ ਇੱਕ ਇੰਸ਼ੋਰੈਂਸ ਦਾ ਬਿਜ਼ਨਸ ਕੀਤਾ, ਤੁਸੀਂ ਇੱਕ ਆਪਣੀ ਆਪਣੀ ਆਪ ਚਲਾ ਰਹੇ ਹੋ ਸਿਕਿਉਰਿਟੀ ਕੰਪਨੀ। ਇਹ ਨਹੀਂ ਹੈ ਵੀ ਤੁਹਾਨੂੰ ਪਤਾ ਨਹੀਂ ਬਿਜ਼ਨਸ ਕਿਵੇਂ ਹੁੰਦਾ, ਇਹ ਨਹੀਂ ਤੁਸੀਂ ਕਹਿ ਸਕਦੇ ਤੁਹਾਨੂੰ ਦੱਸਦਾ ਨਹੀਂ ਸੀ, ਕਰਦਾ ਨਹੀਂ ਸੀ। ਕਈ ਵਾਰ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ। ਅਨੋਬੜ ਬੰਦੇ ਦੀ ਮੈਂ ਗੱਲ ਮੰਨ ਸਕਦਾ ਵੀ ਜਿਹਨੂੰ ਜ਼ੀਰੋ ਪਤਾ ਹੋਵੇ। ਤੁਸੀਂ ਇੱਕ ਬਿਜ਼ਨਸਮੈਨ ਹੋ, ਡਿਵੈਲਪਮੈਂਟ ਕਰਦੇ ਹੋ, ਤੁਹਾਨੂੰ ਪਤਾ। ਹੁਣ ਮੈਨੂੰ ਇਹ ਦੱਸਿਓ ਵੀ ਤੁਸੀਂ ਉਹਨੇ ਦਿੱਤੇ ਦੇਵਹਾਂਸ ਨੇ ਉਹਦੇ ਚ ਕੁਝ ਦਿੱਤਾ ਸੀ? ਨਹੀਂ, ਸਾਨੂੰ ਇਹ ਦੇਵਹਾਂਸ ਬਾਰੇ ਕੁਝ ਸਾਨੂੰ ਦੱਸਿਆ ਉਹਨੇ ਇਹ ਸੀਗਾ ਕਿ ਮੇਰੇ ਅੱਜ ਕੰਪਲੀਸ਼ਨ ਤੋਂ ਪਹਿਲਾਂ ਜਿਹੜੇ ਨਾਲ ਮੇਰੇ ਪਾਰਟਨਰ ਸੀ ਉਹ ਬੈਕਅਪ ਕਰ ਗਏ ਆ, ਮੈਂ ਹੁਣ ਸਬਜੈਕਟ ਰਿਮੂਵ ਕਰਨੇ ਆ ਤੇ ਤੁਸੀਂ ਜੇ ਆ ਸਕਦੇ ਹੋ ਤਾਂ ਆ ਜਾਓ। ਸਾਡੇ ਕੋਲ ਡਿਊ ਡਿਲੀਜੈਂਸ ਕਰਦਾ ਸਿਰਫ ਇੱਕ ਦਿਨ ਹੀ ਸੀਗਾ, 2 ਦਿਨ। ਉਹ ਅਸੀਂ ਜਿੰਨੇ ਕਰ ਸਕੇ ਅਸੀਂ ਪਤਾ ਕੀਤਾ, ਅਸੀਂ ਟਾਈਟਲ ਸਰਚ ਕੀਤਾ ਵੀ ਹਾਂ ਜਿਹੜੇ ਸੈਲਰ ਨੇ ਉਹ ਸੈਲ ਕਰ ਰਹੇ ਆ, ਉਹੀ ਪ੍ਰਾਪਰਟੀ ਓਨ ਕਰ ਰਹੇ ਆ ਜਿਨ੍ਹਾਂ ਨਾਲ ਕੰਟੈਕਟ ਸੀਗਾ ਉਹਦਾ, ਤੇ ਅਸੀਂ ਉਹ ਜਿੰਨੇ ਡਿਊ ਡਿਲੀਜੈਂਸ ਕਰ ਸਕਦੇ ਸੀ ਉਹ ਸਾਰੀ ਪੂਰੀ ਕੀਤੀ ਹੈ ਤੇ ਬਿਲਕੁਲ ਸਹੀ ਸੀਗੀ। ਪਰ ਉਹ ਤੋਂ ਬਾਅਦ ਇਹ ਬਿਲਕੁਲ ਪੂਰਾ ਫਿਲਮੀ ਸਟਾਈਲ ਦੇ ਨਾਲ ਹੋਇਆ ਜੀ, ਸਾਨੂੰ ਇਨਵੋਲਵ ਕਰਕੇ ਕਿ ਹਾਂ ਪ੍ਰਾਪਰਟੀ ਆਪਾਂ ਸਬਜੈਕਟ ਰਿਮੂਵ ਕਰ ਦਿੱਤੇ ਆ, ਹੁਣ ਆਪਾਂ ਇਹ ਪੂਰਾ ਸੀਗਾ ਕਮਿਟਮੈਂਟ ਵੀ ਆਪਾਂ ਫਲਿੱਪ ਹੀ ਕਰਨੀ ਆ। ਉਹਦੇ ਕੋਲੇ ਪੂਰੇ ਨਾ ਬਾਇਰ ਵੀ ਸੀਗੇ ਵੀ ਮੇਰੇ ਕੋਲ ਬਾਇਰ ਹੈਗੇ ਆ। ਹਾਂ, ਮਾਰਕੀਟ ਥੋੜੀ ਚੇਂਜ ਹੋਈ ਆ ਉਸ ਟਾਈਮ ਦੇ ਉੱਤੇ, ਪਰ ਉਹਨੇ ਸਾਨੂੰ ਸਾਡੀ ਕੰਪਲੀਸ਼ਨ ਸੀਗੀ ਜਾ ਕੇ ਨਵੰਬਰ, ਐਗਜ਼ੈਕਟ ਡੇਟ ਮੈਨੂੰ ਯਾਦ ਨਹੀਂ, ਆਫਟਰ ਅਕਤੂਬਰ। ਸਾਨੂੰ ਉਹਨਾਂ ਨੇ ਜਾ ਕੇ ਸਾਡੇ ਕੋਲ ਜਿੰਨੇ ਕਲਾਇੰਟ ਸੀਗੇ, ਮੇਰੇ ਕੋਲ ਬਾਇਰ ਸੀਗੇ ਜੀ, ਮੈਂ ਜਿਹਨਾਂ ਨੂੰ ਲੈ ਕੇ ਆਉਂਦਾ ਸੀਗਾ ਉਹ ਕਹਿੰਦੇ ਸੀਗੇ ਬਾਇਰ ਵੀ ਜਿਹੜੇ ਉਹਨਾਂ ਨਾਲ ਨੈਗੋਸ਼ੀਏਟ ਕਰਕੇ ਰੈਡੀ ਨਹੀਂ ਸੀਗਾ ਵੀ ਇਹਨਾਂ ਨਾਲ ਮੈਂ ਨੈਗੋਸ਼ੀਏਟ ਕਰਾਂਗਾ ਮੇਰੀਆਂ ਕੰਡੀਸ਼ਨਸ। ਟੂਰ ਸਾਹਿਬ ਕੰਪਨੀ ਨੰਬਰਿੰਗ ਉਹਦੇ ਸਾਲੇ ਦੀ, ਉਹਦੇ ਤੇ 9 ਤੇ ਤੁਸੀਂ $2.5 ਲੱਖ ਕਿਵੇਂ ਚੱਕ ਕੇ ਦੇਤਾ ਬਿਨਾਂ ਕੰਪਨੀ ਦੇ ਪੇਪਰਾਂ ਤੋਂ? ਵੀ ਸਾਨੂੰ ਉਹਨਾਂ ਨੇ ਪਾਵਰ ਆਫ ਅਟਾਰਨੀ ਦਿਖਾਈ ਸੀਗੀ ਜੀ ਵੀ ਮੇਰੇ ਕੋਲ ਪਾਵਰ ਆਫ ਅਟਾਰਨੀ ਹੈਗੀ ਆ ਜਿਹੜੀ ਮੈਂ ਫਿਰ ਵੀ ਪਾਵਰ ਆਫ ਅਟਾਰਨੀ ਉਹਦੇ 9 ਸੀ ਨਾ? ਹਾਂਜੀ, ਉਹ ਉਹਦੇ 9 ਸੀਗੀ ਜੀ। ਸਾਨੂੰ ਉਹਨੇ ਤਾਂ ਹੀ ਤੁਸੀਂ $2.5 ਲੱਖ ਕਿਵੇਂ ਦੇਤਾ ਉਹਦੀ ਪਾਵਰ ਆਫ ਅਟਾਰਨੀ ਤੇ 9 ਤਾਂ ਸਾਰਾ ਕੁਝ ਹੀ ਉਹਦੇ ਦਿੱਤੇ ਸੂਤ ਤੇ। ਤੁਸੀਂ $2.5 ਲੱਖ ਕਿੱਥੋਂ ਦੇਤਾ ਬਿਨਾਂ ਪੇਪਰਾਂ ਤੋਂ? ਨਹੀਂ, ਅਸੀਂ ਪੇਪਰ ਦੇ ਕੇ ਸਾਡੀ ਅਸੀਂ ਕੰਪਨੀ ਜਿਹੜੀ ਬਣਾਈ ਸੀ ਉਹਦੇ ਵਿੱਚ ਅਸੀਂ ਸ਼ੇਅਰ ਹੋਲਡਰ ਬਣੇ ਜੀ ਵੀ ਇਸ ਕੰਪਨੀ ਵਿੱਚ। ਉਹ ਕੰਪਨੀ ਦੇ ਨਾਂ ਫਿਰ ਉਹਨੇ ਕੰਪਨੀ ਦੇ ਨਾਂ ਕੰਟਰੈਕਟ ਕੀਤਾ ਸੀ ਨਵੀਂ ਬਣਾਈ? ਜਿਹੜੀ ਕੰਪਨੀ ਦਾ ਨਾਮ ਕੰਟਰੈਕਟ ਸੀਗਾ ਉਸੇ ਕੰਪਨੀ ਦੇ ਨਾਮ ਪਾਵਰ ਆਫ ਅਟਾਰਨੀ ਸੀਗੀ ਤੇ ਮੈਂ ਤੁਹਾਨੂੰ ਐਡ ਕਰ ਸਕਦਾ ਐਜ਼ ਸ਼ੇਅਰ ਹੋਲਡਰ, ਤੇ ਸਾਨੂੰ ਉਹਨੇ ਐਡ ਕੀਤਾ, ਡਾਕੂਮੈਂਟ ਬਣੇ ਜੀ। ਉਹ ਤੋਂ ਬਾਅਦ ਸਾਰਾ ਕੁਝ ਚੱਲੀ ਗਿਆ ਸੀ। ਪਰ ਜਿੱਦਣ ਸਤੰਬਰ ਦੇ ਵਿੱਚ ਆ ਗਿਆ ਸਾਡੇ ਕੋਲ ਜੀ, ਕਹਿੰਦਾ ਮੈਂ ਕਰਦਾ ਮੇਰੇ ਕੋਲ ਹੁਣ ਕੋਈ ਬਾਹਰ ਨਹੀਂ ਆ ਰਿਹਾ ਜੀ। ਜਿਹੜੇ ਅਸੀਂ ਬਾਹਰ ਲੈ ਕੇ ਆਉਂਦੇ ਸੀਗੇ ਉਹਨਾਂ ਨਾਲ ਉਹਨੇ ਡੀਲ ਨਹੀਂ ਕੀਤੀ, ਗੱਲ ਨਹੀਂ ਕੀਤੀ ਕੋਈ, ਨਹੀਂ ਆਪ ਮੇਰੀਆਂ ਕੰਡੀਸ਼ਨਾਂ ਫੇਵਰ ਨਹੀਂ ਕਰ ਰਹੇ, ਮੈਨੂੰ ਪਹਿਲਾਂ ਐਡਵਾਂਸ ਇੰਨਾ ਡਿਪੋਜ਼ਿਟ ਦੇਣਾ, ਮੈਂ ਤਾਂ ਗੱਲ ਕਰੂੰਗਾ। ਸਤੰਬਰ ਸਾਨੂੰ ਆ ਕੇ ਬੜੇ ਫਿਲਮੀ ਸਟਾਈਲ ਦੇ ਨਾਲ ਕਹਿੰਦੇ ਜਾਂ ਤਾਂ ਐਂ ਕਰੋ ਹੁਣ ਵੀ ਤੁਸੀਂ ਕੰਪਲੀਟ ਕਰ ਲਓ ਜਾਂ ਮੈਂ ਕਰ ਲੂੰਗਾ, ਕਿ ਮੇਰੇ ਕੋਲ ਬਾਹਰ ਹੈ ਨਹੀਂ ਕੋਈ। ਸਾਨੂੰ ਉਸ ਮੂਵਮੈਂਟ ਤੇ ਲੈ ਕੇ ਅੱਜ ਬਲੈਕਮੇਲ ਕਰਕੇ ਵੀ ਓਕੇ ਪਾਈ ਜਾਣਾ। ਸਾਡੇ ਕੋਲੇ ਨਾ ਤਾਂ ਸਾਨੂੰ ਵਰਕਆਊਟ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਕਲਾਇੰਟ ਰੈਡੀ ਸੀਗੇ ਉਹਨਾਂ ਨੂੰ ਅਸੀਂ ਜਵਾਬ ਦੇ ਚੁੱਕੇ ਹਾਂ, ਤੇ ਫਿਰ ਅਸੀਂ ਆ ਕੇ ਬੈਕਅਪ ਕਰ ਲਓ। ਇਵੈਂਚੁਅਲੀ ਬੈਂਸ ਸਾਹਿਬ 15 ਮਿਲੀਅਨ ਤੱਕ ਕਿਸੇ ਕੋਲ ਵੀ ਨਹੀਂ ਸੀ, ਸਾਰੇ ਫਲਿੱਪ ਦੇ ਮੂਡ 'ਚ ਸੀ ਸਾਰੇ। ਇਵੈਂਚੁਅਲੀ ਤਾਂ ਇਹੀ ਪਲੈਨਿੰਗ ਸੀ ਨਾ ਸਾਡੀ? ਬਿਲਕੁਲ ਪਲੈਨਿੰਗ ਇਹੀ ਸੀ। ਉਹ ਬੰਦੇ ਸਾਨੂੰ ਲਿਆਂਦਾ ਜਾਂ ਸੀ ਮੇਰੇ ਕੋਲ ਬਾਹਰ ਹੈਗੇ ਆ, ਆ ਜਾਓ ਤੇ ਮੈਂ ਇਹ ਆਪਾਂ ਸੈਲ ਕਰਨੀ ਆ ਤੇ ਆਪਾਂ PLA ਨੇ ਬਿਟਵੀਨ PLA ਦੇ ਕੰਡੀਸ਼ਨਾਂ ਵਧਾਵਾਂਗੇ ਤਾਂ ਪ੍ਰਾਈਸ ਵਧੂਗਾ ਪ੍ਰਾਪਰਟੀ ਦਾ। ਉਹ ਸਾਨੂੰ ਵੀ ਆਪਾਂ ਤੁਹਾਨੂੰ ਵੀ ਪਤਾ ਹੀ PLA ਦੀ ਕੰਡੀਸ਼ਨਸ ਲੱਗਣਗੀਆਂ, ਪੂਰੀਆਂ ਹੋਣਗੀਆਂ ਤਦ ਪ੍ਰਾਪਰਟੀ ਦੀ ਵੈਲਿਊ ਵੱਧਦੀ ਆ। ਪਰ ਸਤੰਬਰ ਦੇ ਵਿੱਚ ਸਾਨੂੰ ਕਹਿੰਦਾ ਕੋਈ ਬਾਇਰ ਨਹੀਂ ਮੇਰੇ ਕੋਲੇ ਤੇ ਮੈਂ ਤੁਸੀਂ ਜਾਂ ਪੈਸੇ ਲੈ ਲਓ ਜਾਂ ਗਿਵ ਅਪ ਕਰ ਦਿਓ ਜਾਂ ਮੈਨੂੰ ਛੱਡ ਦਿਓ। ਅਸੀਂ ਆਪਣਾ $2.5 ਲੱਖ ਲੈ ਕੇ ਅਸੀਂ ਛੱਡ ਦਿੱਤਾ ਜੀ, ਪਰ ਵਿਦਨ 1 ਮੰਥ ਇਹਨੇ ਪ੍ਰਾਪਰਟੀ ਕੰਪਲੀਟ ਕਰ ਲਈ ਤੇ ਉਹ ਸਾਨੂੰ ਬਿਲਕੁਲ ਫਿਲਮੀ ਸਟਾਈਲ ਨਾਲ ਬਾਹਰ ਕੱਢਦਾ ਵੀ ਓਕੇ ਭਾਈ ਆਪਾਂ ਕੁਛ ਹੋ ਨਹੀਂ ਸਕਦਾ। ਹਾਂ, ਜਦੋਂ ਸਾਨੂੰ ਪਤਾ ਲੱਗਿਆ ਵੀ ਕੰਪਲੀਟ ਹੋ ਗਈ ਆ ਤਾਂ ਫਿਰ ਅਸੀਂ ਮੈਂ ਉਹਨੂੰ ਸੂ ਕੀਤਾ ਜੀ, ਮੈਂ ਕੋਡ ਹਾਂ ਵੀ ਮੈਂ ਆਪਣੇ ਸਾਡਾ ਜੋ ਲਾਸ ਹੋਇਆ ਇੱਕ ਮੇਰੇ ਜਿਹੜੀ PLA ਇਨਵੈਸਟਮੈਂਟ ਕੀਤਾ 50,000 ਉਹ ਵੀ ਰਹਿੰਦਾ ਜੀ, ਤੇ ਬਾਕੀ ਸਾਨੂੰ ਪ੍ਰੋਫਿਟ ਕੋਈ ਨਹੀਂ ਮਿਲਿਆ ਵਿੱਚੋਂ। ਤੁਸੀਂ ਵੀ ਕੀਤਾ, ਦੇਵਹਾਂਸ ਨੇ ਅਲੱਗ ਕੀਤਾ ਹੋਇਆ? ਹਾਂਜੀ, ਉਹਨਾਂ ਦਾ ਅਲੱਗ ਕੀਤਾ। ਹੁਣ ਮੈਨੂੰ ਤਾਂ ਇਹ ਹੁਣ ਪਤਾ ਲੱਗਿਆ ਜੀ ਵੀ ਇਸ ਪ੍ਰਾਪਰਟੀ ਵਿੱਚ ਦੇਵਹਾਂਸ ਉਹਨਾਂ ਦਾ ਵੀ ਹੋਇਆ ਵਾ, ਪਸੰਦ ਤਾਂ ਸੀ ਸਾਡੇ ਨਾਲ ਹੋਇਆ ਗੱਲਾਂ। ਦੇਵਹਾਂਸ ਹੋਣੀ ਨੱਡੇ ਉਹਨਾਂ ਦੇ ਕਾਫੀ ਦੋਸਤ ਨੇ, ਐ ਤਾਂ ਨਹੀਂ ਗੱਲ ਹੋਣੀ ਵੀ ਤੁਹਾਨੂੰ ਪਤਾ ਨਾ ਹੋਵੇ। ਤੁਸੀਂ ਕਾਮਨ ਫਰੈਂਡ ਹੋ ਯਾਰ, ਐ ਨਾ ਕਹੋ ਸਾਨੂੰ ਵੀ ਤੁਹਾਨੂੰ ਪਤਾ ਨਹੀਂ। ਕਾਮਨ ਫਰੈਂਡ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਦਿੱਤਾ ਸੂਦ ਨੇ ਪਹਿਲਾਂ ਦੇਵਹਾਂਸ ਨਾਲ ਵੀ ਇਹ ਪ੍ਰਾਪਰਟੀ ਦਾ ਗੇਮ ਖੇਡ ਚੁੱਕਿਆ ਵਾ,
ਤਾਂ ਸਾਡੇ ਕੋਲੇ ਆਇਆ ਤਾਂ ਸਾਨੂੰ ਤਾਂ ਉਹਨੇ ਦੱਸਿਆ ਗਿਆ ਮੇਰੇ ਜਿਹੜੇ ਨਾਲ ਮੇਰੇ ਪਾਰਟਨਰ ਸੀਗੇ ਉਹ ਬੈਕਅਪ ਕਰ ਗਿਆ, ਤੁਹਾਡੇ ਕੋਲੇ ਓਪਰਚੁਨਿਟੀ ਹੈਗੀ ਮੇਰੇ ਨਾਲ ਆ ਜਾਓ। ਹਾਂ ਅਸੀਂ ਕੰਮ ਇਕੱਠੇ ਕਰਦੇ ਸੀਗੇ ਸੋਚ ਕੇ ਵੀ ਹਾਂ ਟਰਸਟ ਕਰ ਲਿਆ। ਹਾਂ ਪੇਪਰ ਦੇਖਿਆ, ਡਿਊ ਡਿਲੀਜੈਂਸ ਪੂਰੀ ਕੀਤੀ ਆ, ਕੰਪਨੀ ਸਾਡਾ ਸ਼ੇਅਰ ਸੀ, ਅਸੀਂ ਵਿਡਰਾਅ ਕੀਤਾ, ਪਰ ਸਾਨੂੰ ਵਿਡਰਾਅ ਕਰਨ ਲੱਗਿਆ ਨੇ ਬੜੇ ਫਿਲਮੀ ਸਟਾਈਲ ਨਾਲ ਕਿਹਾ ਵੀ ਅੱਜ ਆਪਣੇ ਕੋਲ ਮਹੀਨਾ ਰਹਿ ਗਿਆ ਤੁਹਾਨੂੰ ਕੀ ਕਰਨ ਨੂੰ, ਤੇ ਅਸੀਂ ਫਿਰ ਹਾਰ ਕੇ ਵਿਡਰਾਅ ਕਰ ਲਿਆ, 2.5 ਲੱਖ ਤਾਂ ਆ ਜਾਵੇ। ਪਰ ਸਾਨੂੰ ਹੁਣ ਪਤਾ ਲੱਗਿਆ ਵੀ ਪ੍ਰੋਫਿਟ ਦੇ ਵੇਚੀਏ ਤੇ ਇਕੱਲਾ ਪ੍ਰੋਫਿਟ ਲੈ ਗਿਆ, ਤਦ ਸਾਨੂੰ ਪਤਾ ਲੱਗਿਆ ਵੀ ਇਹ ਓਕੇ ਜੀ ਓਕੇ ਠੀਕ ਹੈ ਤੂੰ ਸਰ ਥੈਂਕ ਯੂ ਧੰਨਵਾਦ ਤੁਸੀਂ ਐਡਮ ਥੈਂਕ ਯੂ ਬਾਈ। ਦੇਖੋ ਦੋਸਤ ਨੇ ਉਹ ਤੁਸੀਂ ਸਾਰੇ ਮੈਂ ਉਹ ਫੰਕਸ਼ਨ ਤੇ ਗਿਆ, ਨੱਡਾ ਤੇ ਗੁਰਪ੍ਰੀਤ ਤੂਰ ਤੇ ਅਦਿੱਤਿਆ ਹੋਣੀ ਉੱਥੇ ਤੁਹਾਡੇ ਫੰਕਸ਼ਨ ਤੇ ਆਰੀਆ ਬੈਂਕਟ ਹਾਲ ਦੇ ਵਿੱਚ ਚੋਲੀ ਕੁੜਤਾ ਪਾ ਕੇ ਨੱਚਣ ਲੱਗੇ ਹੋਏ ਸੀ। ਮੈਂ ਤਾਂ ਮੇਰੇ ਦੋਸਤ ਨਾਲ ਪਰਵਿੰਦਰ ਸਿੰਧ ਨਾਲੇ ਗਿਆ ਤੇ ਉਹ ਤੁਸੀਂ ਇਕੱਠੀ ਬਿਜ਼ਨਸ ਪਰਵਿੰਦਰ ਉਹਨਾਂ ਨਾਲ ਸੀ, ਹੁਣ ਤੁਸੀਂ ਉਹ MP ਇੰਸ਼ੋਰੈਂਸ ਵੇਚਤਾ AP ਇੰਸ਼ੋਰੈਂਸ ਤੇ ਐਨੀਵੇਜ਼। ਪਰ ਇਹ ਹੈ ਤਾਂ ਤੁਸੀਂ ਦੋਸਤ, ਇਹ ਸਾਰੇ ਦੋਸਤ ਮਿੱਤਰ ਸੀ, ਮਿੱਤਰਾਂ ਦੇ ਨਾਲ ਹੀ ਹੋਣਾ। ਚਲੋ ਇਹ ਵੀ ਮੈਂ ਬੈਨੀਫਿਟ ਆਫ ਡਾਊਟ ਦਿੰਦਾ ਹੈ ਵੀ ਦੋਸਤਾਂ ਨੇ ਹੀ ਕਿਤੇ ਡਿਵੈਲਪਮੈਂਟ ਕਰਨੀ ਹੈ, ਅਨੋਬਰ ਨਾਲ ਤਾਂ ਕਰਨੀ ਨਹੀਂ, ਦੋਸਤ ਰਲ ਕੇ ਕਰਦੇ ਨੇ। ਕੱਚਾ ਲਿਖਿਆ ਹੋਇਆ, ਕੱਚਾ ਕੀਤਾ ਹੋਇਆ। ਹੁਣ ਸਵਾਲ ਜਵਾਬ ਮੈਂ ਜਿਹੜੇ ਕੀਤੇ ਨੇ ਲੋਕਾਂ ਨੇ ਸੁਣੇ, ਲੋਕਾਂ ਨੇ ਨਿਰਣਾ, ਮੈਂ ਨਹੀਂ ਨਿਰਣਾ ਦੇ ਸਕਦਾ ਤੁਸੀਂ, ਕਿਉਂਕਿ ਕੋਰਟ 'ਚ ਕੇਸ ਹੈ। ਪਰ ਇਹ ਗੱਲ ਬਾਹਰ ਫਲੇਅਰ ਤਾਂ ਹੋਈ ਜਦ ਦੇਵ ਹਾਂ ਸੁਣੀ ਖੜੇ ਤਾਂ ਅਦਿੱਤਿਆ ਉਹਨਾਂ ਨੇ ਕਿਹਾ ਵੀ ਹੁਣ ਮੇਰੇ ਕੋਲ ਚਾਂਸ ਹੈ। ਅਦਿੱਤਿਆ ਨੂੰ ਮੈਂ ਕੱਲ ਪੁੱਛਿਆ, ਕਹਿੰਦਾ ਮੈਂ ਤਾਂ ਗੱਲ ਹੀ ਨਹੀਂ ਕੀਤੀ ਆਪ, ਮੈਨੂੰ ਤਾਂ ਮੀਡੀਆ ਆ ਕੇ ਪੁੱਛਣ ਆਇਆ। CTV ਮੀਡੀਆ ਨੂੰ ਲੀਡ ਕਿਹਨੇ ਦਿੱਤੀ ਇਹ ਰੱਬ ਜਾਣਦਾ, ਉਹ ਤਾਂ ਹੀ ਆਏ ਅਦਿੱਤਿਆ ਉਹਨਾਂ ਕੋਲ ਜੇ CTV ਨੂੰ ਪਤਾ ਲੱਗਿਆ। ਪਰ ਹਲੇ ਹੁਣ ਕੋਰਟ ਦੇ ਵਿੱਚ ਕੇਸ ਹੈ ਤੇ ਜਿੱਦਣ ਕੋਰਟ ਦੇ ਵਿੱਚੋਂ ਕੇਸ ਕਲੀਅਰ ਹੋ ਜੂ ਫਿਰ ਤੁਹਾਨੂੰ ਵਰਡਿਕਟ ਦੇ ਦਾਂਗੇ। ਬੈਂਸ ਸਾਹਿਬ ਮੇਰੇ ਨਾਲ ਨੇ, ਅੱਜ ਮੈਂ ਉਹਨਾਂ ਨਾਲ ਸਵਾਲ ਕਰਨੇ ਨੇ ਕਿ ਸਰੀ ਦਾ ਜਿਹੜਾ ਹਸਪੀਟਲ ਹੈ ਉਹਦੀ ਅਸਲ ਸੱਚਾਈ ਕੀ, ਕਿਉਂਕਿ ਗੱਲ ਇਹ ਚੱਲ ਰਹੀ ਹੈ ਕਿ ਜ਼ਮੀਨ ਨਾਉ ਨਹੀਂ, NDP ਗਲਤ ਵਾਅਦਾ ਕਰ ਰਹੀ ਹੈ। ਮੇਰੇ ਕੋਲ ਕੁਝ ਡਾਕੂਮੈਂਟਸ ਭੇਜੇ ਨੇ ਜਿਹਦੇ ਵਿੱਚ ਜਿਹੜੀ ਇੱਕ ਕੰਪਨੀ ਕਲੀਨਿਕਲ ਜਿਹੜੀ ਪ੍ਰੋਫੈਸ਼ਨਲ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਸਪੋਰਟ ਸਰਵਿਸ ਹੈ, ਕਲੀਨਿਕਲ SVC ਪਲਾਨ ਫੰਕਸ਼ਨਲ ਪ੍ਰੋਗਰਾਮ ਦਾ, ਜਿਹਦੇ ਵਿੱਚ ਇਸ ਕੰਪਨੀ ਨੂੰ ਜਿਹੜਾ ਕੰਟਰੈਕਟ ਦਿੱਤਾ ਗਿਆ ਜਿਸ ਨੇ ਆਰਕੀਟੈਕਟ ਦਾ ਕੰਮ ਕਰਨਾ ਹੈ। ਫਿਰ ਆਰਕੀਟੈਕਟ ਦਾ ਜਦ ਕੰਟਰੈਕਟ ਦੇਤਾ, ਇਹ ਹੁਣ ਝੂਠ ਹੈ ਜਾਂ ਸੱਚ ਹੈ? ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਬੈਂਸ ਸਾਹਿਬ ਨੂੰ। ਵਪਾਰਕ ਸੰਦੇਸ਼ਾਂ ਤੋਂ ਬਾਅਦ ਹੁਣੇ ਆਇਆ ਬੈਂਸ ਸਾਹਿਬ, ਥੋੜਾ ਜਿਹਾ ਜੀ ਵੇਟ ਕਰਿਓ, ਸੌਰੀ ਮੈਂ ਅੱਗੇ ਥੋੜਾ ਜਿਹਾ ਉੱਪਰ ਟਾਈਮ ਚਲੇ ਗਿਆ, ਹੁਣੇ ਆਇਆ ਬਾਅਦ। ਹਰੀ ਬੈਂਸ ਸਾਹਿਬ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਤੁਹਾਨੂੰ ਤੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੈਂਪੇਨ ਦਾ ਟਾਈਮ ਹੈ, ਮੈਂ ਤੁਹਾਨੂੰ ਹੋਲਡ ਕੀਤਾ ਜੀ, ਮਾਫੀ ਦੇ ਦਿਓ, ਦੀਵਾਨੀ ਮੁਕੱਦਮਾ ਚੱਲ ਰਿਹਾ ਸੀ ਨਹੀਂ ਉਹ ਵੀ ਸਮਾਂ ਲੱਗ ਗਿਆ ਜੀ। ਜਿਹੜੇ ਕਮਿਊਨਿਟੀ ਦੇ ਇਸ਼ੂ ਤੁਸੀਂ ਉਠਾਉਣੇ ਆ, ਤੁਹਾਡਾ ਫਰਜ਼ ਬਣਦਾ, ਤੁਸੀਂ ਉਠਾ ਰਹੇ ਹੋ, ਕੋਈ ਗੱਲ ਨਹੀਂ। 5-7 ਮਿੰਟ ਇੱਧਰ ਉੱਧਰ ਹੋ ਗਿਆ ਤਾਂ ਇਹ ਤਾਂ ਕੰਮ ਚੱਲਦੇ ਰਹਿਣੇ ਆ, ਪਰ ਜਿਹੜੇ ਜ਼ਰੂਰੀ ਇਨਫੋਰਮੇਸ਼ਨ ਲੋਕਾਂ ਤੋਂ ਜਾਣੀ ਚਾਹੀਦੀ ਹੈ ਤੁਹਾਡੇ ਥਰੂ, ਉਹ ਜ਼ਰੂਰੀ ਆ। ਧੰਨਵਾਦ ਜੀ। ਬੈਂਸ ਸਾਹਿਬ ਮੈਨੂੰ ਹਸਪਤਾਲ ਦਾ ਜੀ ਕਲੀਅਰ ਕਰਿਓ, ਮੈਨੂੰ ਪੇਪਰ ਵਰਕ ਇੱਕ ਮਿਲਿਆ ਜਿਹਦੇ ਵਿੱਚ ਰਿਸੋਰਸਿਸ ਪਲੈਨਿੰਗ ਗਰੁੱਪ ਨੂੰ ਕਲੀਨਿਕਲ ਸਰਵਿਸ ਪਲੈਨਿੰਗ ਤੇ ਫੰਕਸ਼ਨਲ ਪ੍ਰੋਗਰਾਮ ਕੰਸਲਟੈਂਟ ਦੇ ਤੌਰ ਤੇ ਹਾਇਰ ਕੀਤਾ ਗਿਆ। ਇੱਕ ਬੰਨੇ ਗੱਲ ਇਹ ਚੱਲ ਰਹੀ ਹੈ ਵੀ ਬਿਲਕੁਲ ਕੁਛ ਨਹੀਂ, ਨੌ ਜ਼ਮੀਨ ਕੁਇੰਟਲ ਪੋਲੀਟੈਕਨਿਕ ਯੂਨੀਵਰਸਿਟੀ ਦੇ ਨਾਂ ਹੈ। ਦੂਜੇ ਬੰਨੇ ਫਰੇਜ਼ਰ ਹੈਲਥ ਅਥਾਰਟੀ ਇਹ ਕੰਟਰੈਕਟ ਦੇ ਰਹੀ ਹੈ। ਇਹ ਹੁਣ ਇਹਨੂੰ ਕਲੀਅਰ ਕਰੋ ਲੋਕਾਂ ਲਈ। ਦੇਖੋ ਜੀ, ਜਦੋਂ ਦੇਖੋ ਨਾ ਕੋਈ ਪੋਲੀਟਿਕਸ ਆ, ਜਦੋਂ ਇਹਦੇ ਵਿੱਚ ਇੱਕ ਪਾਰਟੀ ਫੇਲ ਹੋ ਗਈ, ਨਹੀਂ ਕੁਝ ਦੱਸ ਸਕੀ, ਨਹੀਂ ਕੁਝ ਕਰ ਸਕੀ, ਹੁਣ ਉਹਨਾਂ ਦਾ ਕੰਮ ਇਹ ਆ ਕਿ ਇਹਨੂੰ ਥੋੜਾ ਜਿਹਾ ਗੰਧਲਾ ਕਰ ਦਿਓ, ਲੋਕਾਂ ਦੇ ਮਨਾਂ 'ਚ ਸ਼ੱਕ ਪਾ ਦਿਓ, ਜਿਹੜਾ ਕੋਈ ਕਰ ਰਹੇ ਆ। ਔਰ ਕਿਸੇ ਹੱਦ ਤੱਕ ਉਹਨਾਂ ਨੂੰ ਮੈਂ ਕਹਿੰਦਾ ਵੀ ਸਕਸੈਸ ਮਿਲ ਰਹੀ ਆ, ਪਰ ਲੋਕੀ ਨਹੀਂ ਮੰਨ ਰਹੇ ਉਹਨਾਂ ਦੀ ਗੱਲ ਇਹ। ਸੋ ਹੁਣ ਦੱਸਦੇ ਅਸਲੀਅਤ ਕੀ ਆ। ਇਹ ਜਦੋਂ ਆਪਾਂ ਨੂੰ ਪਤਾ ਕਿ ਪਹਿਲਾਂ 16 ਸਾਲ ਆਪਣੇ ਇੱਥੇ ਇਹਨਾਂ ਦਾ ਰਾਜ ਰਿਹਾ, ਤੇ ਉਹ ਤੁਹਾਨੂੰ ਦੱਸਾਂ ਵੀ 2005 ਤੱਕ, ਜਦੋਂ ਤੱਕ ਜਗਰੂਪ ਬਰਾੜ ਪਹਿਲੀ ਵਾਰੀ ਨਹੀਂ ਜਿੱਤੇ, ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ, ਉਦੋਂ ਵਾਅਦਾ ਕਰ ਦਿੱਤਾ ਵੀ ਅਸੀਂ ਹਸਪਤਾਲ ਬਣਾਵਾਂਗੇ, ਉਹ ਜ਼ਮੀਨ ਤੇ ਖੜ ਕੇ, ਜਿਹੜੀ ਕਿ ਇਹਨਾਂ ਨੇ ਬਾਅਦ ਚ ਵੇਚੀ। ਫਿਰ ਉਹਨਾਂ ਨੇ ਦੇਖੋ ਪਹਿਲਾ ਸਵਾਲ ਜਦੋਂ ਉੱਥੇ ਗਏ ਵਿਕਟੋਰੀਆ, ਤਾਂ ਉਹ ਸਰੀ ਮੈਮੋਰੀਅਲ ਹਸਪਤਾਲ ਦੀ ਕਰਾਊਡਿੰਗ ਬਾਰੇ ਕੀਤਾ ਸੀ ਵੀ ਇਹਨੂੰ ਕਿਉਂ ਨਹੀਂ ਵਧਾ ਰਹੇ, ਕਿਉਂ ਨਹੀਂ ਇਹਦੇ ਤੇ ਆਪਾਂ ਨੂੰ ਰਾਹਤ ਮਿਲਦੀ। ਉਹਦਾ ਪ੍ਰੈਸ਼ਰ ਪੈਂਦਾ ਰਿਹਾ ਤੇ ਠੀਕ ਉਹਨਾਂ ਨੇ ਐਕਸਪੈਂਸ਼ਨ ਸਰੀ ਮੈਮੋਰੀਅਲ ਹਸਪਤਾਲ ਦੀ ਕੀਤੀ। ਹੁਣ ਉਸ ਤੋਂ ਬਾਅਦ ਆ ਜਾਂਦੀ ਗੱਲ ਵੀ ਇੰਨੀ ਵੱਡੀ ਸਾਡੀ ਕਮਿਊਨਿਟੀ ਏਡੀ ਜਲਦੀ ਵੱਧ ਰਹੀ ਆ, ਔਰ ਜਲਦੀ ਇਹ ਸਾਡੇ BC ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਣਾ, ਤੇ ਇਹਨੂੰ ਸੈਕੰਡ ਹਸਪਤਾਲ ਦੀ ਲੋੜ ਆ। ਤੇ ਸਾਡੀ ਜਦੋਂ ਸਾਡੀ ਕੈਂਪੇਨ ਚੱਲ ਰਹੀ ਸੀ ਲਾਸਟ ਟਾਈਮ, ਤੇ ਉਸ ਵੇਲੇ
ਸਾਡੇ ਪ੍ਰੀਮੀਅਰ ਸਾਹਿਬ ਨੇ ਕਿਹਾ ਕਿ ਇੱਥੇ ਸੈਕੰਡ ਹਸਪਤਾਲ ਦੀ ਲੋੜ ਆ ਔਰ ਅਸੀਂ ਸੈਕੰਡ ਹਸਪਤਾਲ ਬਣਾਵਾਂਗੇ। ਉਹ ਉਸ ਤੋਂ ਬਾਅਦ ਸਾਡੀ ਸਰਕਾਰ ਬਣ ਗਈ। ਉਹ ਫਿਰ ਦੇਖੋ ਜੀ ਸਾਡਾ ਜਿਹੜਾ ਹੈਗਾ ਆ ਪ੍ਰੋਸੈਸ ਆ ਨਾ, ਉਹਦੀ ਕਨਸੈਪਟ ਪਲਾਨ ਪਹਿਲਾਂ ਅਨਾਉਂਸ ਹੋਈ, ਜਿਹੜਾ ਕਿ ਟ੍ਰੈਜਰੀ ਬੋਰਡ ਵਿੱਚ ਜਾਂਦਾ। ਟ੍ਰੈਜਰੀ ਬੋਰਡ ਵਿੱਚ ਜਾ ਕੇ ਉਹਨੂੰ ਮਨਜ਼ੂਰੀ ਮਿਲ ਗਈ। ਉਹਦੇ ਵਿੱਚ ਰਫ ਨੰਬਰ ਜੇ ਅਟੈਚ ਹੋ ਜਾਂਦੇ ਵੀ ਇੰਨੇ ਕੁ ਦਾ ਇਹ ਪ੍ਰੋਜੈਕਟ ਹੈਗਾ। ਉਸ ਤੋਂ ਬਾਅਦ ਫਿਰ ਜਦੋਂ ਉਹ ਹੋ ਜਾਂਦਾ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ ਇਹ ਅਸਲੀਅਤ ਆ, ਏਦਾਂ ਹੀ ਪ੍ਰੋਸੈਸ ਚੱਲਦਾ ਗਵਰਨਮੈਂਟ ਦਾ, ਕੋਈ ਪ੍ਰੋਜੈਕਟ ਹੋਵੇ। ਫਿਰ ਉਸ ਤੋਂ ਬਾਅਦ ਉਹਦੀ ਬਿਜ਼ਨਸ ਪਲਾਨ ਬਣਨੀ ਆ, ਜਿਹਦੇ ਨਾਲ ਵੀ ਆਪਾਂ ਨੂੰ ਪਤਾ ਲੱਗ ਜਾਣਾ ਵੀ ਬਿਲਡਿੰਗ ਤੇ ਕਿੰਨਾ ਖਰਚ ਆਉਣਾ, ਆਰਕੀਟੈਕਟ ਦਾ ਕਿੰਨਾ ਖਰਚ ਆਉਣਾ, ਇੰਟੀਰੀਅਰ ਦਾ ਕਿੰਨਾ ਖਰਚ ਆਉਣਾ, ਬਾਹਰ ਜਿੰਨਾ ਵੀ ਕੁਛ ਆ ਸਾਰਾ ਪਲੰਬਿੰਗ ਵਗੈਰਾ ਆਪਾਂ ਨੂੰ ਪਤਾ ਵੀ ਘਰ ਬਣਦੇ ਆ, ਲੋਕੀ ਸਾਰੇ ਜਾਣਦੇ ਆ। ਉਹਦਾ ਫਿਰ ਉਹ ਪ੍ਰੋਜੈਕਟ ਕਰਕੇ ਤਾਂ ਫਿਰ ਪਤਾ ਲੱਗ ਜਾਂਦਾ ਵੀ ਫਾਈਨਲ ਕਾਸਟ ਕਿੰਨੀ ਹੋਣੀ ਆ। ਉਹ ਫਿਰ ਉਹ ਬਿਜ਼ਨਸ ਪਲਾਨ ਦੇ ਵਿੱਚ ਹੋਣੀ ਆ। ਉਹ ਫਿਰ ਜਿਹੜਾ ਆ ਬਜਟ ਆ ਨਾ ਸਾਡਾ ਹੋਰ ਲਾਉਣਾ, ਉਹਦੇ ਵੀ ਲਾਈਨ ਆਈਟਮ ਬਣ ਜਾਂਦੀ ਜਿੱਦਾਂ ਸਾਡੀ ਬਿਜ਼ਨਸ ਪਲਾਨ ਤਿਆਰ ਹੋ ਗਈ। ਸੋ ਹੁਣ ਦੇਖੋ ਇਨ ਦਾ ਮੀਨ ਟਾਈਮ ਉਹਦੇ ਤੇ ਕੰਮ ਹੋ ਰਿਹਾ। ਤੁਸੀਂ ਆ ਗੱਲ ਕੀਤੀ ਆ, ਮੇਰੇ ਕੋਲ ਡਾਕੂਮੈਂਟ ਪਿਆ। ਮਈ ਦੇ ਵਿੱਚ ਫਰੇਜ਼ਰ ਹੈਲਥ ਅਥਾਰਟੀ ਨੇ ਇਹ ਰਿਕੁਐਸਟ ਮੰਗੀ ਆ, ਰਿਕੁਐਸਟ ਆਫ ਇੰਪ੍ਰੈਸ਼ਨ ਉਹਨੂੰ ਕਹਿੰਦੇ ਆ, ਐਕਸਪ੍ਰੈਸ਼ਨ, ਕਿ ਸਾਨੂੰ ਆਰਕੀਟੈਕਚਰਲ ਜਿਹੜੀਆਂ ਸਰਵਿਸਿਜ਼ ਆ ਨਾ ਉਹਦੇ ਵਾਸਤੇ ਕੰਪਨੀਆਂ ਨੂੰ ਉਹਨਾਂ ਨੇ ਅਪਰੋਚ ਕੀਤੀ ਵੀ ਸਾਨੂੰ ਉਹਦੇ ਬਿੱਡ ਦਿਓ। ਔਰ ਉਹ ਦੇਖੋ ਉਹਦੇ ਬਿੱਡ ਵਿੱਚ ਕੀ ਲਿਖਿਆ ਹੈਗਾ, ਫਰੇਜ਼ਰ ਹੈਲਥ is seeking expression of interest from prospective proponents who are interested in responding to a detailed request for proposal for prime architectural services for the new Surrey Hospital project. ਉਹਦੇ ਵਿੱਚ ਇਹ ਫਿਰ ਲਿਖਿਆ ਵੀ new Surrey Hospital project will be located on a green field in Cloverdale area, British Columbia. So ਉਹ ਜੀ ਬਿਡ ਜਿਹੜੀ ਸੀ ਉਹ ਜੂਨ ਵਿੱਚ ਖਤਮ ਹੋ ਗਈ ਔਰ ਜੁਲਾਈ ਦੇ ਵਿੱਚ ਵੈਨਕੂਵਰ ਦੀ ਕੰਪਨੀ ਨੂੰ 1.2 ਮਿਲੀਅਨ ਦਾ ਠੇਕਾ ਦੇ ਦਿੱਤਾ ਗਿਆ। ਸੋ ਮਤਲਬ ਕੰਮ ਆਲਰੇਡੀ ਸ਼ੁਰੂ ਹੋ ਚੁੱਕਾ। ਪਰ ਇਹ ਜਿਹੜਾ ਗੰਦਲਾ ਕੰਮ ਕਰ ਰਿਹਾ ਪਾਣੀ ਨੂੰ ਜਾਂ ਜਿਹਨੂੰ ਲੋਕਾਂ ਦੇ ਮਨ ਸ਼ੱਕ ਪਾਉਣ ਵਾਲੀ ਗੱਲ ਹੋ ਰਹੀ ਆ, ਉਹ ਇਹਨਾਂ ਨੇ ਪਕਾਈ ਜਾਣੀ। ਪਰ ਮੈਂ ਅੱਜ ਲੋਕਾਂ ਦੇ ਸਾਹਮਣੇ ਅੱਗੇ ਵੀ ਕਿਹਾ ਸੀ, ਅੱਜ ਵੀ ਕਹਿਣਾ, ਹਸਪਤਾਲ ਬਣਨਾ ਹੀ ਬਣਨਾ। ਪ੍ਰੋਗਰਾਮ ਕੰਮ ਉੱਤੇ ਕੰਮ ਸ਼ੁਰੂ ਹੋ ਗਿਆ, ਕੰਟਰੈਕਟ ਜਾਣੇ ਸ਼ੁਰੂ ਹੋ ਗਏ ਆ। ਜ਼ਮੀਨ ਸਾਡੇ ਕੋਲ ਆ, ਉਹਦਾ ਯੂਜ਼ ਆਫ ਲੈਂਡ ਯੂਜ਼ ਹੋਣਾ, ਕਿਉਂਕਿ ਅੱਗੇ ਹੁਣ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਕੋਲ ਪਈ ਆ। ਉਸ ਤੋਂ ਬਾਅਦ ਉਹ ਹਸਪਤਾਲ ਦੇ ਕੋਲ ਆ ਜਾਏਗੀ, ਫਰੇਜ਼ਰ ਹੈਲਥ ਕੋਲ ਆ ਜਾਏਗੀ। ਇੱਕ ਇਹਦੇ ਚ ਲਾਈਨ ਇੱਕ ਬੈਂਸ ਸਾਹਿਬ ਲਾਈਨ ਅਗਲੀ ਜਿਹੜੀ ਮੇਰੇ ਕੋਲ, ਦਾ ਕਨਸੈਪਟ plan for the new hospital was approved and publicly announced by the provincial government on December 9, 2019. It is now in the business plan stage. The procurement is focused on design services required by the business plan. ਇਹ ਜਿਹੜਾ ਲੈਟਰ ਹੈ ਇਹ 29 ਮਈ 2020 ਦਾ ਲੈਟਰ ਹੈ ਫਰੇਜ਼ਰ ਹੈਲਥ ਅਥਾਰਟੀ ਦਾ। ਜੀ ਸੋ ਤੁਸੀਂ ਦੇਖੋ ਕਿ ਫਰੇਜ਼ਰ ਹੈਲਥ ਅਥਾਰਟੀ ਐਵੇਂ ਤਾਂ ਬਾਹਰ ਬਿੱਦਾਂ ਲੈ ਨਹੀਂ ਰਹੀ, ਬਿਲਕੁਲ ਬਿੱਦਾਂ ਤਾਂ ਲੈ ਰਹੀ ਆ ਕਿਉਂਕਿ ਹਸਪਤਾਲ ਬਣ ਗਿਆ। ਉਹਦੇ ਵਾਸਤੇ ਇਹ ਬਿੱਡ ਆਪਾਂ ਨੂੰ ਚਾਹੀਦੀ ਹੈ। ਉਹ ਡੀਸੀ ਬਿੱਡ ਦੇ ਉੱਤੇ ਹੀ ਆਲਰੇਡੀ ਪਾਸ ਕਰ ਚੁੱਕੀਆਂ, ਉਹ ਪਬਲਿਕਲੀ ਅਵੇਲੇਬਲ ਹੈਗਾ, ਜਾ ਕੇ ਕੋਈ ਵੀ ਦੇਖ ਸਕਦਾ। ਸੋ ਮਤਲਬ ਆ ਕਿ ਲੋਕਾਂ ਨੂੰ ਮੈਂ ਸਿਰਫ ਇਹ ਕਹਿਣਾ ਕਿ ਸਰੀ ਦੇ ਲੋਕੋ, ਇਹ ਲੋਕਾਂ ਨੇ 16 ਸਾਲ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ, ਉਹ ਤਾਂ ਸਾਫ਼ ਦਿੱਤਾ ਹੀ ਨਹੀਂ ਹਸਪਤਾਲ ਨਹੀਂ ਬਣਾਉਣਾ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਬਣਾ ਰਹੇ ਹਾਂ ਤੇ ਹੁਣ ਸਿਰਫ ਤੇ ਸਿਰਫ ਪੋਲੀਟੀਕਲ ਰੀਜ਼ਨ ਵਾਸਤੇ ਇਹਨੂੰ ਲੋਕਾਂ ਨੂੰ ਮਨਾਂ ਸ਼ੱਕ ਪਾ ਰਹੇ ਵੀ ਖਰਿਆ ਬਣਨਾ ਨਹੀਂ ਬਣਨਾ, ਹਸਪਤਾਲ ਬਣਨਾ ਹੀ ਬਣਨਾ। ਤੁਹਾਡੇ ਸਾਹਮਣੇ ਮੈਂ ਡਾਕੂਮੈਂਟ ਦੇ ਰਿਹਾ, ਤੁਸੀਂ ਵੀ ਤੁਹਾਡੇ ਕੋਲ ਪਏ ਆ ਗਿੱਲ ਸਾਹਿਬ, ਹਸਪਤਾਲ ਪੱਕਾ ਬਣੇਗਾ ਔਰ ਆਪਾਂ ਫਿਰ ਇਕੱਠੇ ਹੋ ਕੇ ਜਿੱਦਣ ਉਹਨੂੰ ਤੱਕ ਲੱਗਣਾ ਨਾ ਨੈਕਸਟ ਈਅਰ ਦੇ ਵਿੱਚ, ਉਸ ਵੇਲੇ ਆਪਾਂ ਸਾਰੇ ਇਹਦੀ ਸੈਲੀਬ੍ਰੇਸ਼ਨ ਕਰਾਂਗੇ। ਜੀ ਅੱਛਾ, ਇੱਕ ਅੱਜ ਦੀ ਮੈਨੂੰ ਇਹ ਦੱਸਿਓ, ਜਿਹੜੀ ਅੱਜ ਦੀ ਹੁਣ ਇੱਕ ਹੋਰ ਜਿਹੜੀ ਤੁਹਾਡੇ ਲੀਡਰ ਨੇ ਅਨਾਉਂਸਮੈਂਟ ਕੀਤੀ ਹੈ ਲੈਂਗਲੀ ਤੱਕ, ਉਹਦਾ ਮੈਨੂੰ ਸਮਝਾਓ ਵੀ ਇਹਦਾ ਤੇ ਉਹਦਾ ਜਿਹੜਾ ਤੁਹਾਡੀ ਕੈਪੀਟਲ ਫੰਡਿੰਗ ਹੈ, ਕੈਪੀਟਲ ਫੰਡਿੰਗ ਪ੍ਰਕਿਉਰ ਕਿਵੇਂ ਹੁੰਦੀ ਹੈ ਬੈਂਸ ਸਾਹਿਬ? ਪਹਿਲੀ ਪਾਰਟੀ 3 ਸਾਲ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜਾ ਲਿਬਰਲ ਦਾ ਵੀ ਕੋਈ ਕੈਪੀਟਲ ਫੰਡਿੰਗ ਹੋਏਗੀ, ਤੁਹਾਡੀ ਵੀ ਹੋਏਗੀ, ਉਹਦੇ ਚ ਮਨੀ ਕਿੱਥੋਂ ਆਉਂਦੀ ਹੈ ਜੀ ਫਿਰ? ਜੀ ਸੋ ਇੱਕ ਕੈਪੀਟਲ ਫੰਡਿੰਗ ਹੈ ਜੀ, ਜਿਹੜੀ ਇੱਕ ਤਾਂ ਆਪਣਾ ਆਪਰੇਟਿੰਗ ਬਜਟ ਹੁੰਦਾ ਜਿਹੜਾ ਕਿ ਆਪਣਾ ਤਕਰੀਬਨ ਡੀਸੀ ਦੇ ਵਿੱਚ ਇਸ ਵੇਲੇ 55 ਤੋਂ 60 ਬਿਲੀਅਨ ਡਾਲਰ ਦਾ ਹੁੰਦਾ। ਇੱਕ ਹੈਗਾ ਕੈਪੀਟਲ ਫੰਡਿੰਗ ਜਿਹੜਾ ਕਿ ਸਿਰਫ ਬਿਲਡਿੰਗਾਂ, ਬ੍ਰਿਜ ਤੇ ਜਿੱਦਾਂ ਆਪਣੇ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਸੈਪਰੇਟ ਰੱਖਿਆ ਜਾਂਦਾ। ਉਹ ਜਿਹੜਾ ਆਪਾਂ ਜਦੋਂ ਆਏ ਸੀਗੇ 22 ਬਿਲੀਅਨ ਡਾਲਰ ਸੈਟ ਅਸਾਈਡ ਕੀਤਾ ਸੀ 3 ਸਾਲਾਂ ਵਾਸਤੇ, ਜਿਹਦੇ ਵਿੱਚੋਂ ਵੱਲੋਂ ਬ੍ਰਿਜ ਬਣਨਾ, ਜਿਹਦੇ ਵਿੱਚੋਂ ਹਸਪਤਾਲ ਬਣਨਾ, ਜਿਹਦੇ ਵਿੱਚ ਹੋਰ ਹਸਪਤਾਲ ਵੀ ਬਣ ਰਹੇ ਆ, ਹੋਰ ਸੜਕਾਂ ਬਣ ਰਹੀਆਂ।
ਉਹ ਸਾਰਾ ਕੁਝ ਉਸ ਬਜਟ ਦੇ ਵਿੱਚੋਂ ਨਿਕਲਦਾ। ਉਹਦਾ ਪ੍ਰੋਸੈਸ ਹੈਗਾ, ਜਦੋਂ ਦੱਸਿਆ ਕਨਸੈਪਟ ਪਲਾਨ ਬਣਦੀ ਆ, ਫਿਰ ਬਿਜ਼ਨਸ ਪਲਾਨ ਬਣਦੀ ਆ, ਫਿਰ ਉਹ ਜਦੋਂ ਨੈਕਸਟ ਈਅਰ ਦਾ ਬਜਟ ਡਾਕੂਮੈਂਟ ਆਉਂਦਾ ਉਹਦੇ ਵਿੱਚ ਲਾਈਨ ਆਈਟਮ ਬਣ ਜਾਂਦੀ ਵੀ ਇਸ $22 ਬਿਲੀਅਨ ਤੋਂ ਇੰਨੇ ਪੈਸੇ ਇਸ ਪ੍ਰੋਜੈਕਟ ਲਈ ਜਾਣੇ, ਇੰਨੇ ਪੈਸੇ ਇਸ ਪ੍ਰੋਜੈਕਟ ਲਈ ਜਾਣੇ ਆ। ਹੁਣ ਜਿਹੜੀ ਅਨਾਉਂਸਮੈਂਟ ਹੋਈ ਆ ਗਿੱਲ ਸਾਹਿਬ, ਅੱਜ ਅਸੀਂ ਕਿਹਾ ਅਸੀਂ $9 ਬਿਲੀਅਨ ਵਿੱਚ ਹੋਰ ਐਡ ਕਰ ਰਹੇ ਹਾਂ, $31 ਬਿਲੀਅਨ, ਤਾਂ ਕਿ ਅਸੀਂ ਇਕਨੋਮੀ ਨੂੰ ਜਿਹੜੀ ਕਿ ਬਹੁਤ ਤੁਹਾਨੂੰ ਪਤਾ ਹੈ ਵੀ ਥੱਲੇ ਜਾ ਚੁੱਕੀ ਕੋਵਿਡ ਕਰਕੇ, ਨਵੀਆਂ ਜੌਬਾਂ, ਵੱਡੀਆਂ ਜੌਬਾਂ, ਗੁੱਡ ਪੇਇੰਗ ਜੌਬ ਜਿਹੜੀਆਂ ਉਹ ਕ੍ਰੀਏਟ ਕਰ ਸਕੀਏ। ਹੋਰ ਹਸਪਤਾਲ ਬਣਾਉਣੇ ਆ ਜਿਨ੍ਹਾਂ ਦੀ ਲੋੜ ਆ, ਹੋਰ ਸਕੂਲ ਬਣਾਉਣੇ ਆ ਜਿਨ੍ਹਾਂ ਦੀ ਲੋੜ ਆ, ਹੋਰ ਬ੍ਰਿਜ ਬਣਨ ਦੀ ਲੋੜ ਆ ਜਿਨ੍ਹਾਂ ਦੀ ਲੋੜ ਇਸ ਵੇਲੇ ਹੈਗੀ ਆ, ਉਹ ਬਣਨੇ ਆ। ਤੇ ਆਪਣੇ ਜਿਨ੍ਹਾਂ ਦੇ 200 ਸਕੂਲ ਇਹਨਾਂ ਨੇ ਬੰਦ ਕਰਤਾ ਸੀ 16 ਸਾਲ ਦੇ ਵਿੱਚ, ਅੱਜ ਅਸੀਂ ਨਵੇਂ ਬਣਾ ਰਹੇ ਹਾਂ। ਸਰੀ ਦੇ ਵਿੱਚ ਤੁਸੀਂ ਦੇਖੋ, ਆਪਾਂ ਹੁਣ ਜੇ ਆਪਾਂ ਸਰੀ ਤੋਂ ਵਾਪਸ ਆ ਜਾਈਏ, ਇਹਨਾਂ ਦਾ ਪਿਆਰ ਕਿੰਨਾ ਕੁ ਸਰੀ ਨਾਲ ਸੀਗਾ। ਜਦੋਂ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਦੀ ਗੱਲ ਹੋਈ ਤੇ ਸਾਡੇ ਕ੍ਰਿਸਟੀ ਕਲਾਰਕ ਸਾਹਿਬ ਕਹਿੰਦੇ ਕਿ ਅਸੀਂ ਤਾਂ ਤੁਹਾਡਾ ਰੈਫਰੈਂਡਮ ਕਰਾਵਾਂਗੇ। ਕੋਈ ਰੈਫਰੈਂਡਮ ਨਹੀਂ ਹੋਇਆ ਜਦੋਂ 에ਅਰਪੋਰਟ ਨੂੰ ਲਾਈਨ ਬਣੀ, ਕੋਈ ਰੈਫਰੈਂਡਮ ਨਹੀਂ ਹੋਇਆ ਜਦੋਂ ਮਿਲੇਨੀਅਮ ਲਾਈਨ ਬਣੀ, ਕੋਈ ਰੈਫਰੈਂਡਮ ਨਹੀਂ ਹੋਇਆ ਜਦੋਂ ਐਵਰਗ੍ਰੀਨ ਲਾਈਨ ਬਣੀ ਕੁਕਿਟਪਮ ਨੂੰ। ਸਾਡੀ ਵਾਰੀ ਕਹਿੰਦੇ ਜੀ ਰੈਫਰੈਂਡਮ ਕਰਾਵਾਂਗੇ, ਉਹ 5-6 ਸਾਲ ਪਿੱਛੇ ਪੈ ਗਈ ਗੱਲ। ਅਸੀਂ ਆਉਂਦਿਆਂ ਨੇ ਕਿਹਾ ਵੀ ਅਸੀਂ 40% ਫੰਡਿੰਗ ਕਰਾਂਗੇ, ਜਿਹੜੀਆਂ ਪਹਿਲੀਆਂ ਸਰਕਾਰਾਂ 1/3 ਕਰਦੀਆਂ ਸੀ, ਔਰ ਅਸੀਂ ਮਨਜ਼ੂਰੀ ਦੇ ਦਿੱਤੀ, ਜਿਹੜੀ ਕਿ ਮੇਅਰ ਸਾਹਿਬ ਨੇ ਤਾਂ ਨਵੀਂ ਕੌਂਸਲ ਨੇ ਕਿਹਾ ਸੀ ਲੈਂਗਲੀ ਲੈ ਕੇ ਜਾਣੀ ਆ। ਉਹ 1.6 ਬਿਲੀਅਨ ਆਲਰੇਡੀ ਪਈ ਆ। ਅੱਜ ਅਸੀਂ ਅਨਾਉਂਸ ਕੀਤਾ ਵੀ 1.5 ਹੋਰ ਐਡ ਕਰਕੇ ਤੋਰ ਅਸੀਂ ਲੈਂਗਲੀ ਤੱਕ ਇਹ ਲਾਈਨ ਬਣਾ ਦੇਣੀ ਆ, ਔਰ ਪ੍ਰੋਜੈਕਟ ਨੂੰ ਵੀ ਅਸੀਂ ਆਪਣੇ ਪ੍ਰੋਵਿੰਸ ਦੇ ਅੰਡਰ ਲੈ ਆਉਣਾ ਤਾਂ ਕਿ ਜਿੰਨਾ ਜਲਦੀ ਬਣ ਸਕੇ ਬਣਾਵਾਂਗੇ। ਹੁਣ ਦੇਖੋ ਦੂਜੇ ਪਾਸੇ ਸਕੂਲ ਆਪਣੀ ਗੱਲ ਕਰੀਏ ਹਸਪਤਾਲ ਦੀ, ਅਸੀਂ ਹਸਪਤਾਲ ਬਣਾ ਰਹੇ ਹਾਂ, ਇਹਨਾਂ ਨੇ ਹਸਪਤਾਲ ਵੇਚਿਆ, ਹਸਪਤਾਲ ਦੀ ਜ਼ਮੀਨ ਵੇਚੀ, ਸਾਫ਼ ਹੀ ਦੱਸਦਾ ਇਹਨਾਂ ਨਹੀਂ ਸੀ ਬਣਾਉਣਾ। ਸਕੂਲਾਂ ਦੀ ਗੱਲ ਤੁਹਾਨੂੰ ਦੱਸਾਂ ਗਿੱਲ ਸਾਹਿਬ, 2006 ਤੋਂ 2010 ਦੇ ਇਹ ਅੰਕੜੇ ਸਹੀ ਆ, ਕਿਤੇ ਵੀ ਕਰਾ ਦੇਣ, ਕਦੀ ਵੀ ਚੈਲੰਜ ਮੈਨੂੰ ਕਰ ਲੈਣ। 2006 ਤੋਂ 2010 ਤੱਕ ਜਦੋਂ ਪਾਪੂਲੇਸ਼ਨ ਇੰਨੀ ਫਾਸਟ ਵੱਧ ਰਹੀ ਸੀ ਸਰੀ ਦੀ, ਇਹਨਾਂ ਨੇ $0 ਜਿਹੜੀ ਕੈਪੀਟਲ ਐਕਸਪੈਂਸ਼ਨ ਵਾਸਤੇ ਸਕੂਲ ਬੋਰਡ ਨੂੰ ਦਿੱਤਾ, 0। ਔਰ ਫਿਰ ਜਿਹੜੇ ਇਹਨਾਂ ਦੇ ਲਾਸਟ 3 ਸਾਲ ਸੀ ਉਹਦੇ ਵਿੱਚ ਇੱਕ ਹਸਪਤਾਲ ਬਣਾਇਆ, ਇੱਕ ਸਕੂਲ ਬਣਾਇਆ। ਇਸ ਵੇਲੇ ਜਦੋਂ ਅਸੀਂ ਸਰਕਾਰ ਬਣਾਈ ਉਦੋਂ 7000 ਬੱਚਾ ਪੋਰਟੇਬਲ ਵਿੱਚ ਪੜ੍ਹਦਾ ਸੀ, ਉਹ ਅੱਜ ਵੀ ਪੜ੍ਹ ਰਿਹਾ ਗਿਆ। ਮੈਂ ਐਡਮਿਟ ਕਰਦਾ ਕਿਉਂਕਿ ਸਕੂਲ ਬਣਨ ਨੂੰ 3-4-5 ਸਾਲ ਲੱਗ ਜਾਂਦੇ ਆ। ਅੱਜ 8900 ਸਟੂਡੈਂਟ ਸੀਟਾਂ ਇਸ ਵੇਲੇ ਬਣ ਰਹੀਆਂ, ਕੁਝ ਐਗਜ਼ਿਸਟਿੰਗ ਸਕੂਲ ਐਕਸਪੈਂਡ ਹੋ ਰਹੇ ਆ, ਕੁਝ ਨਵੇਂ ਸਕੂਲ ਬਣ ਰਹੇ ਆ। ਸੋ 8900 ਸਟੂਡੈਂਟ ਜਿਹੜੇ ਆ ਉਹ ਰੀਅਲ ਕਲਾਸਰੂਮ ਜਾਣਗੇ, ਨਾ ਕਿ ਜਿਹੜੇ 7000 ਬੱਚੇ ਵਿਚਾਰੇ ਸਾਡੇ ਜਿਹੜੇ ਪੋਰਟੇਬਲ 'ਚ ਬੈਠੇ ਆ। ਇਹ ਤਾਂ ਇਹਨਾਂ ਦਾ ਰਿਕਾਰਡ ਆ। ਹਸਪਤਾਲ ਦੀ ਗੱਲ ਹੈ ਜੀ, ਸਕਾਈ ਟ੍ਰੇਨ ਦੀ ਗੱਲ ਆ ਰਹੀ ਤੇ ਸਕੂਲਾਂ ਦੀ ਗੱਲ ਹੋ ਗਈ। ਹੁਣ ਦੇਖੋ ਇਹ ਸਾਰਾ ਕੁਝ ਆਪਾਂ ਕਰ ਰਹੇ। ਹੁਣ ਜਿਹੜਾ ਹੋਰ ਅਨਾਉਂਸ ਵੱਡੀ ਹੋਈ ਆ ਗਿੱਲ ਸਾਹਿਬ, ਤੁਸੀਂ ਸ਼ਾਇਦ ਇਹ ਰਿਪੋਰਟ ਕੀਤੀ ਕਿ ਨਹੀਂ ਹਲੇ, 2 ਵੱਡੀਆਂ ਗੱਲਾਂ ਜਿਹੜੀਆਂ ਸਾਡੀ ਕਮਿਊਨਿਟੀ ਵਾਸਤੇ ਬੜੀਆਂ ਢੁੱਕਦੀਆਂ। ਇੱਕ, ਸਾਡੇ ਬੱਚੇ ਤੁਹਾਨੂੰ ਪਤਾ ਡਾਕਟਰਾਂ ਦੀ ਲੋੜ ਆ, ਛੋਟ ਆ, ਉਹ ਬਾਹਰ ਜਾ ਕੇ ਪੜ੍ਹਨਾ ਪੈਂਦੇ ਤੇ ਸੀਟਾਂ ਨਫ ਨਹੀਂ ਹੈਗੀਆਂ। ਔਰ ਇਸ ਵੇਲੇ ਅਸੀਂ ਅਨਾਉਂਸ ਕੀਤਾ ਵੀ ਸੈਕੰਡ ਅਸੀਂ ਮੈਡੀਕਲ ਸਕੂਲ ਖੋਲਾਂਗੇ, ਜੇ ਤਾਂ ਕਿ ਅਸੀਂ ਵੱਧ ਡਾਕਟਰ ਤੇ ਨਰਸਾਂ ਇੱਥੇ ਤਿਆਰ ਕਰਕੇ ਆਪਣੇ ਲੋਕ ਆਪਣਾ ਜਿਹੜਾ ਲੋਕਾਂ ਦੀ ਲੋੜ ਆ ਛੋਟੇ ਜਿਹੇ ਡਾਕਟਰ ਉਹ ਪੂਰੀ ਕਰ ਸਕੀਏ। ਦੂਜੀ ਗੱਲ ਕੀਤੀ ਆ ਵੱਡੀ, ਜਿਹੜੀ ਕਿ ਆਪਣੀ ਕਮਿਊਨਿਟੀ ਨਾਲ ਬਹੁਤ ਸੰਬੰਧਿਤ ਆ, ਅਸੀਂ ਅਨਾਉਂਸ ਕੀਤਾ ਕਿ ਅਸੀਂ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਬਣਾਵਾਂਗੇ। ਕਿਉਂਕਿ ਸਾਡੇ ਜਿੰਨੇ ਵੀ ਅਸੀਂ ਪੂਰਨੇ ਪਾਏ ਆ ਸਭ ਤੋਂ ਪਹਿਲਾਂ ਲੋਕਾਂ ਨੇ, ਜਿੰਨੀ ਵੀ ਅਸੀਂ ਸਾਡੀਆਂ ਘਾਲਣਾ ਘਾਲੀਆਂ ਸਾਡੇ ਤੇ ਤਸ਼ੱਦਦ ਹੋਏ ਤੇ ਅਸੀਂ ਜੋ ਕੁਛ ਉਹਦੇ ਵਿੱਚ ਲੰਘਦੇ ਹੋਏ ਅੱਜ ਵੀ ਸਾਨੂੰ ਅੱਜ ਇੰਨਾ ਸੋਹਣਾ ਵਧੀਆ ਕੈਨੇਡਾ ਬਣਾ ਕੇ ਗਏ ਆ, ਅਸੀਂ ਉਹਨਾਂ ਨੂੰ ਮੈਮੋਰੀਅਲਾਈਜ਼ ਕਰ ਸਕੀਏ। ਇੱਕ ਬਿਲਡਿੰਗ ਏਦਾਂ ਦੀ ਹੋਵੇਗੀ ਜਿਹਦੇ ਵਿੱਚ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਜਿਹੜੀਆਂ ਕੀਤੀਆਂ ਘਾਲਣਾ ਘਾਲੀਆਂ ਉਹ ਸਾਡੇ ਸਾਹਮਣੇ ਉਹਨਾਂ ਨੂੰ ਯਾਦ ਕਰਾਵਾਂਗੇ। ਸਾਡੇ ਅੱਜ ਦੇ ਬੱਚੇ ਜਿਹੜੇ ਆ ਉਹ ਓਲੰਪਿਕਸ ਤੱਕ ਸਪੋਰਟਸਮੈਨ ਤੇ ਬਣ ਕੇ ਜਾ ਚੁੱਕੇ ਆ, ਉਹਨਾਂ ਨੂੰ ਕਿਤੇ ਨਹੀਂ ਉਹਨਾਂ ਦਾ ਥਾਂ, ਉਹੋ ਜਿਹਾ ਮੈਮੋਰੀਅਲਾਈਜ਼ ਕਰਾਂਗੇ। ਬਿਜ਼ਨਸ ਵਿੱਚ ਅਸੀਂ ਟੌਪ ਤੇ ਜਾ ਚੁੱਕੇ ਆ, ਉਹਨਾਂ ਦੀ ਰੈਕਗਨੀਸ਼ਨ ਕਿਤੇ ਨਹੀਂ। ਸੋਸ਼ਲ ਵਰਕ ਦੇ ਵਿੱਚ, ਪੋਲਿਟਿਕਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਸਾਰੀਆਂ ਉਸ ਮਿਊਜ਼ੀਅਮ ਦੇ ਵਿੱਚ ਹੋਣਗੀਆਂ ਤਾਂ ਕਿ ਆਪਾਂ ਦਿਖਾ ਸਕੀਏ ਕਿੱਥੋਂ ਚੱਲੇ ਸੀ ਜਦੋਂ ਸਾਨੂੰ ਵੋਟ ਪਾਉਣ ਦਾ ਹੱਕ ਨਹੀਂ। ਅੱਜ ਉਹਨਾਂ ਕੁਰਸੀਆਂ ਤੇ ਸਾਨੂੰ ਬਿਠਾਇਆ ਉਹਨਾਂ ਬਜ਼ੁਰਗਾਂ ਨੇ ਤੇ ਅੱਜ ਅਸੀਂ ਕਿੱਥੇ ਆ, ਕਿਹੋ ਜਿਹੀਆਂ ਸਾਡੀਆਂ ਕਾਮਯਾਬੀਆਂ ਸਾਡੀਆਂ ਕਮਿਊਨਿਟੀ ਦੀਆਂ, ਤਾਂ ਕਿ ਲੋਕਾਂ 'ਚ ਅਸੀਂ ਦਿਖਾ ਆਉਣ ਵਾਲੀ ਜਨਰੇਸ਼ਨ ਨੂੰ ਦਿਖਾ ਸਕੀਏ ਤਾਂ ਕਿ ਉਹ ਵੀ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਨਵੋਲਵ ਹੋਣ ਔਰ ਆਪਾਂ ਏਦਾਂ ਹੀ ਆਪਣੇ ਕੈਨੇਡਾ ਨੂੰ ਹੋਰ ਵਧੀਆ ਗਾਂਹ ਵਾਸਤੇ ਬਣਾਈ ਚੱਲੀਏ। ਜੀ ਮੈਂ ਸਾਹਿਬ ਅਖੀਰ 'ਚ ਮੈਂ ਇੱਕ ਸਵਾਲ ਜਿਹੜਾ ਬਹੁਤ ਸਿਜ਼ਲਿੰਗ ਹੈ ਬਈ ਹਾਂ ਪੁਲ ਨਹੀਂ ਬਣ ਦਿੱਤਾ ਹੈ, ਹੁਣ ਇਹਦੇ ਟਨਲ ਦੇ ਵਿੱਚ ਦੀ ਡੇਂਜਰਸ ਗੋਡਸਾਲਾ ਨਹੀਂ ਲੰਘਣਾ, ਇਹਦੇ ਵਿੱਚ ਦੀ ਆਪਣੇ ਵੈਲਡਿੰਗ ਵਾਲਾ ਟਰੱਕ ਨਹੀਂ ਲੰਘਣਾ, ਇਹ ਵੀ ਲੋਕਾਂ ਨੂੰ ਕਲੀਅਰ ਕਰੋ। ਬ੍ਰਿਜ
ਵਰਸਸ ਟਨਲ, ਇਹ ਅਪਰੂਵ ਕਿਉਂ ਕੀਤੀ ਟਨਲ? ਜੀ ਦੇਖੋ, ਹਾਲੇ ਤੱਕ ਅਪਰੂਵਲ ਕਿਸੇ ਵੀ ਇਹੋ ਜਿਹੇ ਬ੍ਰਿਜ ਟਨਲ ਦੀ ਫਾਈਨਲ ਨਹੀਂ ਹੋਈ ਹੈਗੀ। ਇਹ ਮੈਂ ਕਲੀਅਰ ਕਰਦਾ। ਇਹ ਗੱਲ ਕੀ ਹੋਈ ਸੀ, ਜਦੋਂ ਲਾਸਟ ਸਰਕਾਰ ਨੇ ਉੱਥੇ ਸਟੈਂਡ ਭਰਤੀ ਕਰਨਾ ਸ਼ੁਰੂ ਕਰ ਦਿੱਤਾ, ਕਹਿੰਦੇ ਅਸੀਂ ਤਾਂ 10 ਦਿਨ ਦਾ ਬ੍ਰਿਜ ਬਣਾਵਾਂਗੇ, ਸਾਰੀਆਂ ਨੇ ਸਾਰੀਆਂ ਕਮਿਊਨਿਟੀਆਂ ਨਾਲ ਲੈ ਕੇ ਤੁਰੀਏ, ਨਾ ਕਿ ਸਾਰਿਆਂ ਨੂੰ ਥੱਲੇ ਕੁਚਲ ਕੇ ਕਹੀ ਅਸੀਂ ਤਾਂ ਡਿਕਟੇਟਰਸ਼ਿਪ ਕਰਨੀ, ਜੋ ਸਾਡੇ ਮਨ ਚ ਆਉਂਦਾ ਅਸੀਂ ਉਹੀ ਕਰਨਾ। ਇਹਨਾਂ ਨੇ ਅਨਾਉਂਸ ਤਾਂ ਕਰ ਦਿੱਤਾ। ਨਾਰਥ ਡੈਲਟਾ ਦੇ ਮੇਅਰ ਨੂੰ ਛੱਡ ਕੇ ਸਾਰੀਆਂ ਕਮਿਊਨਿਟੀਆਂ ਜਿੰਨੀਆਂ ਸੀਗੀਆਂ, ਚਾਹੇ ਰਿਚਮੰਡ ਲੈ ਲਓ ਜਿਹਦੇ ਥਰੂ ਜਾਣਾ, ਇਹ ਵੈਨਕੂਵਰ ਲੈ ਲਓ, ਬਰਨਬੀ, ਨਿਊ ਵੈਸਟਮਿੰਸਟਰ, ਜਿੰਨੇ ਵੀ ਪ੍ਰਭਾਵਿਤ ਹੋਣਗੇ ਇਹਦੇ ਨਾਲ, ਸਾਰਿਆਂ ਨੇ ਇਹਦਾ ਵਿਰੋਧ ਕੀਤਾ ਵੀ ਉਹ ਬ੍ਰਿਜ ਜਿਹੜਾ ਗਲਤ ਆ, ਇਹ ਨਹੀਂ ਏਦਾਂ ਬਣਨਾ ਚਾਹੀਦਾ। ਫਿਰ ਅਸੀਂ ਉਹਨੂੰ ਕੰਸਲਟੇਸ਼ਨ ਕੀਤੀ। ਹੁਣ ਉਹ ਕੰਸਲਟੇਸ਼ਨ ਪੂਰੀ ਹੋ ਗਈ ਆ। ਹੁਣ ਉਹ ਜਿਹੜੀ ਪਲਾਨ ਬਣਨੀ ਆ ਉਹ ਸਾਰੇ ਮੇਅਰ ਨਾਲ ਹੋਣਗੇ। ਉਹ ਚਾਹੇ ਟਨਲ ਬਣਨੀ, ਚਾਹੇ ਬ੍ਰਿਜ ਬਣਨਾ, ਉਹ ਜਿਹੜਾ ਉਹਦਾ ਅਨਾਉਂਸਮੈਂਟ ਮੇਰਾ ਖਿਆਲ ਹੈ ਇਸ ਦਸੰਬਰ ਦੇ ਵਿੱਚ ਫਾਈਨਲ ਹੋਣੀ ਆ। ਔਰ ਉਹ ਕੀ ਆ, ਇਹ ਕ੍ਰਾਸਿੰਗ ਅਸੀਂ ਕੰਪਲੀਟ ਕਰਨੀ ਆ। ਉਹਦੇ ਉੱਤੇ ਆਲਰੇਡੀ ਅਸੀਂ ਵਚਨਬੱਧ ਹੈਗੇ ਆ, ਤਾਂ ਕਿ ਲੋਕਾਂ ਦੀ ਜਿਹੜੇ ਕਾਫੀ ਦੇਰ ਉੱਥੇ ਟ੍ਰੈਫਿਕ ਜਾਮ ਰਹਿੰਦਾ ਉਹਨੂੰ ਅਸੀਂ ਕੰਪਲੀਟ ਕਰ ਸਕੀਏ। ਦੂਜੀ ਗੱਲ, ਉਹ ਜਿਹੜਾ ਬ੍ਰਿਜ ਬਣਨਾ ਸੀ ਗਿੱਲ ਸਾਹਿਬ, ਉਹ ਟੋਲ ਬ੍ਰਿਜ ਹੋਣਾ ਸੀ, ਉਹ ਜਿਹਦੇ ਨਾਲ ਫੈਡਰਲ ਸਰਕਾਰ ਨੇ ਇੱਕ ਆਨਾ ਨਹੀਂ ਸੀ ਦੇਣਾ, ਔਰ ਸਾਰੇ ਦੇ ਸਾਰੇ ਪੈਸੇ ਮੋਟਰਿਸਟ ਦੀ ਜੇਬ ਤੋਂ ਨਿਕਲਣੇ ਸੀ ਟੋਲ ਦੇ ਥਰੂ। ਅਸੀਂ ਉਹ ਕਿਹਾ ਵੀ ਨਹੀਂ, ਅਸੀਂ ਟੋਲ ਫ੍ਰੀ ਬਣਾਵਾਂਗੇ ਜਿਹੜੀ ਇਹ ਕ੍ਰਾਸਿੰਗ ਹੋਏਗੀ। ਔਰ ਜੇ ਉੱਥੇ ਟੋਲ ਬ੍ਰਿਜ ਬਣ ਜਾਂਦਾ, ਤੁਸੀਂ ਇਮੇਜਿਨ ਕਰਦੇ ਆ ਵੀ ਐਲੈਕਸ ਬ੍ਰਿਜ ਦਾ ਕੀ ਹਾਲ ਹੋਣਾ ਸੀਗਾ। ਸਾਰਿਆਂ ਨੇ ਇੱਧਰ ਦੀ ਹੋਣਾ ਸੀ ਟੋਲ ਦੇਣ ਦੇ ਮਾਰਿਆਂ ਨੇ। ਸੋ ਆਈ ਥਿੰਕ ਇਹ ਜਿਹੜੀਆਂ ਇਹਨਾਂ ਨੇ ਕਾਹਲੀ ਦੇ ਵਿੱਚ ਜਿਹੜੀਆਂ ਇਹਨਾਂ ਨੇ ਅਨਾਉਂਸਮੈਂਟ ਕੀਤੀਆਂ ਸੀ, ਉਹ ਗਲਤ ਸੀ। ਲੋਕਾਂ ਦਾ ਪੈਸਾ ਐਵੇਂ ਬਰਬਾਦ ਕਰਨ ਵਾਲੀਆਂ ਗੱਲਾਂ ਕਰ ਰਹੇ ਸੀ। ਅੱਜ ਉਹ ਕ੍ਰਾਸਿੰਗ ਹੋਣੀ ਆ, ਸਾਰੀਆਂ ਕਮਿਊਨਿਟੀਆਂ ਦਾ ਨਾਲ ਉਹਦੇ ਸਾਥ ਹੋਣਾ, ਤੇ ਨਾਲ ਉਹ ਟੋਲ ਫ੍ਰੀ ਹੋਏਗਾ। ਔਰ ਵੱਡੀ ਗੱਲ ਹੈ ਕਿ ਆਪਾਂ ਨੂੰ ਜਿਹੜਾ ਕੰਪਰੀਹੈਂਸਿਵ ਜਿਹੜੀ ਟਰਾਂਸਪੋਰਟੇਸ਼ਨ ਪਲਾਨ ਜਿਹਦੀ ਆਪਾਂ ਅਨਾਉਂਸ ਕੀਤੀ ਆ, ਉਹਦਾ ਇੱਕ ਹਿੱਸਾ ਹੋਣਾ ਆ ਮੈਸੀ ਵੀ, ਤੇ ਨਾਲ ਪਟੋਲੋ ਬ੍ਰਿਜ ਬਣ ਰਿਹਾ, ਉਹਦਾ ਠੇਕਾ ਆਲਰੇਡੀ ਦੇ ਚੁੱਕੇ ਆ ਆਪਾਂ। ਸੋ ਆਈ ਥਿੰਕ ਆਪਾਂ ਦੂਰ ਤੋਂ ਹੀ ਦੇਖੀਏ, ਲੋਕਾਂ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਖਰਚੀਏ। ਹੁਣ ਮੈਂ ਇੱਕ ਹੋਰ ਤੁਹਾਨੂੰ ਬੰਤੜਾਂ ਦਾ ਐਗਜ਼ਾਮਪਲ ਦਿੰਦਾ ਤੇ ਬਿਜ਼ਨਸ ਪਲਾਨ ਕਿਉਂ ਜ਼ਰੂਰੀ ਆ। ਇਹਨਾਂ ਨੇ ਇੱਕ ਪ੍ਰੋਜੈਕਟ ਬਿਜ਼ਨਸ ਪਲਾਨ ਫਾਈਨਲ ਹੋਣ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਉਹ ਸੀਗਾ ਵੈਨਕੂਵਰ ਕਨਵੈਨਸ਼ਨ ਸੈਂਟਰ। ਇਹਦੀ ਅੰਕੜੇ ਦੱਸਦੇ ਔਰ ਆਡੀਟਰ ਜਨਰਲ ਦੀ ਰਿਪੋਰਟ ਸਾਫ਼ ਦੱਸਦੀ ਆ, ਔਰ ਮੇਰੇ ਕਹਿਣ ਦੀ ਗੱਲ ਨਹੀਂ, ਉਹ ਇਹਨਾਂ ਨੇ ਫੰਡਾਂ ਰੋੜੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ, ਔਰ ਉਹ ਪ੍ਰੋਜੈਕਟ 73% ਓਵਰ ਬਜਟ ਗਿਆ। ਫਿਰ ਉਹ ਲੋਕਾਂ ਦੇ ਪੈਸੇ ਗਏ ਨਾ, ਖਰਾਬ ਕੀਤੇ, ਵੇਸਟ ਹੋਏ। ਸੋ ਇਸ ਕਰਕੇ ਜ਼ਿੰਮੇਵਾਰੀ ਨਾਲ ਅਸੀਂ ਪੈਸੇ ਖਰਚਨੇ। ਅਸੀਂ ਸਮਝਦੇ ਕਿ ਜਿਹੜੇ ਲੋਕਾਂ ਦੇ ਪੈਸੇ ਆ ਉਹਨਾਂ ਨੂੰ ਆਪਣੇ ਪੈਸੇ ਸਮਝ ਕੇ ਅਸੀਂ ਉਸ ਹਿਸਾਬ ਨਾਲ ਖਰਚੀਏ, ਤਾਂ ਕਿ ਲੋਕਾਂ ਤੇ ਭਾਰ ਨਾ ਪਵੇ, ਉਹਨਾਂ ਦੀ ਜ਼ਿੰਦਗੀਆਂ ਸੌਖੀਆਂ ਬਣਾਈਏ, ਐਜੂਕੇਸ਼ਨ ਸਿਸਟਮ ਹੋਵੇ ਵਧੀਆ, ਟਰਾਂਸਪੋਰਟੇਸ਼ਨ ਸਿਸਟਮ ਵਧੀਆ ਹੋਵੇ, ਜਿਨ੍ਹਾਂ ਦਾ ਫਾਇਦਾ ਹਰ ਇੱਕ ਨੂੰ ਹੋਵੇ, ਔਰ ਇਕਨੋਮੀ ਇਹੋ ਜਿਹੀ ਬਣਾਈਏ, ਗੁੱਡ ਪੇਇੰਗ ਜੌਬਸ ਹੋਣ ਜਿਹਦਾ ਫਾਇਦਾ ਹਰ ਇੱਕ ਸਿਟੀਜ਼ਨ ਨੂੰ ਹੋਵੇ, ਨਾ ਕਿ ਸਿਰਫ ਜਿੰਨਾ ਪਹਿਲਾਂ ਚੱਲਦਾ ਆ ਉੱਪਰ ਵਾਲੇ 2% ਨੂੰ ਬ੍ਰੇਕ ਦੇ ਦਿਓ ਟੈਕਸ, ਥੱਲੇ ਵਾਲੇ ਜਿਹੜੇ ਲੋਅਸਟ ਪੇਡ ਆ ਉਹਨਾਂ ਦੀ ਵੇਜਸ ਨੂੰ ਤੁਸੀਂ ਫਰੀਜ਼ ਕਰੀ ਰੱਖੋ 10 ਸਾਲ। ਇਸ ਤਰ੍ਹਾਂ ਨਹੀਂ, ਇਹੋ ਜਿਹੀ ਸਰਕਾਰ ਨਹੀਂ। ਆਪਣੀ ਸਰਕਾਰ ਹੈ ਕਿ ਲੋਕਾਂ ਨੂੰ ਵਿਚਕਾਰ ਰੱਖ ਕੇ ਜਿਹੜਾ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ, ਫੇਰ ਪਾਲਿਸੀ ਬਣਾਈਏ, ਜਿਹੜਾ ਕਿ ਆਪਣਾ ਰਿਕਾਰਡ ਬੜਾ ਕਲੀਅਰ ਆ, ਉਸ ਹਿਸਾਬ ਨਾਲ ਚੱਲ ਰਹੇ ਆ। ਔਰ ਮੈਂ ਅਰਜ਼ ਕਰਦਾ ਸਾਰਿਆਂ ਨੂੰ, ਜੇ ਤੁਸੀਂ ਪਿਛਲੇ 3 ਸਾਲ ਇਹ ਜਿਹੜੇ ਕੰਮ ਕੀਤੇ ਚੰਗੇ ਲੱਗਦੇ ਆ, ਤੇ ਸਾਨੂੰ ਜ਼ਰੂਰ ਆਉਣ ਵਾਲੇ 4 ਸਾਲ ਤੁਸੀਂ ਦੇਖੋ ਕਿਹੋ ਜਿਹੇ ਆਪਾਂ ਵਧੀਆ ਕੰਮ ਹੋਰ ਕਰ ਸਕਾਂਗੇ, ਔਰ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਨੂੰ ਹੋਰ ਵੀ ਵਧੀਆ ਬਣਾ ਸਕਾਂਗੇ। ਮੈਂ ਸਾਹਿਬ, ਇੱਕ ਦਿਨ ਤੁਹਾਡਾ ਮੈਨੂੰ ਪੂਰਾ ਘੰਟਾ ਚਾਹੀਦਾ, ਲੋਕਾਂ ਦੇ ਸਵਾਲ ਲੈਣੇ ਆ ਜੀ। ਕਿਹੜੇ ਦਿਨ ਆ ਸਕਦੇ ਹੋ ਆਪਾਂ ਜੀ? ਤੁਸੀਂ ਮੇਰੇ ਆਫਿਸ ਦੇ ਨਾਲ ਜਿਹੜੇ ਕੈਲੰਡਰ ਦੇ ਵਿੱਚ ਕਿੰਨਾ ਕੁਝ ਸਕੈਜੂਲ ਹੋ ਚੁੱਕਾ, ਆਪਾਂ ਜ਼ਰੂਰ ਕਿਸੇ ਦਿਨ ਬਣਾਵਾਂਗੇ ਜ਼ਰੂਰ। ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ ਸਮੇਂ। ਧੰਨਵਾਦ ਤੁਹਾਡਾ ਜੀ ਬਹੁਤ ਬਹੁਤ। ਹੈਰੀ ਬੈਂਸ ਸਾਹਿਬ, ਮੈਂ ਅੱਜ ਵੀ ਤੁਹਾਡੇ ਸਵਾਲਾਂ ਲਈ ਮੈਂ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਮੇਰੇ ਕੋਲ ਸਮਾਂ ਨਹੀਂ ਹੈ, ਮੇਰੀ 1:35 ਤੇ ਕਿਤੇ ਹੋਰ ਮੀਟਿੰਗ ਹੈ, ਕੋਈ ਕੈਂਪੇਨ ਹੈ। ਇੱਕ ਦਿਨ ਮੈਂ ਉਹਨਾਂ ਨੂੰ ਸੱਦਾਂਗਾ, ਜਿਹੜਾ ਵੀ ਕੋਈ ਪੰਜਾਬੀ ਬੋਲਣ ਵਾਲਾ ਹੋਵੇ ਜਾਂ ਜਗਰੂਪ ਬਰਾੜ ਹੋਣੀ ਹੋਣ, ਤੇ ਤੁਹਾਡੇ ਨੂੰ ਲਾਈਨਾਂ ਮੈਂ ਖੋਲਾਂਗਾ, ਤੁਸੀਂ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ। ਆਹ ਜਿਹੜਾ ਹਸਪਤਾਲ ਦੇ ਮੇਰੇ ਕੋਲ ਡਾਕੂਮੈਂਟ ਨੇ, ਉਹਦੇ ਵਿੱਚ ਕਲੀਅਰ ਜਿਹੜੀ 29 ਮਈ 2020 ਦੇ ਵਿੱਚ ਉਹਨਾਂ ਨੇ ਜਿਹੜੀ ਕਲੋਜ਼ ਡੇਟ 5 ਜੂਨ ਸੀ, ਉਹਦੇ ਵਿੱਚ ਉਹਨਾਂ ਨੇ ਮੰਗਿਆ ਸੀ ਇਹ ਜਿਹੜੀ ਵੀ ਸਾਨੂੰ ਆਰਕੀਟੈਕਟ ਦੀ ਇੱਕ ਫਰਮ ਚਾਹੀਦੀ ਹੈ। ਉਹ ਅਵਾਰਡ ਜਿਹੜਾ ਆਲਰੇਡੀ ਨੋਟਿਸ ਜਿਹੜਾ ਇਹ ਕੰਪਨੀ ਜਿਹੜੀ ਰਿਸੋਰਸ ਗਰੁੱਪ ਹੈ, ਉਹਨੂੰ ਆਲਰੇਡੀ ਰਿਸੋਰਸ ਪਲਾਨਿੰਗ ਗਰੁੱਪ ਨੂੰ ਕੰਟਰੈਕਟ ਫੇਜ਼ਰ ਹੈਲਥ ਅਥਾਰਟੀ ਨੇ ਜਿਹੜਾ ਰਿਸੋਰਸ ਪਲਾਨਿੰਗ ਗਰੁੱਪ ਨੂੰ ਦਿੱਤਾ, ਕਲੀਨਿਕਲ ਸਰਵਿਸ ਪਲਾਨਿੰਗ, ਫੰਕਸ਼ਨਲ ਪ੍ਰੋਗਰਾਮ ਕੰਸਲਟੈਂਟ ਸਰਵਿਸ ਲਈ, ਨਿਊ ਸਰੀ ਹਸਪੀਟਲ ਪ੍ਰੋਜੈਕਟ ਲਈ। ਤੇ ਇਹਦੇ ਤੇ ਉਹਨਾਂ ਨੇ ਆਲਰੇਡੀ ਇਹਦਾ ਸਾਰਾ ਕੁਝ ਕਰਕੇ
ਜਿਹੜਾ ਮੇਰੇ ਕੋਲ ਪੇਪਰ ਪਏ ਨੇ ਉਹਦੇ 'ਚ ਦਿੱਤਾ ਹੋਇਆ। ਬਾਕੀ ਜਿਹੜਾ ਇੱਕ ਲਾਈਨ ਆਹ ਲਾਈਨ ਉਹ ਲਾਈਨ ਉਹ ਇੱਕ ਤਾਂ ਸਿੰਪਲ ਸਵਾਲ ਆਪਾਂ ਕਰ ਸਕਦੇ ਹਾਂ ਨਾ, ਬੀਇੰਗ ਏ ਸਿਟੀਜ਼ਨ ਆਫ ਦਿਸ ਸਿਟੀ, ਤੇ ਇੱਕ ਪਾਰਟੀ ਆ ਜਿਹੜੀ 25 ਸਾਲ ਰੱਖੀ ਹੋਈ ਜ਼ਮੀਨ ਨੂੰ ਵੇਚ ਗਈ, NDP ਦੀ ਖਰੀਦੀ ਨੂੰ ਇਹੀ ਲਿਬਰਲ ਪਾਰਟੀ ਦੇ ਨੇਤਾ ਵੇਚ ਕੇ ਗਏ ਨੇ, ਵਿਲਕਿਨਸਨ ਜਿਹੜੇ ਨੇ। ਦੂਜੀ ਇੱਕ ਪਾਰਟੀ ਹੈ ਜਿਹਨੇ ਵਾਅਦਾ ਕੀਤਾ ਜ਼ਮੀਨ ਵੀ ਦੱਸਤੀ ਕੁਆਂਟਲਮ ਪੋਲੀਟੈਕਨਿਕ ਯੂਨੀਵਰਸਿਟੀ ਦੇ ਕੋਲ, ਤੇ ਮੁੱਖ ਮੰਤਰੀ ਨੇ ਕਹਿ ਕੇ ਆ ਕੇ ਉੱਥੇ ਦੱਸੀ ਹੈ ਤੇ ਉਹਦੀ ਕਨਸੈਪਟ ਪਲਾਨ ਤੋਂ ਬਿਜ਼ਨਸ ਪਲਾਨ ਤੋਂ ਅੱਗੇ ਬਿਡਿੰਗ ਸ਼ੁਰੂ ਹੋਣੀ ਹੈ ਤੇ ਉਹਦੇ ਹਾਇਰਿੰਗ ਉਹਦੇ ਵਿੱਚ ਕੰਟਰੈਕਟਰਸ ਦੀ ਹੋ ਚੁੱਕੀ ਹੈ। ਹੁਣ ਇਹ ਤਾਂ ਆਪਾਂ ਬੈਲੈਂਸ ਕਰ ਹੀ ਸਕਦੇ ਨਾ ਕਿੱਥੇ ਖੜੇ। ਵਪਾਰਕ ਸੰਦੇਸ਼ ਫੇਰ ਵੀ ਤੁਹਾਡੀਆਂ ਕਾਲਸ, ਤੁਸੀਂ ਇਸ ਵਿਸ਼ੇ ਬਾਰੇ ਗੱਲ ਕਰਨੀ ਚਾਹੋ 1844 247 1550, ਪਰ ਮੈਂ ਕੋਸ਼ਿਸ਼ ਕਰਾਂਗਾ ਛੇਤੀ, ਕਿਉਂਕਿ ਲੇਟਲੀ ਜਿਹੜੇ ਗਵਰਨਮੈਂਟ ਕਰਕੇ ਹਟੇ ਨੇ ਗਵਰਨੈਂਸ ਜਿਨ੍ਹਾਂ ਦੇ ਕੋਲ ਸੀ ਉਹ ਸਵਾਲਾਂ ਦੇ ਜਵਾਬ ਦੇਣ। 3 ਸਾਲ NDP ਦੀ ਸਰਕਾਰ ਰਹੀ ਹੈ, ਹੈਰੀ ਬੈਂਸ ਉਹਨਾਂ ਨੂੰ, ਜਗਰੂਪ ਬਰਾੜ ਉਹਨਾਂ ਨੂੰ, ਜਿਨੀ ਸਿੰਧ ਉਹਨਾਂ ਨੂੰ, ਇਹਨਾਂ ਨੂੰ ਬੇਨਤੀ ਕਰਾਂਗੇ ਆਪਣੇ ਕਾਲ ਉਹਨਾਂ ਨੂੰ, ਇਹ ਚਾਰਾਂ ਦੇ ਵਿੱਚੋਂ ਜਿਹੜਾ ਆ ਕੇ 1 ਘੰਟਾ ਤੁਹਾਡੇ ਸਵਾਲਾਂ ਦੇ ਜਵਾਬ ਦੇਵੇ ਕਿਸੇ ਦਿਨ। ਸ਼ਾਹ ਮਕੰਦ ਸਿੰਘ ਗਿੱਲ ਸਾਹਿਬ ਨੰਬਰ 2, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਬਹੁਤ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਅੱਜ ਨਾ ਸੁਬਾਹ ਮੈਂ ਸ਼ੇਰੇ ਪੰਜਾਬ ਤੇ ਡਾਕਟਰ ਚੀਮਾ ਦਾ ਸੁਣ ਰਿਹਾ ਸੀ ਆਪਣੇ ਇਹਨਾਂ ਦੇ ਵਿਚਾਰ, ਤੇ ਪੁਰੇਵਾਲ ਸਾਹਿਬ ਦੇ ਉਹਨਾਂ ਨੇ ਬਹੁਤ ਤਿੱਖਾ ਸਵਾਲ ਪੁੱਛਿਆ ਇਹਨਾਂ ਨੂੰ ਡਾਕਟਰ ਨੂੰ ਵੀ ਜਿਹੜੀ ਜ਼ਮੀਨ NDP ਨੇ ਖਰੀਦੀ ਸੀ ਹਸਪਤਾਲ ਵਾਸਤੇ ਉਹ ਤੁਸੀਂ ਵੇਚੀ ਗਈ ਹੈ ਲਿਬਰਲ ਪਾਰਟੀ ਵੱਲੋਂ। ਉਹ ਕਹਿੰਦੇ ਜੀ ਗਲਤੀ ਹੋਈ ਆ। ਹੁਣ ਇਹਦਾ ਮਤਲਬ ਮੈਂ ਸਿਰਫ ਇਹੀ ਚਾਹੁੰਦਾ ਹੈ ਕਿ 2 ਮੁੱਦੇ ਬੜੇ ਸਾਫ਼ ਹੈ। ਇੱਕ ਤਾਂ ਇਹ ਕਿ ਇਹ ਹਸਪਤਾਲ ਦੇ ਹੁਣ ਇਸ ਮਸਲੇ ਨੂੰ ਇਸ ਕਰਕੇ ਖਰਾਬ ਕਰਨਾ ਚਾਹੁੰਦੇ ਆ ਕਿ ਇਹਨਾਂ ਤੇ ਐਲੀਗੇਸ਼ਨ ਲੱਗਦਾ ਕਿ ਹਸਪਤਾਲ ਖਰੀਦਣ ਵਾਲੀ ਜ਼ਮੀਨ ਇਹਨਾਂ ਨੇ ਵੇਚੀ ਸੀ ਲਿਬਰਲ ਵਾਲਿਆਂ ਨੇ, ਔਰ ਇਹ ਸੇਮ ਲੀਡਰ ਨੇ। ਔਰ ਇੱਕ ਜਿਹੜੇ ਸਭ ਤੋਂ ਵੱਡਾ ਲੋਕਾਂ ਨੂੰ ਘਾਟਾ ਪੈ ਰਿਹਾ ICBC ਦਾ, ਅੱਜ ਕਹਿੰਦੇ ਜੀ ਅਸੀਂ ਇਹਨੂੰ ਮੋਨੋਪੋਲੀ ਖਤਮ ਕਰ। ਮੈਂ ਕਹਿੰਦਾ ਮੋਨੋਪੋਲੀ ਤਾਂ ਖਤਮ ਕਰ ਦੇਣਗੇ, ਪਰ ਜਿਹੜਾ $1 ਮਿਲੀਅਨ ਉਹ ਕੱਢ ਕੇ ਤੇ ਇਹਨਾਂ ਨੇ ਲਿਬਰਲ ਸਰਕਾਰ ਨੇ ਲਗਾਏ ਆ, ਉਹਦਾ ਬੋਝ ਸਾਡੇ ਸਿਰ ਤੇ ਪੈ ਰਿਹਾ। ਮੈਂ ਇਹ ਦੋਨੋਂ ਹੀ ਕੁਐਸਚਨ ਹੈ, ਜਦੋਂ ਵੀ ਕੋਈ ਲੀਡਰ ਆਉਂਦਾ ਇਹਨਾਂ ਦਾ, ਮੈਂ ਇਹ ਕਹਿੰਦਾ ਕਿ ਦੋਨੋਂ ਬਹੁਤ ਵੱਡੇ ਮਸਲੇ ਆ ਤੇ ਇਹਨਾਂ ਦੋਨਾਂ ਦੀ ਲਿਬਰਲ ਪਾਰਟੀ ਵਾਲੇ ਗੁਨਾਹਗਾਰ। ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ। $1 ਬਿਲੀਅਨ ਲੈ ਕੇ ਗਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਵਾਰ ਨਹੀਂ, ਬਹੁਤ ਵਾਰ ਗੱਲ ਕੀਤੀ ਆ। ਪਹਿਲੇ 7 ਮਹੀਨਿਆਂ 'ਚ 900 ਮਿਲੀਅਨ ਦੇ ਘਾਟੇ 'ਚ ਜਦ ਗਈ NDP ਦੀ ਸਰਕਾਰ, ਉਹਨਾਂ ਨੇ ਚੇਂਜਸ ਲਿਆਉਣੀਆਂ ਸੀ, ਨਹੀਂ ਉਹ ਖਤਮ ਹੋ ਜਾਣੀ ਸੀ। ਤੁਹਾਡੀ ਕਰਾਊਨ ਕਾਰਪੋਰੇਸ਼ਨ ਲੈ ਕੇ ਕਿਉਂ ਗਿਆ $1 ਬਿਲੀਅਨ ਲੋਕਾਂ ਦਾ? ਇਹ ਜਵਾਬ ਦੇਣ। ਲਿਆ ਕੇ ਪੈਸਾ ਇੱਥੋਂ ਬੈਂਕਾਂ ਬੁੱਕਾਂ ਕਰਕੇ ਬੈਲੈਂਸ ਦਿਖਾ ਕੇ ਉਹ ਕਿਉਂ ਕੀਤਾ? ਡੇਵਿਡ ਈਬੀ ਨੇ ਕੀ ਕਰਨਾ ਸੀ, ਕੀ ਚੁਆਇਸ ਸੀ ਉਹਨਾਂ ਕੋਲ? ਜਦ ਉਹਦੇ ਕੋਲ ਹੁਣ ਜੋ ਕੱਟ ਕਰੂ ਤਾਂ ਹੀ ਪੈਸੇ ਵਾਪਸ ਆਉਣਗੇ। ਉਹਨੇ ਜਿਹੜੇ ਨੇ ਲੋਕਾਂ ਲੀਗਲ ਫੀਸਾਂ ਕੱਟਤੀਆਂ, $1 ਬਿਲੀਅਨ ਵਾਪਸ ਆ ਗਿਆ। ਉਹ ਕਹਿੰਦੇ ਅਸੀਂ ਅਪ੍ਰੈਲ 'ਚ ਤੁਹਾਨੂੰ ਡਿਸਕਾਊਂਟ ਕਰ ਦਿੰਦੇ ਸ਼ੁਰੂ। ਗੱਲ ਤਾਂ ਪੰਗਾ, ਜੇ ਉਹ $1 ਬਿਲੀਅਨ ਵਿੱਚ ਰਹਿੰਦਾ ਸਰਕਾਰ ਆਪਣੇ ICBC ਦੇ ਕਰਾਊਨ ਕਾਰਪੋਰੇਸ਼ਨ ਦੇ, ਕੋਈ ਪ੍ਰੋਬਲਮ ਨਹੀਂ ਸੀ ਹੋਣੀ। ਇਹ ਤਾਂ ਮੰਨਣੀ ਪਊ ਨਾ ਗੱਲ। ਇਹਦੇ ਤੋਂ ਤੁਸੀਂ ਡਿਨਾਈ ਨਹੀਂ ਕਰ ਸਕਦੇ ਜਿਹੜੀ ਸਹੀ ਗੱਲ। ਮਨੋਰ ਵੈਜੀਟੇਰੀਅਨ ਪੀਜ਼ਾ ਤੇ ਸਵੀਟ ਸ਼ਾਪ, ਤੁਹਾਡਾ ਕੋਈ ਜਿਹੜਾ ਇਹਦੇ ਤੇ ਕਮੈਂਟ ਹੋਵੇ ਬੋਲ ਕੇ ਗਏ ਜਿਹੜੇ ਹੈਰੀ ਬੈਂਸ ਹੋਣੀ। 1844 247 1550। ਮਨੋਰ ਵੈਜੀਟੇਰੀਅਨ ਪੀਜ਼ਾ ਤੇ ਸਵੀਟਸ, ਤੁਸੀਂ ਮਠਿਆਈਆਂ ਵੀ ਲੈ ਸਕਦੇ ਹੋ, ਪੀਜ਼ਾ ਵੀ ਆਰਡਰ ਕਰ ਸਕਦੇ ਹੋ। 604 881 8888 ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਵੜਦੇ ਹੀ ਸਾਹਮਣੇ ਜਿਹੜਾ ਮਨੋਰ ਬੇਕਰੀ ਆ, ਮਨੋਰ ਬੇਕਰੀ ਦੇ ਨਾਲ ਮਨੋਰ ਵੈਜੀਟੇਰੀਅਨ ਪੀਜ਼ਾ ਸਵੀਟ ਸ਼ਾਪ ਖੁੱਲ ਗਈ। ਟੋਟਲੀ ਵੈਜੀਟੇਰੀਅਨ ਪੀਜ਼ਾ ਤੇ ਮਠਿਆਈਆਂ ਤਾਂ ਖੈਰ ਹੁੰਦੀਆਂ ਹੀ ਨੇ। 604 881 8888। ਗਲੋਬਲ ਯੂਨਿਟੀ ਪੈਰਾਲੀਗਲ ਤੇ ਮਿਸ ਧਾਲੀਵਾਲ ਹੋਣੀ ਕੱਲ ਆਏ ਸੀ ਸ਼ੇਰੇ ਪੰਜਾਬ ਤੇ। 604 614 4502। ਤੁਹਾਡਾ ਰੈਜ਼ੀਡੈਂਸ਼ੀਅਲ ਟੈਨੈਂਸੀ ਕੋਈ ਮੈਨੇਜਮੈਂਟ ਹੈ, ਕੋਈ ਡਿਸਪਿਊਟ ਹੈ, ਹਿਊਮਨ ਰਾਈਟਸ ਦੀ ਕੋਈ ਫਾਈਲਿੰਗ ਹੈ, ਸਮਾਲ ਕੋਰਟ ਕਲੇਮ ਹੈ, ਕੋਈ ਵਸੀਅਤ ਲਿਖਣੀ ਹੈ, ਕੋਈ ਬਜ਼ੁਰਗਾਂ ਦੇ ਪੇਪਰ ਅਪਲਾਈ ਕਰਨੇ ਨੇ। 604 614 4502 ਗਲੋਬਲ ਯੂਨਿਟੀ ਪੈਰਾਲੀਗਲ 80 ਤੇ 128 ਦੇ ਨਾਲ ਦਫ਼ਤਰ। ਫੋਨ ਕਰਕੇ ਚਲੇ ਜਾ ਸਕਦੇ ਹੋ। 128 30 80 ਐਵਨਿਊ, ਯੂਨਿਟ 109। ਸਾਹ ਰਜਿੰਦਰ ਸਿੰਘ ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੀ ਚ ਹਸਪਤਾਲ ਬਣਾਉਣ ਵਾਲਾ, ਨਵਾਂ ਹਸਪਤਾਲ ਹੋਰ ਬਣਾਉਣ ਵਾਲਾ ਵਿਸ਼ਾ ਜੀ, ਇਹ ਕਾਫੀ ਗੁੰਝਲਦਾਰ ਹੈ, ਕਾਫੀ ਕੰਪਲੀਕੇਟਡ ਹੈ। ਹਰ ਇੱਕ ਪਾਰਟੀ ਇੱਕ ਤੇ ਕਰੀ ਜਾਂਦੀ, ਲਿਬਰਲ ਵਾਲੇ ਵੀ ਕਹਿੰਦੇ ਆ ਤੇ NDP ਵਾਲੇ ਵੀ ਕਰੀ ਜਾਂਦੇ ਆ।
ਲਿਬਰਲ ਵਾਲੇ ਕਹਿੰਦੇ ਵੀ ਉਹ ਜਿਹੜੀ ਜ਼ਮੀਨ ਵੇਚੀ ਅਸੀਂ ਉਹ ਵੇਚ ਕੇ ਜਿਹੜੇ ਪੈਸੇ ਲੱਗੇ ਸੀਗੇ ਉਹ ਜਿਮ ਪੈਟੀਸ਼ਨ ਬਣਾਇਆ ਜਿਹੜਾ ਉਹਦੇ ਤੇ ਬਾਹਲੇ ਪੈਸੇ ਜਿਮ ਪੈਟੀਸ਼ਨ ਨੇ ਤਾਂ ਜਿੰਨੀ ਬੜੀ ਰਕਮ ਦੇ ਕੇ ਆਪਦਾ ਨਾਂ ਲਿਖਾ ਲਿਆ, ਬਾਕੀ ਪੈਸਿਆਂ ਨਾਲ ਅਸੀਂ ਉਹ ਹਸਪਤਾਲ ਬਣਾਇਆ। ਇਹ ਲਿਬਰਲ ਵਾਲੇ ਇਹ ਕਹਿੰਦੇ ਆ ਗੱਲ, ਤੇ ਲਿਬਰਲ ਵਾਲੇ ਨਾਲ ਇਹ ਵੀ ਕਹਿੰਦੇ ਵੀ ਜਿਹੜੀ ਹੁਣ ਵਾਲੀ ਜ਼ਮੀਨ ਸੀਗੀ ਇਹ ਅਜੇ ਕਹੀ ਜਾਂਦੇ ਅਸੀਂ ਖਰੀਦ ਲਈ, ਅਸੀਂ ਸਾਡਾ ਨਾਂ ਲੱਗ ਗਈ ਹੋਰ ਕੋਈ, ਇਹ ਅਜੇ ਪਟਾ ਤਾਂ ਉਹਦੇ ਕੁਆਂਟਲ ਯੂਨੀਵਰਸਿਟੀ ਦੇ ਨਾਂ ਤੇ ਹੀ ਹੈ। ਇਹ ਸਾਰਾ ਗੱਲਾਂ ਕਲੀਅਰ ਕਰ ਲੈਣ ਸਾਰੇ ਕਰਾਂਗੇ ਜੀ। ਹਾਂਜੀ ਮਿਹਰਬਾਨੀ ਜੀ ਗਿੱਲ ਸਾਹਿਬ, ਕਰਾਂਗੇ ਜੀ, ਧੰਨਵਾਦ ਬਹੁਤ। ਜਿਮ ਪੈਟੀਸ਼ਨ ਨੇ ਤਾਂ ਨਾਂ ਲਿਖਾਇਆ ਪਵੇਲੀਅਨ ਤੇ ਉਹਦੇ ਬਾਅਦ ਕੰਟਰੈਕਟ ਐਡਵਰਟਾਈਜ਼ਮੈਂਟ ਦਾ ਸ਼ਹਿਰ ਤੋਂ ਲਿਆ ਹੋਇਆ। ਆ ਜਗਦੇ ਬੁੱਝਦੇ ਜਿਹੜੇ ਸਾਈਨ ਨੇ ਪੁਰਾਣੇ ਸਿਟੀ ਹਾਲ ਦੇ ਕੋਲ ਜਾਂ ਸਾਰੇ ਬੱਸ ਸਟੈਂਡਾਂ ਦੇ ਸਾਈਨ ਨੇ, ਉਹਦੀ ਕਮਾਈ ਪਤਾ ਕਿੰਨੀ ਹੈ? ਮੈਨੂੰ ਇਹ ਪਤਾ ਲੱਗਿਆ ਪਹਿਲੇ ਇੱਕ ਮੇਅਰ ਰਹੇ ਨੇ ਉਹ ਜਿਮ ਪੈਟੀਸ਼ਨ ਦੇ ਬੋਰਡ ਤੇ ਵੀ ਨੇ, ਇਹ ਵੀ ਪਤਾ ਲੱਗਿਆ। ਪ੍ਰਭਜੋਤਪਾਲ ਸਿੰਘ ਜੀ ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਤੁਹਾਡੀ ਜਿਹੜੀ ਦੇਸੀ ਦੀ ਰਾਜਨੀਤੀ ਬਾਰੇ ਸੁਣਦੇ ਤਾਂ ਪਹਿਲਾਂ ਤਾਂ ਉਹ ਜਿਹੜਾ ਆ ਆਪਣਾ ਇੱਕ ਦੂਜੇ ਦਾ ਜਿਹੜੀ ਬਲੇਮ ਵਾਲਾ ਕੰਮ ਚੱਲਦਾ ਸੀ, ਸੁਣ ਕੇ ਬੜੀ ਹੈਰਾਨੀ ਹੋਈ ਵੀ ਦੇਖੋ ਕਿੱਥੇ ਤੱਕ ਆਪਣੇ ਲੋਕ ਜਾਂਦੇ ਹੈਗੇ ਆ ਵੀ ਜੇ ਰਾਜਨੀਤੀ ਕੇ ਥੋੜੇ ਸਾਫ਼ ਸੁਥਰੇ ਬੰਦਿਆਂ ਨੂੰ ਆਉਣਾ ਚਾਹੀਦਾ ਆ। ਤੇ ਜਿਹੜੀ ਆਹ ਗੱਲ ਹਸਪਤਾਲ ਵਾਲੀ ਆ ਇਹ ਤਾਂ ਸਾਫ਼ ਗੱਲ ਦੀਦੀ ਆ, ਇੱਕ ਖਰੀਦ ਰਿਹਾ ਆ, ਇੱਕ ਜਿਹੜੀ ਆ ਹਸਪਤਾਲ ਬਣਾਉਣ ਵਾਲੀ ਜ਼ਮੀਨ ਵੇਚ ਰਿਹਾ ਤੇ ਉਹ ਅੱਜ ਦੋਸ਼ ਉਹ ਤੇ ਲਾ ਰਿਹਾ ਜਿਹੜਾ ਦੂਜਾ ਕੰਮ ਕਰਨਾ ਚਾਹੁੰਦਾ। ਮੈਂ ICBC ਦੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਆ। ਜਿਹੜਾ ICBC ਵਾਲਾ ਮਸਲਾ ਹੈਗਾ, ਹੁਣ ਸਾਡੇ ਅਲਬਰਟਾ ਦੇ ਵਿੱਚ ਆਪਣੇ ਪ੍ਰਾਈਵੇਟ ਕੰਪਨੀਆਂ ਹੈਗੀਆਂ, ਪਹਿਲਾਂ ਤਾਂ ਬਹੁਤ ਚਲੋ ਵਧੀਆ ਸੀ, ਮਾੜੀ ਨਹੀਂ ਸੀ, ਚੰਗਾ ਸੀ, ਲੋਕਾਂ ਨੂੰ ਐਡਵਾਂਟੇਜ ਸੀਗਾ। ਪਰ ਅੱਜ ਹੁਣ ਜਿਹੜੇ ਸਰਕਾਰ ਬਣੀ ਹੈਗੀ ਉਹਦੀ ਇੱਕ ਕਮੇਟੀ ਆ ਸਰਕਾਰ ਦੀ ਹੁੰਦੀ ਆ, ਸਾਡੇ ਇੰਸ਼ੋਰੈਂਸ ਕੰਪਨੀਆਂ ਤੇ ਬੈਠੇ ਹੁੰਦੇ ਸੀ। ਉਹ ਜਦੋਂ ਵੀ ਕੋਈ ਉਹ ਆਪਣੀ ਇੰਸ਼ੋਰੈਂਸ ਵਧਾਉਣੀ ਚਾਹੁੰਦੇ ਸੀ ਤਾਂ ਉਹਨਾਂ ਨੂੰ ਪ੍ਰਪੋਜ਼ ਕਰਨਾ ਪੈਂਦਾ ਸੀ ਉਸ ਕਮੇਟੀ ਨੂੰ, ਤਾਂ ਉਹ ਕਮੇਟੀ ਤੇ ਉਹਨੂੰ ਦੇਖਦੀ ਸੀ ਵੀ ਇਹ ਜਾਇਜ਼ ਵੀ ਹੈਗਾ ਕਿ ਨਜਾਇਜ਼ ਸੀ ਜਿਹੜਾ ਧੱਕਾ ਹੀ ਕਰ ਰਿਹਾ। ਉਹ ਸਾਡੀ ਸਰਕਾਰ ਨੇ ਆ ਕੇ ਉਹ ਕਮੇਟੀ ਚੁੱਕ ਦਿੱਤੀ ਤਾਂ ਅੱਜ ਜਿਹੜੇ ਹੁਣ ਨਵੇਂ ਸਟੂਡੈਂਟਸ ਆ ਉਹਨਾਂ ਨੂੰ 5.5 ਪੌਣੇ $600 ਨੂੰ ਇੰਸ਼ੋਰੈਂਸ ਮਿਲਣ ਡਈ ਆ। ਤਾਂ ਜਿੱਦਾਂ ਜਿਹੜਾ ਆਪਾਂ ਦੂਜਿਆਂ ਦੀ ਆਧਾਰ ਨਾਲ ਲੈ ਕੇ ਕਹਿਣ ਲੱਗ ਪੈਂਦੇ ਵੀ ਉੱਥੇ ਵਧੀਆ ਹੋ ਰਿਹਾ, ਸਾਰਾ ਪੂਰੀ ਜਾਣਕਾਰੀ ਲੈ ਬਿਨਾਂ ਜਿਹੜਾ ਆ ਪੋਲੀਟੀਸ਼ੀਅਨਾਂ ਦੇ ਕਹੇ ਤੇ ਜਦੋਂ ਅਸੀਂ ਮਗਰ ਲੱਗ ਕੇ ਗੱਲਾਂ ਕਰਨ ਲੱਗ ਪੈਂਦੇ ਆ ਉਦੋਂ ਗੱਲ ਗਲਤ ਹੋ ਜਾਂਦੀ ਆ। ਜਿਹੜੇ ਐਕਸਪਰਟ ਹੈਗੇ ਆ ਜੇ ਗੱਲ ਕਰਨੀ ਆ ਤਾਂ ਉਹਨਾਂ ਨੂੰ ਲਿਆ ਕੇ ਵੀ ਉਹਨਾਂ ਤੋਂ ਪੁੱਛੋ। ਜਿੱਦਾਂ ਜਿਹੜੇ ਹੁਣ ਆਪ ਜਿਹਨਾਂ ਦੀ ਕਮਾਈ ਇੰਸ਼ੋਰੈਂਸ ਦੇ ਸਿਰ ਤੋਂ ਹੈਗੀ ਆ ਉਹਨੀ ਕਦੀ ਵੀ ਪੂਰਾ ਤੁਹਾਨੂੰ ਸੱਚ ਨਹੀਂ ਦੱਸਣਾ, ਇਹ ਗੱਲ ਪੱਕੀ ਹੈਗੀ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕਰਨ ਉਹਨਾਂ ਦੀ ਗੱਲ ਠੀਕ ਹੈ, ਕਿਤੇ ਹੁੰਦੀ ਨਾ IRA ਅਮਰੀਕਾ ਵਾਲੀ, ਜੇ ਪੁੱਠੇ ਪਾ ਕੇ ਹੁਣ ਨੂੰ ਹੱਥ ਕੜੀਆਂ ਨਾਲ ਲਾਈਆਂ ਹੁੰਦੀਆਂ ਵੀ ਬਣਾਉਣਾ ਦੱਸ ਕਿੱਥੋਂ ਆ ਪੈਸੇ, ਮਸ਼ੀਨ ਕਿਹੜੀ ਚੱਲਦੀ ਅੰਦਰ। ਇਹ ਸਾਊ ਦੇਸ਼ ਹੈ, ਹੱਥ ਜੋੜ ਕੇ ਖੜ ਜਾਂਦੇ ਤੁਸੀਂ ਉਹ ਦੇ ਦਿਓ ਜਿਹੜਾ ਕੁਝ ਦੇਣਾ, ਪਰ ਇਸ ਤਰ੍ਹਾਂ ਨਹੀਂ ਚੱਲਣਾ। ਚੱਲ ਸਰਕਾਰਾਂ ਨਾ ਫੜਨ ਪਰ ਰਾਜਨੀਤਿਕ ਬੰਦਿਆਂ ਦੀ ਜਿਹੜੀ ਸਾਂਝ ਭਿਆਲੀ ਆ ਲੋਕੋ, ਉਹਦੇ ਵੱਲ ਤਾਂ ਤੁਸੀਂ ਝਾਕੋ। ਇੰਨੇ ਵੀ ਕਿੰਨੇ ਕੁ ਬੋਲੇ ਤੇ ਕਿੰਨੇ ਕੁ ਅਸੀਂ ਅੰਨੇ ਹੋ ਗਏ, ਸਾਨੂੰ ਪਤਾ ਨਾ ਤੁਹਾਡੇ ਹੋਵੇ ਸਾਡੀ ਕਮਿਊਨਿਟੀ 'ਚ ਕੀ ਹੋ ਰਿਹਾ। तो 604 404 760 ਕਰਾਊਨ ਪੈਲਸ ਬੈਂਕੁਟ ਹਾਲ ਤੇ ਹੱਥ ਨੇ ਖਾਣਾ 4 ਵਜੇ ਤੋਂ ਲੈ ਕੇ 11 ਵਜੇ ਤੱਕ ਆਰਡਰ ਕਰ ਲਿਓ। ਸਾਰੇ ਐਪੇਟਾਈਜ਼ਰ, ਸਾਰਾ ਮੇਨ ਕੋਰਸ, ਡਿਜ਼ਰਟ ਤੋਂ ਲੈ ਕੇ ਘਰ ਸਾਰਾ ਖਾਣਾ ਜਿਹੜਾ ਤੁਸੀਂ ਰੈਸਟੋਰੈਂਟ 'ਚ ਕਰਦੇ ਹੋ ਆਰਡਰ ਉੱਥੇ ਕਰ ਲਿਓ। 604 267 0045 ਕਰਾਊਨ ਪੈਲਸ ਬੈਂਕੁਟ ਹਾਲ, ਸਮੇਟ ਡਰਾਈਵ ਹਾਲ ਕਲੋਨੇ 'ਚ 604 355 30 ਉਹਨਾਂ ਨੂੰ ਡਰਾਈਵ ਵਾਲਰ ਚਾਹੀਦੇ ਆ, ਉੱਥੇ ਰਹਿائش ਹੈ। 6043553030 ਕੰਮ ਤੁਹਾਨੂੰ ਸਿਖਾ ਦੇਣਗੇ, ਪਰ ਜਾਣਾ ਕਲੋਨੇ ਸਮੇਤ ਡਰਾਈਵ ਵਾਲਾ ਸਿੱਧੂਆਂ ਦੀ। ਇਹ ਸੀ ਅੱਜ ਦਾ ਪ੍ਰੋਗਰਾਮ। ਇਉਂ ਹੜੱਪਾ ਚਲਾਉਣਾ ਪੈਂਦਾ ਤਾਂ ਐਡਵਰਟਾਈਜ਼ਮੈਂਟ ਮੁੱਕਦੀਆਂ ਨੇ। ਧੰਨਵਾਦ ਬਹੁਤ ਬਹੁਤ, ਜਿਉਦੇ ਵਸਦੇ ਰਹੋ। ਪ੍ਰੋਗਰਾਮ ਦੋਨੇ ਪਾਸੇ ਸੁਣਦੇ ਹੋ, ਕੋਸ਼ਿਸ਼ ਕਰ ਰਹੇ ਹਾਂ ਪੂਰੀ, ਤੁਸੀਂ ਨਾਲ ਸਾਥ ਦਿਓ। ਸੱਚ ਹੱਕ ਦੀ ਆਪਾਂ ਹੋਕਾ ਦਈਏ, ਆਉਣ ਵਾਲਾ ਆਪਣਾ ਜਿਹੜਾ ਭਵਿੱਖ ਕਰੀਏ ਵਧੀਆ। ਨਾ ਪੈਸਿਆਂ ਤੇ ਨਾ ਗੱਡੀਆਂ ਨਾ ਵੱਡਿਆਂ ਘਰਾਂ ਨੂੰ ਵੇਖ ਕੇ ਪਰਮਾਇਆ ਕਰੋ। ਤੁਹਾਨੂੰ ਦੀਵਾਨੀ ਨਹੀਂ ਦੇਣੀ, ਗਲੀ ਵਾਲਾ ਪੈਸਾ ਨਹੀਂ ਦੇਣਾ ਬਿਲਡਰਾਂ ਸ਼ਿਲਡਰਾਂ ਨੇ ਜਿਹੜੇ ਤੁਰੇ ਫਿਰਦੇ ਆ ਇੱਥੇ। ਬਿਲਕੁਲ ਨਾ ਕਿਸੇ ਦੀ ਸੁਣੋ। ਉਹ ਕਹੇ ਜਾ ਤੇਰੇ ਵਰਗੇ 20 ਤੁਰੇ ਫਿਰਦੇ ਆ ਬਾਈ ਪੈਸੇ ਵਾਲੇ, ਜਾਂ ਹੋਰ ਦਈ ਜਿਨ੍ਹਾਂ ਨੂੰ ਤੇਰੇ ਪੈਸੇ ਝਾਕਦੇ, ਸਾਨੂੰ ਨਹੀਂ ਤੇਰੇ ਪੈਸੇ ਦੀ ਲੋੜ। ਰੱਬ ਰੱਖਾ। ਕੱਲ ਨੂੰ 9 ਵਜੇ ਸ਼ੇਰੇ ਪੰਜਾਬ ਤੇ ਵੱਜੂ ਹਾਕ ਹਰਜੀਤ ਸਿੰਘ ਗਿੱਲ ਸ਼ੋਅ 'ਚ।
ਗੀਤ ਸੁਣ ਲਿਓ ਇੱਕ, ਚੜ੍ਹਦੀ ਕਲਾ।